ਸਵਾਗਤ ਜੀ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਪ੍ਰਾਈਮ ਫੋਕਸ ਇਸ ਪ੍ਰੋਗਰਾਮ ਦਾ ਨਾਂ ਆ। ਤੁਸੀਂ ਹਰ ਰੋਜ਼ ਦੇਖਦੇ ਹੋ, ਪਸੰਦ ਕਰਦੇ ਹੋ, ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਵੀ ਜੋ ਖਬਰਾਂ ਹੋਣ ਆਪ ਜੀ ਦੀ ਕਚਹਿਰੀ 'ਚ ਰੱਖ ਦਈਏ। ਚੰਗਾ ਮਾੜਾ ਫੈਸਲਾ ਉਹ ਜੋ ਵੀ ਹੈ ਲੋਕਾਂ ਦੇ ਛੱਡ ਦਿੱਤਾ ਜਾਂਦਾ। ਨਾਲ ਵੀਰ ਪਰਮਵੀਰ ਬਾਠੂ ਨੇ ਕੀ ਹਾਲ ਨੇ? ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਾਰੇ ਸਿਹਤਾਂ ਕਿੱਦਾਂ? ਸਿਹਤਾਂ ਬਾਲਾ ਵਧੀਆ, ਆਨੰਦ। ਬਹਿ ਜਾ ਮਤਲਬ ਜਿੱਦਾਂ ਨਹੀਂ ਠੀਕ ਹੈ, ਜਿੱਦਾਂ ਦੀਆਂ ਹੋਣੀਆਂ ਚਾਹੀਦੀਆਂ। ਜੋ ਮਹਾਰਾਜ ਨੇ ਦਿਨ ਬਖਸ਼ੇ, ਜਿੱਦਾਂ ਦੀ ਚੜ੍ਹਦੀ ਕਲਾ ਬਖਸ਼ੀ ਰਹਿਣਾ ਚਾਹੀਦਾ। ਉਹ 'ਚ ਇੱਥੇ ਅਸੀਂ ਨਾ ਹੀ ਇਲੈਕਸ਼ਨ ਲੜਨੀ, ਨਾ ਹੀ ਜਿੱਤਣਾ, ਨਾ ਹੀ ਹਰਨਾ। ਸਾਡੇ ਲਈ ਨਹੀਂ ਅੱਜ ਕੱਲ੍ਹ ਤੇ ਆਮ ਬੰਦੇ ਦੇ ਸਭ ਤੋਂ ਵੱਧ ਤੰਗ ਆ। ਉਹ ਕਿੱਦਾਂ? ਲੀਡਰ ਨੂੰ ਕੋਈ ਫਰਕ ਨਹੀਂ ਹੈਗਾ। ਲੀਡਰਾਂ ਦਾ ਦੇਖੋ ਪਹਿਲਾਂ ਥੋੜਾ ਜਿਹਾ ਮੁਸ਼ਕਲ ਆਉਂਦੀ ਹੁੰਦੀ। ਉਹ ਕਹਿੰਦੇ ਅਸੀਂ ਫਲਾਨੀ ਪਾਰਟੀ 'ਚ, ਸਾਡੀ ਹੁਣ ਪਾਰਟੀ ਦਾ ਬੇੜਾ ਬਹਿ ਗਿਆ, ਅਸੀਂ ਹੁਣ ਕੀ ਕਰਾਂਗੇ, ਅਸੀਂ ਹੁਣ ਕਿੱਧਰ ਜਾਵਾਂਗੇ। ਫਿਰ ਉਹ ਆਇਆ ਰਾਮ ਗਿਆ ਰਾਮ ਵਾਲੀ ਜਿਹੜੀ ਗੱਲ ਪੰਨੂ ਸਾਹਿਬ ਸੁਣਾਉਂਦੇ ਹੁੰਦੇ ਆ। ਉਸ ਤੋਂ ਬਾਅਦ ਤੇ ਸਾਡੇ ਭਾਈਚਾਰੇ ਦਾ ਬਹੁਤ ਕੰਮ ਸੈੱਟ ਸੀ। ਉਹ ਕਹਿੰਦੇ ਪਾਰਟੀ ਜਾਵੇ ਠੱਠੇ ਗੂਝ, ਬਸ ਆਪਾਂ ਪਲਾਕੀ ਮਾਰ ਕੇ ਉੱਧਰ। ਇਸ ਕਰਕੇ ਜਾਂ ਤਾਂ ਤੁਸੀਂ ਵੀ ਆਮ ਬੰਦੇ ਦੇਖੋ, ਆਮ ਬੰਦੇ ਨੂੰ ਮੈਨੂੰ ਹੁਣ ਦੁੱਖ ਹੋਇਆ। ਤੁਸੀਂ ਦੇਖੋ ਵੀ ਜੇ ਸਾਡੀ ਪਾਰਟੀ 'ਚ ਕੋਈ ਪ੍ਰੋਬਲਮ ਆ ਜਾਵੇ, ਸਾਨੂੰ ਲੱਗਦਾ ਵੀ ਇੱਧਰ ਕੁਛ ਨਹੀਂ ਬਣਦਾ, ਇੱਧਰ ਚੱਲ ਜਾਓ, ਇੱਧਰ ਨਹੀਂ ਬਣਦਾ, ਇੱਧਰ ਚੱਲ ਜਾਓ। ਤੁਹਾਡੀ ਪ੍ਰੋਬਲਮ ਉਹੀ ਰਹਿਣੀ ਵੀ ਜੇ ਘਰੇ ਟਮਾਟਰ ਹੈ ਨਹੀਂ ਗੇ ਤੇ ਅੱਜ ਰੋਟੀ ਨਹੀਂ ਮਿਲਣੀ। ਵੀਰ ਤੁਸੀਂ ਘਰ ਨਹੀਂ ਬਦਲ ਸਕਦੇ। ਦੇਖੋ ਸੰਧਾਲੀਆ ਜੇ ਨਿਆਣਾ ਚੀਕਦਾ ਹੈ ਵੀਰ ਜੀ ਤੇ ਉਹਨੇ ਡਾਡਾਂ ਕਢਾਉਣੀਆਂ, ਉਹ ਨਹੀਂ ਬਦਲ ਸਕਦੇ ਤੁਸੀਂ। ਅਸੀਂ ਗੁਆਂਢੀਆਂ ਤੇ ਜਾ ਕੇ ਤਾਈ ਦੇ ਕੋਲੋਂ ਖਾ ਲੈਣੀ ਹੈ, ਚਾਚੀ ਦੇ ਕੋਲੋਂ ਖਾ ਲੈਣੀ ਹੈ, ਭਾਬੀ ਦੇ ਕੋਲੋਂ ਰੋਟੀ ਖਾ ਲੈਣੀ ਹੈ। ਤੁਸੀਂ ਤਾਂ ਜੇ ਗੁਆਂਢੀਆਂ ਦੇ ਘਰ ਖਾਣ ਵੀ ਚਲ ਗਿਆ, ਤੁਹਾਡਾ ਰੌਲਾ ਪੈਣਾ ਖਰੇ ਪਾਰਟੀ ਬਦਲਣ ਲੱਗੇ ਆ। ਸਾਡਾ ਕੋਈ ਰੌਲਾ ਨਹੀਂ ਪੈਂਦਾ, ਸਾਡਾ ਭਾਈਚਾਰਾ। ਨਹੀਂ ਮੇਰੀ ਕਹਿਣ ਦੀਆਂ ਗੱਲਾਂ, ਕਿਹੜਾ ਭਾਈਚਾਰਾ ਗੱਲਾਂ ਕਰਦੇ ਹੋ ਤੁਸੀਂ WhatsApp? ਮਹਾਰਾਜ ਬੇਨਤੀ ਸੁਣਿਓ, ਤੁਹਾਡਾ ਤਾਂ ਇੰਨਾ ਔਖਾ ਨਾ, ਮੈਨੂੰ ਅੱਗੇ ਨਹੀਂ ਆਉਂਦਾ, ਹੁਣ ਤਰਸ ਆਉਂਦਾ। ਉਹਦਾ ਕਾਰਨ ਦੱਸਦਾ। ਅਸੀਂ ਆਮ ਲੋਕ ਆ, ਅਸੀਂ ਤਾਂ ਜਿੱਥੇ ਬਹਿ ਗਿਆ, ਜੇ ਗੁਆਂਢੀ ਉੱਥੇ ਗੰਨਾ ਚੁੱਪਦਾ ਆ, ਉਹਨੇ ਗੰਨਾ ਭੰਨ ਕੇ ਅੱਧਾ ਫੜਾ ਦੇਣਾ। ਜੇ ਕੋਈ ਜੇਬ ਦੇ ਵਿੱਚ ਮੂੰਗਫਲੀ ਦੀਆਂ 4 ਦਾਣੇ ਉਹਨੇ ਪਾਏ, ਉਹਨੇ 2 ਤੁਹਾਡੇ ਆ ਤਲੀ ਤੇ ਧਰ ਦੇਣੇ ਆ। ਜੇ ਪਿੰਡ ਦੇ ਆਮ ਬੰਦਾ ਤਾਂ ਇੰਨਾ ਸੌਖਾ ਪੰਜਾਬ 'ਚ, ਉਹਨੂੰ ਭੁੱਖ ਲੱਗੀ ਆ, ਉਹਨੇ ਕੁਛ ਵੀ ਚੀਜ਼ ਆ, ਉਹ ਪਿੰਡ ਦੇ ਉੱਪਰ ਦੀ ਇੱਕ ਵਾਰੀ ਗੇੜਾ ਮਾਰੇ, 1 ਘੰਟੇ ਬਾਅਦ ਉਹਨੇ ਪਿੰਡ ਦੇ ਉੱਪਰ ਦੀ ਗੇੜਾ ਮਾਰ ਘਰ ਆਉਣਾ। ਜਾਂ ਉਹ ਭੁੱਖ ਦਾ ਨਾਮੋ ਨਿਸ਼ਾਨ ਨਹੀਂ ਹੋ, ਕਿਸੇ ਨੇ ਕਿਨੇ ਹੱਕ ਮਾਰ ਕੇ ਕਹਿਣਾ ਜਾਂ ਚਾਹ ਦਾ ਕੱਪ ਪੀ ਕੇ ਜਾਇਓ, ਜੇ ਰੋਟੀ ਕਿਤੇ ਪੱਕਦੀ ਆ ਤਾਂ ਉਹਨੇ ਕਹਿਣਾ ਤੂੰ ਖਾ ਕੇ ਜਾਇਓ। ਇਹ ਗੱਲ ਪੱਕੀ। ਨਹੀਂ ਦੇਖੋ, ਮੈਂ ਮੰਨਦਾ ਵੀ ਕੁਝ ਕਮਜ਼ੋਰੀਆਂ ਅਜੇ ਸਾਡੇ 'ਚ ਰਹਿ ਗਈਆਂ ਜਿਹਦਾ ਕਰਕੇ ਅਜੇ ਤੁਹਾਨੂੰ ਪਿੰਡ ਦਾ ਗੇੜਾ ਮਾਰਨ ਤੇ ਚਾਹ ਮਿਲ ਜਾਂਦੀ ਆ ਜੀ। ਪਰ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ। ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਪਹਿਲਾਂ ਵਾਲਾ ਭਾਈਚਾਰਾ ਰਹਿ ਗਿਆ। ਵੇਖੋ ਕੋਰਟ ਕਚਹਿਰੀਆਂ 'ਚ ਅੱਜ ਦੀ ਡੇਟ 'ਚ ਭਰਾਵਾਂ ਦੇ ਕੇਸ ਅਸੀਂ ਚਲਵਾਤੇ। ਠੀਕ ਹੈ। ਉਦੋਂ ਬਾਅਦ ਵੀ ਜੇ ਪਾਰਟੀ ਇੱਧਰ ਉੱਧਰ, ਉਹ ਗੱਲ ਵੱਖਰੀ। ਸਾਡੇ ਟੱਬਰ 'ਚੋਂ ਭਾਵੇਂ ਜੇ 4 ਜੀ ਆ ਤੇ ਅਲੱਗ-ਅਲੱਗ ਪਾਰਟੀਆਂ 'ਚ ਅਸੀਂ ਰਹੀ ਜਾਈਏ ਤੇ ਸਾਡਾ ਫਿਰ ਵੀ ਸੈੱਟ ਆ। ਜੇ ਵੋਟਾਂ ਤੁਸੀਂ ਇੱਧਰ ਉੱਧਰ ਪਾ ਲੀਆਂ ਤੇ ਉਦੋਂ ਬਾਅਦ ਸਾਰੀ ਉਮਰ ਅਗਲੇ ਦੇ ਮੰਗਣੇ, ਵਿਆਹ, ਜੰਮਣੇ, ਮਰਨੇ ਕਿਤੇ ਨਹੀਂ ਜਾਣਾ, ਕਿਉਂਕਿ ਸਾਡੇ ਨਾਲ ਇਹਨਾਂ ਦੀ ਲੱਗਦੀ ਹੈ। ਇੰਨਾ ਕੁ ਅਸੀਂ ਕਰਨ 'ਚ ਕਾਮਯਾਬ ਹੋਏ ਕਿ ਨਹੀਂ? ਇਸ ਤਰੱਕੀ ਨੂੰ ਤੇ ਐਕਸੈਪਟ ਕਰਨਾ ਪਊਗਾ ਤੁਹਾਨੂੰ। ਅਸੀਂ ਮੰਨਦੇ ਹਾਂ ਜਿਹੜੇ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ, ਤੁਹਾਡੇ ਵਰਗੀਆਂ ਘੁੱਟਮੀਆਂ ਪਜਾਮੀਆਂ ਪਾਉਂਦੇ ਆ, ਤੁਹਾਡੀਆਂ ਗੱਡੀਆਂ ਤੇ ਚੜ੍ਹਦੇ ਆ, ਤੁਹਾਡੀਆਂ ਰੈਲੀਆਂ ਜਾ ਕੇ ਮਾੜੇ ਮੋਟੇ ਲਲਕਰੇ ਮਾਰਦੇ ਆ, ਤੇ ਉਹ 2.5 ਲੱਖ 'ਚੋਂ 5,000 ਹੀ ਹੁੰਦਾ ਹੈ। ਉਹ ਕਰਦਾ ਹੋਗੇ ਤਾਂ ਮੈਂ 2 ਉਦਾਹਰਨਾਂ ਤੁਹਾਨੂੰ ਦੇ ਦਿੰਦਾ। ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨੀ ਬੜੀਆਂ ਰੌਲੇ ਰੱਪੇ ਪਏ ਸੀ ਨਾ, ਕਿ ਇੱਕ ਮੁੰਡਾ ਕਿਸੇ ਬਾਹਰਲੇ ਸੂਬੇ ਦੇ ਬੰਦੇ ਨੂੰ ਕਹਿੰਦਾ ਸੀ ਕਿ ਹੋਟਲ ਦਾ ਕਮਰਾ ਲੈਣਾ, ਉੱਥੇ ਲੜਕੀਆਂ ਹੋਣਗੀਆਂ ਜੇ ਉਹ। ਸੰਧਾਲੀਆ ਸਾਹਿਬ, ਉਹ ਮੈਨੂੰ ਨਹੀਂ ਪਤਾ ਉਹ ਤੁਹਾਡੇ ਵਾਲਾ ਬੰਦਾ ਸੀ ਉਹ ਕੋਈ, ਜਾਂ ਤੁਹਾਡੇ ਬੰਦਿਆਂ ਦਾ ਬੰਦਾ ਸੀ ਉਹ ਕੋਈ। ਹੁਣ ਤੁਸੀਂ ਦੇਖੋ ਕਿ ਉੱਥੇ ਇੱਕ ਬੰਦਾ ਰਮਾਲ ਵੇਚਦੇ ਹੁੰਦੇ ਨਾ, ਜਿਹੜਾ ਵਿਰਾਸਤੀ ਮਾਰਗ ਬਣਾਇਆ ਉੱਥੇ, ਉਹ ਬੰਦਾ ਉੱਥੇ ਰਮਾਲ ਵੇਚੀ ਜਾਂਦਾ। ਅਚਾਨਕ ਉਹਨੂੰ ਇੱਕ ਐਂਡਰੋਇਡ ਫੋਨ ਲੱਭਾ। ਹੁਣ ਜਿਹੜਾ ਬੰਦਾ ਲਿਫਾਫੇ ਦੇ ਵਿੱਚ 50 ਰਮਾਲ ਰੱਖ ਕੇ ਵੇਚਦਾ ਕਿ ਭਾਈ ਆ ਰਮਾਲ ਲੈ ਲਓ 10 ਦਾ 20 ਦਾ, ਉਹਨੂੰ 4 ਬਚਣਗੇ, 5 ਬਚਣਗੇ ਵਿੱਚੋਂ। ਉਹਨੇ ਟੱਬਰ ਦਾ ਢਿੱਡ ਉੱਤੋਂ ਭਰਨਾ, ਆਰਥਿਕ ਤੌਰ ਦੇ ਉੱਤੇ ਕਮਜ਼ੋਰੀ ਹੋਊਗਾ। ਮੈਨੂੰ ਇਹ ਲੱਗਦਾ ਸੀ ਕਿ ਤੁਹਾਡੇ ਲਈ ਇਹ ਬਹੁਤ ਜ਼ਿਆਦਾ ਸਮਝਣ ਵਾਲੀ ਗੱਲ ਹੈ ਕਿ ਪੰਜਾਬੀ ਹੁਣ ਤੁਹਾਡੇ ਕਹਿ ਦੇ ਉੱਤੇ ਨਹੀਂ ਚੱਲਣੇ। ਉਹ ਬੰਦੇ ਨੇ ਫੋਨ ਫੜਿਆ, ਫੋਨ ਉਹ ਵੇਚਣ ਨਹੀਂ ਗਿਆ, ਫੋਨ ਲੈ ਕੇ ਉਹ ਰਫੂ ਚੱਕਰ ਨਹੀਂ ਹੋ ਗਿਆ। ਉਹਨੇ ਉਡੀਕ ਕੀਤੀ ਕਿ ਭਾਈ ਕਿਸੇ ਬੰਦੇ ਦਾ ਟੈਲੀਫੋਨ ਆਊਗਾ ਤਾਂ ਫਿਰ ਦੇਖਦੇ ਹਾਂ। ਉਹ ਸੀ ਪੰਜਾਬੋਂ ਬਾਹਰਲੇ ਬੰਦੇ, ਗੈਰ ਪੰਜਾਬੀ ਬੰਦੇ, ਗੈਰ ਸਿੱਖ ਬੰਦੇ, ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਸੀ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ ਹੋਇਆ ਕਿ ਉਹ ਜਦੋਂ ਉਹਨਾਂ ਨੂੰ ਕਿਤੇ ਗਾਂਹ ਜਾ ਕੇ ਪਤਾ ਲੱਗਾ, ਹੋਇਆ ਕਿ ਉਹ ਬੀਬੀ ਤੀਵੀਂ ਆਦਮੀ ਸੀਗੇ, ਮਰਦ ਔਰਤ, ਪਤੀ ਪਤਨੀ। ਉਹਨੇ ਜਦੋਂ ਖੋਲਿਆ ਪਰਸ ਜਿਹਾ ਆਪਣਾ ਕਿਸੇ ਕੰਮ ਦੇ ਲਈ, ਤਾਂ ਫੋਨ ਡਿੱਗ ਪਿਆ ਵਿੱਚੋਂ। ਨਹੀਂ ਪਤਾ ਲੱਗਾ, ਸੰਗਤ ਦੀ ਰੌਣਕ ਕਾਫੀ ਹੁੰਦੀ ਹੈ, ਉਹਦੇ ਹੱਥ ਆ ਗਿਆ। ਤੇ ਜਦੋਂ ਗਾਹਾਂ ਜਾ ਕੇ ਪਤਾ ਲੱਗਾ, ਉਹਨਾਂ ਨੇ ਦੂਸਰੇ ਫੋਨ ਤੋਂ ਫੋਨ ਕੀਤਾ। ਉਹ ਕਹਿੰਦਾ ਜੀ ਮੈਂ ਇੱਥੇ ਖੜਾ, ਮੈਂ ਇੱਦੇ ਦਾ ਕਰਕੇ ਮਾਲ ਵੇਚਦਾ ਇੱਥੇ, ਤੁਸੀਂ ਇਸ ਦੁਕਾਨ ਦੇ ਕੋਲ ਆ ਕੇ ਤਾਂ ਆਪਣਾ ਮੋਬਾਈਲ ਲੈ ਲਓ। ਤੇ ਸੰਧਾਲੀਆ ਸਾਹਿਬ ਜਦੋਂ ਉਸ ਬੀਬੀ ਨੂੰ ਫੋਨ ਵਾਪਸ ਕੀਤਾ, ਪਹਿਲੇ ਸ਼ਬਦ ਉਹਦੇ ਮੂੰਹੋਂ ਪਤਾ ਕੀ ਨਿਕਲੇ? ਪੰਜਾਬੀ ਬਹੁਤ ਇਮਾਨਦਾਰ ਹੁੰਦੇ ਆ। ਹੁਣ ਮੈਂ ਤਾਂ ਕਹਿੰਦਾ ਕਿ ਤੁਸੀਂ ਲੱਖ ਜ਼ੋਰ ਲਾ ਲਓ, ਤੁਸੀਂ ਸਾਨੂੰ SYL ਤੇ ਲੜਾਓ, ਤੁਸੀਂ ਸਾਨੂੰ ਭਾਸ਼ਾ ਤੇ ਲੜਾਓ, ਤੁਸੀਂ ਸਾਨੂੰ ਧਰਮ ਤੇ ਲੜਾਓ, ਤੁਸੀਂ ਸਾਨੂੰ ਜ਼ਾਤ ਦੇ ਮੁੱਦੇ ਦੇ ਉੱਤੇ ਕਿਸੇ ਮੁੱਦੇ ਤੇ ਲੜਾਓ, ਲੜਾਈ ਜਾਓ। ਪਰ ਜਿੰਨੀ ਦੇਰ ਆ ਜਿਹੜਾ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਦੇ ਉੱਤੇ 2-2 4-4 ਰੁਪਈਏ ਕਿਰਤ ਕਰਕੇ ਇਕੱਠੇ ਕਰਕੇ ਟੱਬਰ ਦਾ ਢਿੱਡ ਭਰਦਾ, ਜਦੋਂ ਤੱਕ ਅਸੀਂ ਇਦਾਂ ਦੇ ਲੋਕ ਹੈਗੇ ਆ, ਉਨੀ ਦੇਰ ਤੁਹਾਡੇ ਢਿੱਡ ਤਾਂ ਵੱਧ ਸਕਦੇ ਆ, ਸਾਡੇ 'ਚ ਪਾੜ ਨਹੀਂ ਵੱਧ ਸਕਦਾ। ਚਲੋ
ਚੰਗੀ ਗੱਲ ਹੈ। ਮੈਂ ਤੇ ਕਿਹਾ ਵੀ ਕੁਝ ਸਾਡੇ ਵਾਲਿਆਂ 'ਚ ਕਮਜ਼ੋਰੀ ਰਹਿ ਗਈ ਹੈ ਆ ਜਿਹੜਾ ਪੈਰ ਤੇ ਮੁਕਰਨ ਵਾਲੀ ਗੱਲ ਨਾ, ਅਜੇ ਇਦਾਂ ਦੇ ਬੰਦੇ ਬਚ ਗਏ ਨੇ ਹੈਨਾ। ਇਹਨਾਂ ਦਾ ਕਰਕੇ ਪੰਜਾਬ ਅਜੇ ਬਚਿਆ ਜਾਂਦਾ। ਠੀਕ ਹੈ, ਕੋਈ ਗੱਲ ਨਹੀਂ, ਥੋੜਾ ਸਮਾਂ ਹੋਰ ਲੱਗੇਗਾ ਜੇ, ਫਿਰ ਤਰੱਕੀ ਕਰਾ ਦੇਾਂਗੇ, ਕਿਉਂਕਿ ਜੱਗੇ ਤੇ ਵਾਹਵਾ ਹੋ ਗਈ ਹੈ। ਜਿਹੜੀ ਰਹਿੰਦੀ ਖੁੰਦੀ ਉਹ ਵੀ ਐ ਖੂੰਜਾਂ ਵੇਥਾਂ ਤੱਕ ਜਦੋਂ ਤਰੱਕੀ ਇੱਕ ਵਾਰ ਪਹੁੰਚਾ ਦੇਾਂਗੇ, ਫਿਰ ਤੁਸੀਂ ਕਹਿਣਾ ਵੀ ਹਾਂ ਹੁਣ ਵੀ ਪੰਜਾਬ ਤਰੱਕੀ ਕਰ ਗਿਆ। ਇੱਕ ਮੈਂ ਤੁਹਾਡੇ ਔਖ ਦੀ ਗੱਲ ਜਿਹੜੇ ਕਰਕੇ ਤਰਸ ਆਉਂਦਾ, ਸਾਡੇ ਤੇ ਤਰਸ ਨਹੀਂ ਕਰਨਾ। ਨਹੀਂ ਸਾਰਿਆਂ ਨੂੰ ਆਉਣਾ, ਸਾਰੇ ਟੱਬਰ ਨੂੰ। ਮੇਰੀ ਗੱਲ ਸੁਣ ਲਓ, ਸਾਡੇ ਨਾਲ ਤਰਸ ਬਿਲਕੁਲ ਨਹੀਂ ਕਰਨਾ, ਸਾਡੇ ਨਾਲ ਹਮਦਰਦੀ ਬਿਲਕੁਲ ਨਹੀਂ ਕਰਨੀ। ਸਾਡੇ ਨਾਲ ਸਿਰਫ ਇੱਕ ਕੰਮ ਕਰਨਾ ਜੀ, ਵੋਟ ਜ਼ਰੂਰ ਪਾਉਣੀ, ਬਾਕੀ ਸਾਡੇ ਤੇ ਰਹਿਣ ਦਿਓ। ਬਾਕੀ ਸਾਡੇ ਤੇ ਰਹਿਣ ਦਿਓ। ਹੁਣ ਹੁੰਦਾ ਕੀ, ਅੱਗੇ ਸੀ ਲੀਡਰ ਨੇ ਇਲੈਕਸ਼ਨ ਦੇ ਲਾਗੇ ਜਾਣਾ, ਪਿੰਡ ਦਾ ਇੱਕ ਚੌਧਰੀ ਹੁੰਦਾ ਸੀ, ਉਹਨੂੰ ਜਾ ਕੇ ਕਹਿਣਾ ਚੌਧਰੀ ਸਾਹਿਬ ਕੀ ਹਾਲ ਚਾਲ ਨੇ, ਚੌਧਰੀ ਦੇ ਮਗਰ ਵੋਟਾਂ ਪੈ ਜਾਣੀਆਂ। ਅੱਗੇ ਹੁੰਦਾ ਸੀ ਕਿ ਕਿਤੇ ਸਾਲ 'ਚ ਕੀ 2 ਸਾਲ ਹੀ ਇੱਕ ਅੱਧੀ ਰੈਲੀ ਹੋਣੀ, ਉੱਥੇ 4 ਬੰਦੇ ਇਕੱਠੇ ਕਰ ਰਹੇ ਆ। ਬਿਲਕੁਲ ਨਹੀਂ ਸੀ ਪਤਾ ਲੱਗਦਾ ਕਿ ਪਠਾਨਕੋਟ ਵਾਲੀ ਰੈਲੀ 'ਚ ਇਕੱਠ ਕਿੰਨਾ, ਗੁਰਦਾਸਪੁਰ ਵਾਲੀ ਦੇ ਵਿੱਚ ਕਿੰਨਾ, ਸ਼੍ਰੀ ਮੁਕਤਸਰ ਸਾਹਿਬ ਵਾਲੀ ਰੈਲੀ 'ਚ ਕਿੰਨਾ, ਤੇ ਸੰਗਰੂਰ ਪਟਿਆਲੇ ਵਾਲੀ ਰੈਲੀ 'ਚ ਇਕੱਠ ਕਿੰਨਾ। ਉਦੋਂ ਆਪਣਾ ਹੀ ਪਤਾ ਹੁੰਦਾ, ਬੰਦਾ ਜਿੱਥੇ ਜਾਂਦਾ ਉਹ ਇਕੱਠ, ਕਿਤੇ ਉਹ ਲੋਹੜੇ ਦਾ ਇਕੱਠ, ਇਹ ਵੀ ਨਹੀਂ ਸੀ ਪਤਾ ਲੱਗਦਾ ਕਿ ਦੂਸਰੇ ਦਿਨ ਦੂਸਰੀ ਪਾਰਟੀ ਦੀ ਰੈਲੀ 'ਚ ਇਕੱਠ ਕਿੰਨਾ ਹੋਇਆ। ਹੁਣ ਤੁਹਾਡੇ ਲਈ ਪਤਾ ਕਿੰਨਾ ਔਖਾ। ਹੁਣ ਪਿੰਡ ਦਾ ਕੋਈ ਚੌਧਰੀ ਨਹੀਂ, ਹੁਣ ਤਾਂ ਘਰ ਦਾ ਵੀ ਕੋਈ ਚੌਧਰੀ ਨਹੀਂ। ਜਿਹੜੇ ਪਿੰਡ ਦੇ ਵਿੱਚ 200 ਘਰ ਅੱਗੇ ਤੁਸੀਂ ਸੁਣਿਆ ਸੀ ਕਦੇ ਡੋਰ ਟੂ ਡੋਰ ਪ੍ਰਚਾਰ ਕਰਨਾ ਪੈਂਦਾ? ਉਦੋਂ ਇੱਕ ਚੌਧਰੀ ਸਾਹਿਬ ਦੇ ਘਰੇ ਜਾਣਾ, ਉਹਨਾਂ ਕਹਿੰਦਾ ਕੋਈ ਗੱਲ ਹੀ ਨਹੀਂ, ਠੀਕ ਆ 5-7 ਬੰਦੇ ਇਹੀ ਹੈ, ਇਹਨਾਂ ਦੇ ਮਗਰ ਹੀ ਨੇ ਵੋਟਾਂ, ਇਹਦੇ ਭਾਈਚਾਰੇ ਦੀਆਂ, ਇਹਦੇ ਮਹੱਲੇ ਦੀਆਂ, ਇਹਦੇ ਪਿੱਛੇ। ਉਹ 4-5 ਬੰਦਿਆਂ ਨਾਲ ਗੱਲਬਾਤ ਕਰਕੇ ਚਾਹ ਦਾ ਕੱਪ ਖੜਕਾ ਕੇ ਤਾਂ ਆ ਜਾਣਾ ਤੇ ਵੋਟਾਂ ਪੈ ਜਾਣੀਆਂ। ਹੁਣ ਤੁਹਾਨੂੰ ਡੋਰ ਟੂ ਡੋਰ ਪ੍ਰਚਾਰ ਕਰਨਾ ਪੈਂਦਾ, ਤੁਹਾਡੀਆਂ ਜੁੱਤੀਆਂ ਘਸ ਜਾਂਦੀਆਂ, ਬੁੱਤੀਆਂ ਕਰਦਿਆਂ ਦੀਆਂ, ਨਿੱਕੇ ਨਿੱਕੇ ਨਿਆਣਿਆਂ ਦੀਆਂ ਗੱਲਾਂ, ਉਈ ਕਿਤਨਾ ਗੁਗਲੂ ਸਾ ਹੈ, ਮਾਈ ਬੀਬੀ ਚਾਚੀ ਤਾਈ ਭੂਆ ਮਾਸੀ ਪਤਾ ਨਹੀਂ ਕੀ ਕੀ ਕਹਿ ਕੇ ਕੋਈ ਬੀਬੀ ਉੱਥੇ ਪਾਥੀਆਂ ਪੱਥਦੀ ਆ, ਤੁਹਾਨੂੰ ਉਹਦੇ ਕੋਲ ਵੀ ਘਾਹ ਦੇ ਵਿੱਚ ਦੀ ਜਾਣਾ ਪੈਂਦਾ। ਕੋਈ ਬੰਦਾ ਉਹ ਪਰਲੇ ਪਾਸੇ ਖੇਤ ਦੇ ਵਿੱਚ ਕੱਦੂ ਕਰੀ ਜਾਂਦਾ, ਤੁਸੀਂ ਬੱਟੋ ਬੱਟ ਹੋਏ ਫਿਰਦੇ ਹੁੰਦੇ ਆ। ਦੂਸਰਾ, ਫਿਰ ਤੁਹਾਨੂੰ ਹੁਣ ਗਿਣਤੀ ਕਰਾਉਣੀ ਪੈਂਦੀ ਹੈ। ਤੁਹਾਡਾ ਕੋਈ ਲੀਡਰ ਆਵੇ, ਤੁਹਾਨੂੰ ਕੋਟਾ ਲੱਗਦਾ ਹੈ ਕਿ ਤੁਸੀਂ 20 ਬੱਸਾਂ ਲੈ ਕੇ ਮਾਝੇ ਵਾਲੇ ਨੂੰ ਮਾਲਵੇ ਸੱਦ ਲੈਂਦੇ ਆ, ਮਾਲਵੇ ਵਾਲੇ ਨੂੰ ਦੁਆਬੇ ਸੱਦ ਲੈਂਦੇ ਆ, ਦੁਆਬੇ ਵਾਲੇ ਨੂੰ ਮਾਝੇ ਤੇ ਮਾਲਵੇ ਦੋਨੇ ਪਾਸੇ ਸੱਦ ਲੈਂਦੇ ਆ। ਤੁਸੀਂ ਪਹਿਲਾਂ ਲੋਕਾਂ ਦੀਆਂ ਮਿੰਨਤਾਂ ਕਰਦੇ ਹੋ, ਫਿਰ ਤੁਸੀਂ ਬੱਸਾਂ ਕਿਰਾਏ ਤੇ ਲੈਂਦੇ ਹੋ, ਫਿਰ ਤੁਸੀਂ ਤੇਲ ਪਵਾਉਂਦੇ ਹੋ, ਕਦੇ ਕਦੇ ਲੋਕਾਂ 'ਚ ਵੀ ਤੇਲ ਪਾਉਂਦੇ ਹੋ ਮੁੜ ਕੇ, ਫਿਰ ਜਾ ਕੇ ਉੱਥੇ ਬੋਰਡ ਲਵਾ ਕੇ ਫਿਰ ਕਹਿੰਦੇ ਹੋ ਜੀ ਆਹ ਬੰਦੇ ਸਾਡੇ ਸੀ, ਉਹ ਮੋਰੇ 1 ਘੰਟੇ ਠੀਕ ਹੈ ਅੱਛਾ ਅਗਲੀ ਵਾਰ ਇਸੇ ਬਿਹਤਰ ਕਰਨਾ ਹੈ, ਇੰਨਾ ਕੀ ਕਹਿੰਦੇ। ਫਿਰ ਤੁਸੀਂ ਮੇਰੀ ਬੇਨਤੀ ਸੁਣ ਲਿਓ, ਨਾ ਫਿਰ ਤੁਸੀਂ ਦਿੱਲੀ ਨੂੰ ਭੱਜਦੇ ਹੋ, ਉੱਥੇ ਜਾ ਕੇ ਦਰਵਾਜ਼ਾ ਖੁੱਲਦਾ ਕਦੋਂ ਪ੍ਰਧਾਨ ਸਾਹਿਬ ਦਾ 3-3 4-4 ਦਿਨ ਉਡੀਕਦੇ ਰਹਿੰਦੇ ਹੋ। ਜਿਹੜਾ ਬੰਦਾ ਦਿੱਲੀ 'ਚ ਪ੍ਰਧਾਨ ਦੇ ਨੇੜੇ ਹੁੰਦਾ, ਪਹਿਲਾਂ ਉਹਦੀਆਂ ਮਿੰਨਤਾਂ ਕਰਦੇ ਹੋ, ਉਹਨੂੰ ਤੋਹਫੇ ਦਿੰਦੇ ਹੋ ਕਿ ਕਰੀ ਪ੍ਰਧਾਨ ਸਾਹਿਬ ਨਾਲ ਮਿਲਾ ਕੇ ਟਿਕਟ ਪੱਕੀ ਕਰਾ ਦਿਓ, ਜੇ ਤਾਂ ਮਿਲ ਜਾਵੇ ਟਿਕਟ ਫਿਰ ਸਾਡੀਆਂ ਮਿੰਨਤਾਂ ਕਰਦੇ ਹੋ, ਜੇ ਨਾ ਮਿਲੇ ਟਿਕਟ ਤਾਂ ਫਿਰ ਬਗਾਵਤ ਕਰਦੇ ਹੋ। ਇੰਨਾ ਕੁਝ ਦੱਸਣ ਲੱਗਿਆ ਪਰਮਵੀਰ, ਤੈਨੂੰ ਤਰਸ ਨਾ ਆਇਆ ਸਾਡੇ ਤੇ? ਇੰਨਾ ਕੁਝ ਅਸੀਂ ਕਰਦੇ ਫਿਰ ਵੀ ਲੋਕ ਸਾਨੂੰ ਮਾੜਾ ਕਹਿੰਦੇ। ਯਾਰ ਕੋਈ ਆਮ ਬੰਦਾ ਕਰ ਸਕਦਾ ਇੰਨਾ ਕੁਝ? ਲੋਕਾਂ ਕੋਲੋਂ ਗਾਲਾਂ ਲੈਣੀਆਂ, ਲੋਕਾਂ ਦੇ ਲਿਬੜੇ ਨਿਆਣੇ ਚੁੱਕਣੇ ਹੈ। ਉਸ ਬਾਪੂ ਦੇ ਜਾ ਕੇ ਪੈਰੀਂ ਹੱਥ ਲਾਈਦਾ ਜਿਹੜਾ ਬਾਪੂ ਧੜੀ ਧੜੀ ਦੀਆਂ ਗਾਲਾਂ ਕੱਢਦਾ। ਉਹ ਤੰਗ ਆਪਣੇ ਨਿਆਣਾ ਦਾ ਹੁੰਦਾ, ਦਿਵਾਲੇ ਸਾਡੇ ਹੋ ਜਾਂਦਾ। ਮਾਤਾ ਗੋਹੇ ਦੀ ਲਿਬੜੀ ਹੁੰਦੀ, ਫਿਰ ਵੀ ਉਹਨੂੰ ਜਾ ਕੇ ਜੱਫੀ ਪੈਦੀ, ਮਾਤਾ ਤੂੰ ਹੀ ਆ ਬਸ ਸਾਡੀ ਮਾਈ ਬਾਪ। ਇੰਨਾ ਕੁਛ ਕਰਦੇ ਆ, ਫਿਰ ਕੀ ਹੋ ਗਿਆ ਜੇ ਥੋੜਾ ਬਹੁਤ ਖਾ ਲਈਦਾ? ਫਿਰ ਕੀ ਹੋ ਗਿਆ ਜੇ ਇੱਕ ਅੱਧੀ ਗ੍ਰਾਂਟ ਹਜਮ ਕਰ ਜਾਈਦੀ? 2-4 ਪੁਲ, 5-7 ਸੜਕਾਂ, ਇੰਨੀ ਕਿੱਡੀ ਗੱਲਾਂ ਚ ਗੱਲ ਹੈ। 2-4 ਦੇ ਕੋਨੇ 'ਚ ਲੱਗ ਜਾਂਦੀਆਂ। ਉਹੀ ਕਹਿੰਦਾ 2-4 ਫੈਕਟਰੀਆਂ, ਥੋੜੇ ਜਿਹੇ ਕਾਰੋਬਾਰ, ਇੰਨਾ ਕਿ ਤੁਸੀਂ ਡਿਜ਼ਰਵ ਕਰਦੇ ਆ ਨਾ। ਨਾਲੇ ਵੱਧ ਤੋਂ ਵੱਧ ਉਹਦੇ ਵਿੱਚ ਬਦਲੇ 'ਚ ਤੁਹਾਨੂੰ ਦੇਖੋ ਕਿੰਨਾ ਕੁਛ ਦੇਈਦਾ, ਪਰਚੇ ਤੁਹਾਨੂੰ ਦੇਈਦੇ ਵੰਨ-ਸਵੰਨੇ, ਜੇ ਤੂੰ ਮਰਜ਼ੀ ਕਰਾ ਲਓ। ਅੱਜ ਇੱਕ ਬੰਦਾ ਆ ਗਿਆ, ਉਹਨੇ ਰੋਣਾ ਜਿਹਾ ਮੂੰਹ ਬਣਾ ਕੇ ਕਹਿਣਾ ਅਸੀਂ ਮਾਰੇ ਗਏ ਹਜ਼ੂਰ ਬਾਈ ਮਾਫ ਸਾਡਾ ਸੋਚੋ, ਨਾਲ ਹੀ ਠੰਡਦਾਰ ਨੂੰ ਫੋਨ ਦੂਜੀ ਧਿਰ ਤੇ ਪਰਚਾ। ਉਹਨੇ ਆਣ ਕੇ ਚਰਨਾਂ 'ਚ ਡਿੱਗ ਪੈਣਾ, ਉਹਨੇ ਕਿਹਾ ਸਾਡਾ ਕੁਛ ਕਰੋ, ਫੇਰ ਆਈ ਨਾ। ਇਹ ਸਾਰਾ ਕੁਛ ਕਰਦੇ ਆ, ਦੇਖੋ ਤੁਹਾਨੂੰ ਤਰਸ ਤੇ ਆਉਣਾ ਚਾਹੀਦਾ ਨਾ ਵੀ ਇੰਨੀ ਮਿਹਨਤ ਕਰਦੇ। ਨਹੀਂ ਸੰਧਾਲੀਆ ਸਾਹਿਬ ਬਹੁਤ ਤਰਸ ਆਉਂਦਾ ਇਹਦੇ ਵਿੱਚ। ਇਹ ਜੇ ਨਾ ਕਰੀਏ ਨਾ, ਇਹ ਦੇਸ਼ ਦਾ ਕੁਛ ਨਾ ਬਣੇ। ਇਹ ਅਸੀਂ ਲਈ ਫਿਰਦੇ ਇਹਨੂੰ, ਦੇਸ਼ ਨੂੰ। ਦੇਖੋ ਜੇ ਤੁਸੀਂ ਦੇਖੋ ਵੀ ਆ ਅਸੀਂ ਨਾ, ਮੈਨੂੰ ਲੱਗਦਾ ਦੇਸ਼ ਤੁਹਾਨੂੰ ਢੋਈ ਜਾਂਦਾ, ਤੁਹਾਡਾ ਭਾਰ ਚੱਕੀ ਜਾਂਦਾ। ਫਿਰ ਉਹੀ ਗੱਲਾਂ ਕਈ ਤੁਹਾਡਾ ਕੰਮ ਤਾਂ ਤੁਸੀਂ ਹੁਣ ਦੇਸ਼ ਲਈ ਪਤਾ ਕਿੱਦਾਂ ਦੇ ਹੋ, ਜਿਹਦੇ ਡਾਲੇ ਤੇ ਲੱਤਾਂ ਲਮਕਾ ਕੇ ਬੈਠੇ ਹੁੰਦੇ, ਕਿਸੇ ਦਾ ਕਹਿਣਾ ਨਹੀਂ ਮੰਨਣਾ, ਸੱਟ ਦਾ ਉਹਨਾਂ ਦੇ ਰੌਲਾ ਹੋਣਾ। ਜੇ ਕਿਤੇ ਕਿਸੇ ਨਾਲ ਆਂਢੀਆਂ ਗੁਆਂਢੀਆਂ ਲੜਾਈ ਹੋਈ ਕਿ ਭਾਈ ਪਿਛਲੇ ਟਰੈਕਟਰ ਵਾਲੇ ਦੇ ਬੱਟਾ ਮਾਰ ਦਿੱਤਾ, ਉਹਨਾਂ ਨੇ ਮਾਰਨਾ। ਤੁਹਾਡੀ ਹਾਲਤ, ਤੁਸੀਂ ਦੇਸ਼ ਲਈ ਡਾਲੇ ਤੇ ਲੱਤਾਂ ਲਮਕਾ ਕੇ ਬੈਠੇ ਨਿਆਣੇ ਵਰਗੇ ਹੀ ਆ ਸਾਡੇ ਲਈ। ਪਰ ਤੁਸੀਂ ਵੇਖੋ ਉਹਦੇ ਬਿਨਾ ਮੇਲਾ ਵੀ ਹੈ ਨਹੀਂ ਨਾ। ਜੇ ਮੰਨ ਲਓ ਟਰਾਲੀ ਤੇ ਉਹ ਨਿਆਣੇ ਨਾ ਹੋਣ, ਫਿਰ ਕਿੰਨੇ ਵੇਖਣਾ ਮੇਲਾ? ਉਸੇ ਤਰ੍ਹਾਂ ਦਾ ਭਾਰਤੀ ਲੋਕਤੰਤਰ ਹੈ। ਸਾਡੇ ਬਿਨਾ ਲੋਕਤੰਤਰ, ਇਧਰ ਤੁਸੀਂ ਦੇਖ ਲਾ, ਬਾਹਰਲੇ ਮੁਲਕਾਂ 'ਚ ਤੁਸੀਂ ਦੇਖਦੇ ਆ, ਲੋਕ ਨਹੀਂ ਇਹਨਾਂ ਰੈਲੀਆਂ 'ਚ ਆਉਂਦੇ, ਲੋਕ ਨਹੀਂ ਇਦਾਂ ਮਤਲਬ ਉਹ ਵੋਟਾਂ ਪਾਉਣ ਆਉਂਦੇ। ਲੋਕਾਂ 'ਚ ਉਨੀ ਰੈਲੀਆਂ 'ਚ ਆ ਕੇ ਭਾਸ਼ਣ ਸੁਣਨ ਦੀ ਖਿੱਚ ਨਹੀਂ ਆ। ਆ ਤੇਲ ਨਾ ਗੱਡੀ 'ਚ ਪਾਉਣਾ ਪਵੇ, ਨਾ ਬੰਦੇ 'ਚ ਪਾਉਣਾ ਪਵੇ, ਕੋਈ ਮਜ਼ਾ ਥੋੜਾ ਆਉਂਦਾ। ਮੀਡੀਆ ਵਾਲੇ ਵਿਚਾਰੇ ਨਾ ਖਬਰਾਂ ਲੱਭਦੇ ਫਿਰਦੇ। ਯਾਰ ਕੋਈ ਖਬਰ ਤੇ ਆਵੇ, ਫਿਰ ਸਾਰਾ ਦਿਨ ਖਬਰ ਪਤਾ ਕੀ ਲੱਭਦੀ ਆ?
ਕੈਨੇਡਾ ਦੀ ਫਲਾਨੀ ਬੈਂਕ ਨੇ ਹੁਣ ਇੰਨੇ ਪ੍ਰਤੀਸ਼ਤ ਵਿਆਜ ਦਰਾਂ ਦੇ ਵਿੱਚ ਆ ਕੀਤਾ ਹੈ ਨਾ। ਉਹ ਜਰਾ ਬਾਪੂ ਟੈਲੀਵਿਜ਼ਨ ਲਾ ਕੇ ਬੈਠਾ ਹੁੰਦਾ, ਉਹ ਕਹਿੰਦਾ ਵੀ ਯਾਰ ਇਹ ਵਿਆਜ ਦਰਾਂ 'ਚ ਵਾਧਾ ਕਰਤਾ ਤੇ ਖੇਸਵਾ ਮੇਰੀ ਤਾਂ ਸਮਝ ਆਇਆ ਕੁਝ ਨਹੀਂ। ਇਹ ਦੱਸੋ ਵੀ ਪ੍ਰਧਾਨ ਮੰਤਰੀ ਨੇ ਕੀ ਕਿਹਾ, ਐਮਐਲਏ ਨੇ ਕੀ ਕਿਹਾ, ਅੱਗੋਂ ਮੰਤਰੀ ਕੀ ਬੋਲਿਆ, ਪ੍ਰਧਾਨ ਮੰਤਰੀ ਨੂੰ ਕਿਸੇ ਲੀਡਰ ਨੇ ਕੀ ਕਿਹਾ ਹੈ ਨਾ। ਉਹ 5-4 ਤਰ੍ਹਾਂ ਦੇ ਪਟਾਕੇ ਪਟੂਕੇ ਜਿਹੀ ਵਾਲੀਆਂ ਖਬਰਾਂ। ਵੇਖੋ ਇਹ ਸਾਡਾ ਕਰਕੇ ਤੁਹਾਡਾ ਮੀਡੀਆ ਵਾਲਿਆਂ ਦਾ ਤੋਰੀ ਫੁਲਕਾ ਚੱਲਦਾ, ਕੋਈ ਸਾਡਾ ਮਾਣ ਕਰਿਆ ਕਰੋ। ਤੁਹਾਡਾ ਇਜ਼ਤਮਾਨ ਤੇ ਤਰਸ ਤਿੰਨੇ ਚੀਜ਼ਾਂ ਨਾਲ ਨਾਲ ਕਰਦੇ। ਸੰਧਾਲੀਆ ਸਾਹਿਬ ਬਹੁਤ ਹੀ ਔਖਾ। ਹੁਣ ਤਾਂ ਇਹ ਵੀ ਨਹੀਂ ਹੈਗਾ ਕਿ ਲੀਡਰ ਰੈਲੀ ਤੇ ਆਉਂਦੇ, ਹੁਣ ਤਾਂ ਲੀਡਰ ਯਾਤਰਾ ਕਰਦੇ ਆ ਤੁਰ ਕੇ। ਤੁਸੀਂ ਉਹ ਘਰੇ ਪਾਣੀ ਦਾ ਗਲਾਸ ਚੱਕ ਕੇ ਪੀਓ ਨਾ ਪੀਓ, ਕਦੇ ਤੁਸੀਂ ਆਪ ਜੁੱਤੀ ਪਾਓ ਨਾ ਪਾਓ, ਤਸਮੇ ਕਦੇ ਆਪ ਬੰਨੇ ਹੋਣ ਨਾ ਹੋਣ, ਤੁਹਾਨੂੰ 20-25 ਕਿਲੋਮੀਟਰ ਲੀਡਰ ਦੇ ਨਾਲ ਤੁਰਨਾ ਹੀ ਪੈਂਦਾ। ਭਾਵੇਂ ਦੂਜੇ ਦਿਨ ਪਿੰਨੀਆਂ ਦੁਖਦੀਆਂ ਹੋਣ, ਖੱਲੀਆਂ ਤੁਹਾਡੇ ਪੈ ਜਾਣ, ਭਾਵੇਂ ਤੁਹਾਡੇ ਬੂਟ ਜਿਹੜੇ ਆ ਉਹ ਤੁਹਾਡੇ ਜਿਹੜੇ ਗਿੱਟੇ ਗੁੱਟੇ ਸਾਰਾ ਕੁਝ ਹੀ ਛਿੱਲ ਦੇਣ। ਇੱਥੋਂ ਤੱਕ ਇਹ ਵੀ ਹੋ ਸਕਦਾ ਕਿ ਜੇ ਤੁਸੀਂ ਤੁਰ ਵੀ ਤੋਂ ਸਿਕਿਉਰਿਟੀ ਵਾਲੇ ਤੁਹਾਨੂੰ ਹੀ ਧੱਕੇ ਮਾਰ ਦੇਣ। ਆ ਨਹੀਂ ਚਲੋ ਇਹ ਹੁਣ ਗੱਲਾਂ ਤੁਸੀਂ ਇਧਰ ਲੈਣ ਦੀਆਂ, ਹੁਣ ਆਪਾਂ ਖਬਰਾਂ ਵਾਲੇ ਪਾਸੇ ਆ ਜਾਓ। ਵਾਕਿਆ ਰਾਹੁਲ ਗਾਂਧੀ ਸਾਹਿਬ ਚਲੋ ਹੁਣ ਤੇ ਲੋਹੜੀ ਦੇ ਕਰਕੇ ਇੱਕ ਦਿਨ ਛੁੱਟੀ ਲਈ, ਜਾਂਦੇ ਜਾਂਦੇ ਧੰਨਵਾਦ ਲਓ, ਉਹਨਾਂ ਨੂੰ ਵੀ ਛੁੱਟੀ ਮਿਲਦੀ ਹੈ ਹੈ ਨਾ। ਚਲੋ ਆਪਾਂ ਨੂੰ ਮਿਲਿਆ ਕਰੂਗੀ ਕਿਤੇ। ਧੰਨਵਾਦ ਮੈਂ ਨਾ ਵੀ ਕਰਕੇ ਗਏ ਨੇ ਉਹ ਪੰਜਾਬ ਵਾਲਿਆਂ ਦਾ, ਕਹਿੰਦੇ ਵੀ ਬਹੁਤ ਧੰਨਵਾਦੀ ਆ ਤੁਸੀਂ, ਬੜਾ ਮੋਹ ਦਿੱਤਾ, ਜਿੰਨੇ ਕੁ ਦਿਨ ਦੀ ਯਾਤਰਾ ਸੀ ਬੜਾ ਸਾਰੇ ਬੰਦੇ ਆਏ, ਗਾਂ ਦੁਬਾਰਾ ਕਹਿੰਦੇ ਯਾਤਰਾ ਸ਼ੁਰੂ ਕਰਾਂਗੇ ਫਿਰ ਲੋਕ ਆਉਣਗੇ। ਪਰ ਉਹ ਜਿਹੜੀ ਯਾਤਰਾ ਸੀ ਉਹਦੇ ਮੈਨੂੰ ਲੱਗਦਾ ਵੀ ਖਤਮ ਕਰਦਿਆਂ ਪਹਿਲਾਂ ਤਾਂ ਦੇਖੋ ਜਦੋਂ ਬੰਦਾ ਆਇਆ ਉਦੋਂ ਚੜ੍ਹਾਈ ਵਾਲਾ ਕੰਮ ਚੱਲਿਆ, ਤੇ ਜਾਂਦਾ ਜਾਂਦਾ ਬੰਦਾ ਕੁਛ ਉਹੋ ਜਿਹੀਆਂ ਖਬਰਾਂ ਦੇ ਗਿਆ ਜਿਨ੍ਹਾਂ ਖਬਰਾਂ ਦੇ ਉੱਪਰ ਹਰੇਕ ਬੰਦਾ ਸੋਚਦਾ ਵੀ ਅੱਛਾ ਯਾਰ ਆ ਵੀ ਹੋਣਾ ਸੀ। ਹੁਣ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਇਹ ਗੱਲ ਜੁੜ ਗਈ ਹੈ ਕਿ ਵੀ ਉਹਨਾਂ ਦੀ ਕਿਸੇ ਨਾ ਕਿਸੇ ਸਟੇਜ ਦੇ ਉੱਪਰ ਕਿਸੇ ਨਾ ਕਿਸੇ ਲੀਡਰ ਨੂੰ ਬੋਲਣ ਲਈ ਕਿਹਾ ਜਾਂਦਾ, ਤੇ ਜਾਂ ਲੀਡਰ ਜੇ ਸਟੇਜ ਤੇ ਬੈਠਾ ਹੋਵੇ ਤਾਂ ਉਹ ਮਨਾ ਕਰਦਾ ਵੀ ਮੈਂ ਨਹੀਂ ਬੋਲਣਾ, ਜਾਂ ਫਿਰ ਉਹ ਸਟੇਜ ਤੇ ਆਉਂਦਾ ਹੀ ਨਹੀਂ ਵੀ ਮੈਂ ਨਹੀਂ ਬੋਲਣਾ। ਹੁਣ ਜਿੱਦਣ ਤੇ ਆਏ ਸੀ ਉਦਣ ਤੇ ਤਿਆਰੀਆਂ ਸਿਆਰੀਆਂ ਸਭ ਕੁਝ ਸੈੱਟ ਸੀਗਾ, ਔਰ ਹੁਣ ਕੱਲ੍ਹ ਦੀ ਚਰਚਾ ਇਹ ਚੱਲੀ ਜਾਂਦੀ ਵੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ ਵਿਧਾਨ ਸਭਾ 'ਚ, ਉਹਨਾਂ ਨੂੰ ਪਹਿਲਾਂ ਹਰੀਸ਼ ਚੌਧਰੀ ਸਾਹਿਬ ਨੇ ਸੱਦਿਆ, ਫਿਰ ਰਾਹੁਲ ਗਾਂਧੀ ਸਾਹਿਬ ਨੇ ਬਿੱਟੂ ਸਾਹਿਬ ਨੂੰ ਕਿਹਾ ਵੀ ਸੱਦੋ ਯਾਰ, ਉਹਨਾਂ ਨੇ ਵੀ ਕਿਹਾ ਪਰ ਉਹ ਬੰਦੇ ਆਏ ਨਹੀਂ। ਹੁਣ ਬਾਜਵਾ ਸਾਹਿਬ ਜਿੰਨੀ ਕੁ ਗੱਲ ਸਾਹਮਣੇ ਆਈ ਉਹ ਕਹਿੰਦੇ ਵੀ ਨਹੀਂ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ, ਕੋਈ ਨਾਰਾਜ਼ਗੀ ਨਹੀਂ, ਪਰ ਲੋਕਾਂ ਨੇ ਸਟੇਜ ਤੇ ਵੇਖਿਆ ਵੀ ਸੱਦਿਆ ਪਰ ਉਹ ਆਏ ਨਹੀਂ। ਸੰਧਾਲੀਆ ਸਾਹਿਬ ਵੈਸੇ ਤਾਂ ਜਿਹੜੀ ਭਾਰਤ ਜੋੜੋ ਯਾਤਰਾ ਐਤਕੀ ਚੱਲਦੀ ਹੈ ਨਾ, ਉਹ ਬੜੀ ਸਿਸਟਮੈਟਿਕਲੀ ਚੱਲ ਰਹੀ ਹੈ, ਬਹੁਤ ਯੋਜਨਾਬੱਧ ਢੰਗ ਦੇ ਨਾਲ ਕਿ ਕਿਹੜਾ ਬੰਦਾ ਕਿੱਥੇ ਹੋਏਗਾ, ਕਿਹੜੀ ਸਟੇਜ ਤੇ ਕੌਣ ਬੋਲੂਗਾ ਕੌਣ ਨਹੀਂ ਬੋਲੇਗਾ, ਯਾਤਰਾ ਕਿੰਨੇ ਵਜੇ ਸ਼ੁਰੂ ਹੋਏਗੀ, ਕਿੰਨੇ ਵਜੇ ਕਿੱਥੇ ਪਹੁੰਚੇਗੀ, ਕਿੰਨੇ ਮਿੰਟ ਦਾ ਪੜਾਅ ਹੋਏਗਾ, ਕਿੰਨੇ ਮਿੰਟ ਸਟੇਜ ਤੇ ਹੋਣਗੇ। ਘੰਟਾ 2 ਘੰਟਾ ਤਾਂ ਲੇਟ ਹੁੰਦਾ ਕੰਮ, ਉਹ ਤਾਂ ਇੱਕ ਰੈਲੀ 'ਚ ਵੀ ਹੋ ਜਾਂਦਾ। ਹੁਣ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਇਹ ਰੌਲਾ ਪੈ ਗਿਆ ਦੁਪਹਿਰੇ ਜਾਂ ਕੱਲ ਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਗੁੱਸੇ ਹੋ ਗਿਆ। ਮੈਂ ਫੇਰ ਕਹਿਣਾ, ਅਸੀਂ ਨਹੀਂ ਕਹਿੰਦੇ ਉਹ ਗੁੱਸੇ ਹੋ ਗਿਆ, ਇਹ ਰੌਲਾ ਪੈ ਗਿਆ ਕਿਉਂਕਿ ਸਟੇਜ ਲੱਗੀ ਹੋਵੇ, ਕੈਮਰੇ ਲੱਗੇ ਹੁਣ, ਰਾਹੁਲ ਗਾਂਧੀ ਉਹਦਾ ਡਾਇਸ ਹੁੰਦਾ ਮੰਚ ਜਿਹਾ, ਉਹਦੇ ਇੱਕ ਪਾਸੇ ਖੜੇ ਆ ਹਰੀਸ਼ ਚੌਧਰੀ ਇੰਚਾਰਜ ਕਾਂਗਰਸ ਦੇ, ਦੂਜੇ ਪਾਸੇ ਖੜੇ ਆ ਹੋਰ ਲੀਡਰ ਖੜੇ ਆ, ਬਿੱਟੂ ਸਾਹਿਬ ਖੜੇ ਆ ਮੈਂਬਰ ਪਾਰਲੀਮੈਂਟ, ਤੇ ਚੌਧਰੀ ਸਾਹਿਬ ਆਪ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਜੀ ਹੁਣ ਆਓ ਤੁਸੀਂ ਤੇ ਆ ਕੇ ਸੰਬੋਧਨ ਕਰੋ। ਉਹ 2-3 ਵਾਰੀ ਇੱਧਰ ਉੱਧਰ ਦੇਖਦੇ ਆ, ਫਿਰ ਬਿੱਟੂ ਸਾਹਿਬ ਜਾ ਕੇ ਆਪ ਕਹਿੰਦੇ ਆ ਮਾਈਕ ਦੇ ਉੱਤੇ ਕਿ ਆਓ। ਉਹਦੇ ਇੰਨੀ ਕੀ ਵੀਡੀਓ ਵਾਇਰਲ ਹੋਈ ਹੈ, ਹੋ ਸਕਦਾ ਕਿ ਉਹਦੇ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਆ ਗਿਆ, ਹੁਣ ਹੋ ਸਕਦਾ ਕਿਉਂਕਿ ਯਾਤਰਾ ਪਿੱਛੋਂ ਤੁਰੀ ਹੈ, ਇੱਕ ਥਾਂ ਤੇ ਖਲੋਤੀ ਹੈ ਤੇ ਅੱਗੇ ਜਾਣਾ ਹੈ। ਉਹ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ, ਹੋ ਸਕਦਾ ਅਗਲੇ ਪ੍ਰਬੰਧ ਦੇਖਦੇ ਹੋਣ। ਵੱਖ-ਵੱਖ ਹਲਕਿਆਂ ਤੋਂ ਲੋਕ ਆਏ ਆ, ਉਹਨਾਂ ਦੀ ਆਪਣੀ ਪਾਰਟੀ ਦੇ ਆ, ਜਿਸ ਪਾਰਟੀ ਦੇ ਬਾਜਵਾ ਸਾਹਿਬ MP MLA ਵਜ਼ੀਰ ਤੇ ਪ੍ਰਧਾਨ ਵੀ ਰਹੇ ਆ, ਤੇ ਅੱਜ ਵਿਰੋਧੀ ਧਿਰ ਦੇ ਨੇਤਾ ਨੇ ਕੈਬਨਿਟ ਰੈਂਕ ਹੈ ਉਹਨਾਂ ਦੇ ਕੋਲੇ, ਕਾਂਗਰਸ ਕੋਲ ਇੱਕੋ ਕੈਬਨਿਟ ਦਾ ਰੈਂਕ ਹੈ ਤੇ ਉਹ ਬਾਜਵਾ ਸਾਹਿਬ ਦੇ ਕੋਲ। ਹੋ ਸਕਦਾ ਥੱਲੇ ਵਰਕਰਾਂ ਨੂੰ ਮਿਲਦੇ ਹੋਣ, ਨਾ ਪਹੁੰਚ ਹੋਇਆ ਹੋਵੇ। ਹਾਂ, ਉਹਦੇ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਆਪ ਇੱਕ ਫੋਟੋ ਸ਼ੇਅਰ ਕੀਤੀ ਹੈ, ਉਹ ਹੱਸ ਰਹੇ ਨੇ। ਇੱਕ ਪਾਸੇ ਉਹਨਾਂ ਦੀ ਬਾਂਹ ਰਾਹੁਲ ਗਾਂਧੀ ਸਾਹਿਬ ਨੇ ਫੜੀ ਹੈ ਤੇ ਦੂਸਰੇ ਪਾਸੇ ਉਹਨਾਂ ਦੀ ਬਾਂਹ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਨੇ ਫੜੀ ਹੈ, ਤਿੰਨੋਂ ਹੱਸੀ ਜਾਂਦੇ ਆ। ਉਹ ਫੋਟੋ ਪਤਾ ਨਹੀਂ ਇਸ ਘਟਨਾ ਤੋਂ ਪਹਿਲਾਂ ਦੀ ਹੈ ਬਾਅਦ ਦੀ ਹੈ, ਪਰ ਹੈ ਉਸੇ ਦਿਨ ਦੀ, ਕੱਪੜੇ ਦੱਸਦੇ ਆ। ਮੈਨੂੰ ਲੱਗਦਾ ਨਹੀਂ ਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਗੁੱਸੇ ਹੋਣਗੇ ਕਿਉਂਕਿ ਪਹਿਲਾਂ ਕੈਪਟਨ ਸਾਹਿਬ ਨੇ ਉਹਨਾਂ ਨੂੰ ਇੱਕ ਸਾਈਡ ਤੇ ਕਰਕੇ ਰੱਖਿਆ, ਖੁਦ ਬਾਜਵਾ ਸਾਹਿਬ ਕਹਿੰਦੇ ਆ ਹੁਣ ਜੇ ਵਿਰੋਧੀ ਧਿਰ ਦੇ ਨੇਤਾ ਬਣੇ ਆ, ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਗੱਲ ਕਰਨ ਦਾ ਮੌਕਾ ਮਿਲਦਾ ਹੈ। ਨੰਬਰ ਸੁਖਨਾ ਇਸ ਵੇਲੇ ਉਹਨਾਂ ਦੇ ਜਿਹੜੇ ਵਧੀਆ ਨੇ ਰਾਹੁਲ ਗਾਂਧੀ ਹੋਰਾਂ ਦੀਆਂ ਨਜ਼ਰਾਂ ਦੇ ਵਿੱਚ, ਗੱਲ ਏਡੀ ਹੋਣੀ ਨਹੀਂ ਜਿੱਡੀ ਸੰਧਾਲੀਆ ਬਣਾ ਕੇ ਬਹਿ ਗਏ ਆ। ਨਹੀਂ ਮੈਂ ਤਾਂ ਬਣਾਈ ਨਹੀਂ, ਮੈਂ ਤਾਂ ਉਹ ਦੱਸਦਾ ਜੋ ਰੌਲਾ ਪੈਂਦਾ। ਆਪਾਂ ਤਾਂ ਹੀ ਜ਼ਿਕਰ ਇਦਾਂ ਕੀਤਾ ਕਿ ਵੀ ਇਹ ਭਾਈ ਸਾਹਿਬ ਰੌਲਾ ਪੈ ਗਿਆ। ਚਲੋ ਆਪਾਂ ਵੀ ਆਨੇ ਆ ਵੀ ਇਹ ਨਾ ਹੋਵੇ ਇਹੋ ਜਿਹਾ ਕੁਛ, ਕਿਉਂਕਿ ਅੱਗੇ ਜਿੱਦਣ ਰਾਜੇ ਵੜਿੰਗ ਸਾਹਿਬ ਦੀ ਉਹ ਸਟੇਟਮੈਂਟ ਆਉਂਦੀ ਆ ਵੀ ਯਾਰ ਬਸ ਹੁਣ ਚੰਗੇ ਚੰਗੇ ਹੀ ਰਹਿ ਗਏ ਨੇ, ਤੇ ਮੈਨੂੰ ਇਹ ਆ ਵੀ ਹੁਣ ਚੰਗੇ ਚੰਗੇ ਐਟਲੀਸਟ ਬਚੇ ਰਹਿਣ, ਇਹ ਨਾ ਹੋਏ ਉਹਨਾਂ ਦੇ ਵਿੱਚੋਂ ਵੀ ਹੌਲੀ ਹੌਲੀ ਕੰਮ ਜਿਹੜਾ ਉਹ ਝੜਨ ਲੱਗ ਪਵੇ। ਦੂਜੀ ਗੱਲ ਤੁਸੀਂ ਨੋਟ ਕੀਤੀ ਹੋਣੀ, ਆਮ ਤੌਰ ਤੇ ਇਸ ਤੋਂ ਪਹਿਲਾਂ ਕਾਂਗਰਸ ਦੀਆਂ ਸਟੇਜਾਂ ਤੇ
ਜਦੋਂ ਮਤਲਬ ਆਉਣਾ ਹੁੰਦਾ ਸੀ ਪਹਿਲਾਂ 5-4 ਬੁਲਾਰੇ ਬੋਲਦੇ ਹੁੰਦੇ ਆ, ਫਿਰ ਅਚਾਨਕ ਇੱਕ ਮੌਕਾ ਜਿਹਾ ਆਉਂਦਾ ਹੁੰਦਾ ਸੀ, ਪਹਿਲਾਂ ਸੋਨੀਆ ਗਾਂਧੀ ਜੀ ਜਾਂ ਪ੍ਰਿੰਕਾ ਗਾਂਧੀ ਹੋਰੀ ਜਾਂ ਰਾਹੁਲ ਗਾਂਧੀ ਹੋਰੀ ਆਪ ਵੀ ਆਉਣ ਤੇ ਐ ਉਹਨਾਂ ਨੇ ਐ ਕੁੜਤਾ ਜਿਹਾ ਖਿੱਚ ਕੇ ਆਣ ਕੇ ਤੇ ਉੱਥੇ ਇਦਾਂ ਜਾਣ ਕੇ ਬਹਿ ਜਾਣਾ ਬਸ, ਹੈ ਨਾ। ਤੇ ਉਧਰੋਂ ਉਹਨਾਂ ਨੇ ਡਾਇਸ ਤੋਂ ਹੀ ਐ ਅੱਖਾਂ 'ਚ ਇਜਾਜ਼ਤ ਜੀ ਲੈ ਕੇ ਤੇ ਸ਼ੁਰੂ ਕਰ ਲੈਣਾ ਕੰਮ। ਇਸ ਵਾਰੀ ਰਾਹੁਲ ਗਾਂਧੀ ਹੋਰੀ ਡਾਇਸ ਦੇ ਨਾਲ ਬੰਦਾ ਇਦਾਂ ਖਲੋਤਾ ਤੇ ਇਦਾਂ ਉਹ ਬੰਦਾ ਗੱਲਾਂ ਕਰਦਾ ਵੀ ਯਾਰ ਪ੍ਰਬੰਧ ਹੁਣ ਆਪਾਂ ਚਲਾਇਆ, ਕੋਈ ਗੱਲ ਨਹੀਂ, ਮੈਂ ਬਹਿ ਜਾਊਗਾ, ਤੁਸੀਂ ਲੋਕਾਂ ਨਾਲ ਗੱਲ ਕਰੋ ਜੀ। ਉਹ ਜਿਹੜੀ ਰਾਹੁਲ ਗਾਂਧੀ ਹੋਰਾਂ ਦੀ ਕਹਿ ਲਓ ਕਿ ਵੀ ਵਿਚਰਨ ਦੇ ਵਿੱਚ ਤਬਦੀਲੀ ਆਈ ਇੱਕ ਤਰ੍ਹਾਂ ਨਾਲ, ਉਹਨੂੰ ਬੜੇ ਬੰਦਿਆਂ ਨੇ ਨੋਟ ਕੀਤਾ ਵੀ ਉਸ ਕੁਰਸੀ ਤੇ ਬੈਠ ਕੇ ਤੇ ਅੱਖਾਂ ਦੇ ਵਿੱਚ ਇਸ਼ਾਰੇ ਨਾਲ ਗੱਲਾਂ ਹੋਣੀਆਂ ਜਾਂ ਲੀਡਰ ਤੋਂ ਇੱਕ ਦੂਰੀ ਜੀ ਰਹਿਣੀ ਤੇ ਪਲੱਸ ਲੀਡਰ ਦਾ ਟੀ-ਸ਼ਰਟ ਪਾ ਕੇ ਤੇ ਆਪ ਪ੍ਰਬੰਧਕ ਦੇ ਤੌਰ ਤੇ ਵਿਚਰਨਾ, ਉਹਨਾਂ ਦੋ ਚੀਜ਼ਾਂ 'ਚ ਫਰਕ ਆ। ਵਰਕਰ ਨੂੰ ਵੀ ਚੰਗਾ ਲੱਗਦਾ। ਸੰਧਾਲੀਆ ਸਾਹਿਬ ਜਿੱਦਾਂ ਦੀ ਸਭ ਤੋਂ ਉੱਪਰਲੀ ਲੀਡਰ ਨੂੰ ਆਦਤ ਹੋਵੇ ਹੇਠਾਂ ਤੱਕ ਉਹੀ ਜਾਂਦੀ ਹੈ। ਜੇ ਤੁਹਾਡੀ ਪਾਰਟੀ ਦਾ ਮੁਖੀਆ ਜਾਂ ਵੱਡਾ ਕਰਤਾ ਧਰਤਾ, ਪ੍ਰੈਕਟੀਕਲੀ ਕਰਤਾ ਧਰਤਾ ਜਿਹੜਾ ਉਹ ਚਿੱਟਾ ਕੁੜਤਾ ਪਜਾਮਾ ਪਾ ਕੇ ਰੈਲੀ ਦੇ ਵਿੱਚ ਲੇਟ ਆਉਂਦਾ ਹੈ, ਪੰਜਾਂ ਚੋਂ ਉਹਨੂੰ 2 ਉਂਗਲਾਂ ਕੱਢ ਕੇ ਹੱਥ ਮਿਲਾਉਂਦਾ ਹੈ, ਫਿਰ ਸਟੇਜ ਤੇ ਬਹਿ ਕੇ ਬਦਾਮ ਖਾ ਕੇ ਇੱਕ ਭਾਸ਼ਣ ਦੇ ਕੇ ਤਾਂ ਫਿਰ ਕਹਿੰਦਾ ਮੈਂ ਕਾਲੀ ਚਾਹ ਮੈਂ ਚੱਲਿਆ। ਉਹੀ ਆਦਤ ਮੰਤਰੀ ਨੂੰ, ਉਹੀ ਆਦਤ MLA ਨੂੰ, ਉਹੀ ਆਦਤ ਜ਼ਿਲ੍ਹਾ ਪ੍ਰਧਾਨ ਨੂੰ, ਉਹੀ ਆਦਤ ਬਲਾਕ ਪ੍ਰਧਾਨ ਨੂੰ ਵੀ ਪੈਂਦੀ ਹੈ। ਪਰ ਜੇ ਸਭ ਤੋਂ ਉੱਪਰਲਾ ਲੀਡਰ ਛਾਲ ਮਾਰ ਕੇ ਸਟੇਜ ਤੇ ਚੜ੍ਹਦਾ, 1 ਸਕਿੰਟ 'ਚ ਇੱਧਰ ਉੱਧਰ ਸਾਰਿਆਂ ਨਾਲ ਹੱਥ ਮਿਲਾਉਂਦਾ, ਸਭ ਤੋਂ ਪਹਿਲਾਂ ਆਉਂਦਾ ਤੇ ਸਭ ਤੋਂ ਬਾਅਦ 'ਚ ਜਾਂਦਾ, ਤਾਂ ਜੇ ਉਹ ਕੱਪੜਿਆਂ ਦਾ ਧਿਆਨ ਨਹੀਂ ਰੱਖਦਾ ਤੇ ਕੁਰਸੀ ਦਾ ਧਿਆਨ ਨਹੀਂ ਰੱਖਦਾ ਕਿ ਭਾਈ ਮੈਨੂੰ ਕਿਹੜੀ ਕੁਰਸੀ ਦਿੱਤੀ ਆ ਕਿਹੜੀ ਨਹੀਂ ਦਿੱਤੀ, ਫਿਰ ਉਹੀ ਮੰਤਰੀ ਤੱਕ, ਉਹੀ ਜ਼ਿਲ੍ਹਾ ਪ੍ਰਧਾਨ ਤੱਕ, ਉਹੀ ਪਾਰਟੀ ਦੇ ਅਹੁਦੇਦਾਰਾਂ ਤੱਕ, ਉਹੀ ਬਲਾਕ ਜ਼ਿਲ੍ਹਾ ਪ੍ਰਧਾਨ ਤੱਕ ਸਾਰੀਆਂ ਗੱਲਾਂ ਜਾਂਦੀਆਂ। ਰਾਹੁਲ ਗਾਂਧੀ ਨੇ 10 ਸਾਲ ਪਹਿਲੇ ਸਿਸਟਮ ਹੰਢਾਇਆ, ਆ ਹੁਣੇ ਹੀ ਉਹ ਤਬਦੀਲ ਹੋਇਆ ਤੇ ਇਹਦੇ ਨਤੀਜੇ ਵੀ ਉਹਨਾਂ ਨੂੰ ਮਿਲਣਗੇ। ਜੇ ਇਸ ਤਰੀਕੇ ਦੇ ਨਾਲ ਉਹ ਵੱਖ-ਵੱਖ ਪਾਰਟੀਆਂ ਦੇ ਲੋਕਾਂ ਨੂੰ ਨਾਲ ਲਾ ਰਹੇ ਨੇ, ਕਿਸਾਨ ਆਗੂਆਂ ਨੂੰ ਨਾਲ ਲਾ ਰਹੇ ਆ। ਜਿਹੜੀ ਗੱਲ ਲੱਗਦੀ ਸੀ ਕਾਂਗਰਸ ਪਾਰਟੀ ਥੱਲੇ ਜਾਈ ਜਾਂਦੀ, ਆਮ ਆਦਮੀ ਪਾਰਟੀ ਉੱਪਰ ਆਈ ਜਾਂਦੀ, ਬੀਜੇਪੀ ਤੇ ਆਪ ਦਾ ਮੁਕਾਬਲਾ ਹੋ ਜੂ, ਉਹ ਗੱਲ ਰਹੀ ਨਹੀਂ। ਹੁਣ ਕਾਂਗਰਸ ਪਾਰਟੀ ਘੱਟੋ ਘੱਟ ਰਾਹੁਲ ਗਾਂਧੀ ਨੇ ਸੰਧਾਲੀਆ ਸਾਹਿਬ ਆਪਣੇ ਵਿਚਰਨ ਦਾ, ਆਪਣੇ ਬੋਲਣ ਦਾ, ਲੋਕਾਂ ਨਾਲ ਮਿਲਣ ਦਾ ਢੰਗ ਬਦਲ ਕੇ ਜੇ ਕਾਂਗਰਸ ਨੂੰ ਉੱਪਰ ਨਹੀਂ ਲਿਆ ਸਕੇ, ਹੋਰ ਜ਼ਿਆਦਾ ਥੱਲੇ ਜਾਣੋਂ ਰੋਕ ਲਿਆ। ਨਹੀਂ ਰੋਕ ਲਿਆ। ਤੁਸੀਂ ਇਹ ਦੇਖੋ ਵੀ ਉਹ ਜਿਹੜੇ ਇੰਸੀਡੈਂਟ ਦੀ ਤੁਸੀਂ ਗੱਲ ਕਰਦੇ ਹੋ ਵੀ ਸਿਕਿਉਰਿਟੀ ਵਾਲੇ ਵੀ ਧੱਕੇ ਮਾਰਦੇ ਨੇ, ਹੁਣ ਉਹ ਹੈ ਤੇ ਰਾਜਾ ਵੜਿੰਗ ਸਾਹਿਬ ਦੀ ਘਟਨਾ, ਤੇ ਤੁਸੀਂ ਦੇਖੋ ਵੀ ਜਿੰਨੀ ਸਪੀਡ ਤੇ ਰਾਹੁਲ ਗਾਂਧੀ ਹੋਰੀ ਤੁਰੇ ਆਉਂਦੇ ਉਹਦੇ ਤੋਂ ਵੀ ਉਹਨਾਂ ਨੂੰ ਭੱਜ ਕੇ ਅਗਲੇ ਪਾਸੇ ਜਾਣਾ ਪਿਆ ਵੀ ਯਾਰ ਜੇ ਮੈਂ ਤੁਰ ਕੇ ਗਿਆ ਤੇ ਬੰਦਾ ਫੜਿਆ ਨਹੀਂ ਜਾਣਾ। ਇੱਕ ਤਰ੍ਹਾਂ ਨਾਲ ਭੱਜ ਕੇ ਉਹ ਜਾਂਦੇ ਨੇ, ਫਿਰ ਉੱਥੋਂ ਬਾਹੋਂ ਫੜ ਕੇ ਇੱਕ ਬੰਦੇ ਨੂੰ ਨਾਰ ਲਾਉਂਦੇ ਨੇ। ਇਹਨੇ ਜਿਹਨੂੰ ਸਿਕਿਉਰਿਟੀ ਵਾਲੇ ਨੂੰ ਲੱਗਾ ਉਹ ਵੀ ਯਾਰ ਇਹ ਪਤਾ ਨਹੀਂ ਮੁੰਡਾ ਇਹ ਕਿਹੜਾ ਤੁਰਿਆ ਫਿਰਦਾ ਰਾਹੁਲ ਗਾਂਧੀ ਜੀ ਕੇ ਆ ਗਏ, ਉਹਨੇ ਆਪਣੇ ਤੌਰ ਤੇ ਧੱਕਾ ਵੀ ਮਾਰ ਦਿੱਤਾ। ਚਲੋ ਬਾਅਦ ਚ ਉਹਨੂੰ ਪਤਾ ਲੱਗਾ ਵੀ ਯਾਰ ਉਹ ਪ੍ਰਧਾਨ ਜੀ ਨੂੰ ਧੱਕਾ ਵੱਜ ਗਿਆ। ਪਰ ਵੈਸੇ ਉਸ ਯਾਤਰਾ ਦੇ ਦੌਰਾਨ ਮੈਂ ਕੁਝ ਕੁ ਚਿਹਰੇ ਐਸੇ ਵੇਖੇ ਜਿਨ੍ਹਾਂ ਦੀ ਆਮ ਤੌਰ ਤੇ ਸਪੀਡ ਜਿੱਦਾਂ ਨਹੀਂ ਹੁੰਦੀ ਗੱਡੀ ਦੀ ਸਪੀਡ 30 ਦੀ ਹੁੰਦੀ, ਬਸ ਚੌਥਾ ਗੇਅਰ ਨਹੀਂ ਲਾਉਣਾ, ਰੇਸ ਬਣਾਈ ਆ ਹੈ ਨਾ, ਵੀ ਤੀਜਾ ਕੁ ਗੇਅਰ ਰੱਖਣਾ, 30 ਦੀ ਸਪੀਡ ਰੱਖਣੀ ਆ, ਵੀ 35 ਨਾ ਹੋਵੇ ਕਿਤੇ। ਉਹ ਬੰਦੇ ਵੀ ਪੱਬਾਂ ਪਾਰ, ਉਹਨਾਂ ਨੂੰ ਇਹ ਸੀ ਵੀ ਵੀਰ ਆਸੇ ਪਾਸੇ ਨਾ ਵੇਖੀਏ, ਸਪੀਡ ਦੇ ਉੱਪਰ ਕਨਸੈਂਟਰੇਟ ਕਰੀ, ਜੇ ਮਾੜੀ ਜੀ ਵੀ ਘਟ ਗਈ ਤੇ ਆਪਾਂ ਪਿੱਛੇ ਰਹਿ ਜਾਣਾ। ਇੱਕ ਵਾਰੀ ਘਟ ਗਈ ਮੁੜ ਕੇ ਦੂਜੇ ਦਿਨ ਨਾਲ ਰਲਣਾ, ਹੈ ਨਾ। ਸੰਧਾਲੀਆ ਸਾਹਿਬ ਕਈ ਤਾਂ ਕਹਿੰਦੇ ਹੁਣ ਕਹਿੰਦੇ ਅੱਜ ਨਹੀਂ ਜਾਣਾ ਜੀ, ਮੇਰੀ ਦਵਾਈ ਚੱਲਦੀ ਆ, ਇਦਾਂ ਵੀ ਹੁਣ ਕਈ ਕਹਿੰਦੇ ਹੋਣੇ ਨਹੀਂ ਕੱਲ ਦੀ ਦਵਾਈ ਚੱਲਦੀ ਆ, ਲੱਤ ਤਾਂ ਕੱਲ ਦੀ ਹਿਲਦੀ ਨਹੀਂ ਸੂ। ਬੜੇ ਬੰਦਿਆਂ ਨੇ ਮਾਲਸ਼ ਕਰਨ ਨੂੰ ਵੀ ਰੱਖੇ ਹੋਣੇ ਨਾਲ, ਆ ਪਿੰਨੀਆਂ ਮਲਦੇ ਹੋਏ ਸਵੇਰੇ ਫੇਰ ਤੁਰਨ ਟਕੋਰ ਕਰੋ। ਵੈਸੇ ਇੱਕ ਗੱਲ ਆ ਜਿਹੜੀ ਇੱਕ ਛੁੱਟੀ ਲਈ ਰਾਹੁਲ ਗਾਂਧੀ ਨੇ, ਇਹਦੇ 'ਚ ਬੜਾ ਸ਼ੁਕਰ ਕੀਤਾ ਹੋਣਾ ਪੰਜਾਬ ਵਾਲੇ ਕਈ ਲੀਡਰ ਨੇ। ਉਹ ਕਹਿੰਦਾ ਸ਼ੁਕਰ ਆ ਭਰਾਵਾ, ਇੱਕ ਦਿਨ ਦਾ ਸਾਹ ਲਿਆ ਜਾਊਗਾ, ਉਹ ਜਾਣਿਆ ਲੱਤਾਂ ਲੁੱਤਾਂ ਕਾਇਮ ਕਰ ਲਾਂਗੇ, ਫੇਰ ਤੁਰਨਾ ਪੈਣਾ, ਹੈ ਨਾ। ਨਹੀਂ ਇਹ ਗੱਲ ਤੁਹਾਡੀ ਠੀਕ ਹੈ। ਬਾਕੀ ਸੰਧਾਲੀਆ ਸਾਹਿਬ ਜਿਹੜਾ ਨਾ ਵੜਿੰਗ ਸਾਹਿਬ ਨੂੰ ਧੱਕੇ ਮਾਰਨ ਵਾਲੀ ਗੱਲ ਹੈ, ਦੇਖੋ ਸਿਕਿਉਰਿਟੀ ਜਿਹੜੀ ਰਾਹੁਲ ਗਾਂਧੀ ਨੂੰ ਮਿਲੀ ਆ, ਉਹ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਮਰਜ਼ੀ ਬੰਦਾ ਰਾਹ ਦੇ ਵਿੱਚ ਆ ਜਾਵੇ, ਜੇ ਉਹਨਾਂ ਨੂੰ ਲੱਗਿਆ ਕਿ ਭਾਈ ਖਤਰਾ ਸਾਬਤ ਹੋ ਸਕਦਾ, ਉਹਨਾਂ ਨੇ ਪਰੇ ਕਰਨਾ ਹੀ ਹੈ। ਹਾਂ, ਪਰ ਇਹ ਕਿਹੜੇ ਤਰੀਕੇ ਨਾਲ ਕਰਦੇ ਉਹਨਾਂ ਤੇ ਨਿਰਭਰ ਕਰਦਾ। ਦੂਸਰੀ ਗੱਲ, ਰਾਜਾ ਵੜਿੰਗ ਉਹਨਾਂ ਨੂੰ ਧੱਕਾ ਕਿਉਂ ਪਿਆ? ਮੈਂ ਸੋਚ ਰਿਹਾ ਸੀ ਕਿ ਵੜਿੰਗ ਸਾਹਿਬ ਨੂੰ ਪਤਾ ਲੱਗ ਗਿਆ ਕਿ ਮੈਨੂੰ ਮਿਲਿਆ ਚਾਂਸ ਪ੍ਰਧਾਨ ਬਣਨ ਦਾ, ਤੇ ਮੈਂ ਹੁਣ ਗਵਾਉਣਾ ਨਹੀਂ, ਕਿਉਂਕਿ ਉਹ ਤਾਂ ਰਾਹੁਲ ਗਾਂਧੀ ਦੇ ਨਾਲ ਹੀ ਨੇ। ਪਰ ਜਿਸ ਤਰੀਕੇ ਉਹ ਸਿਕਿਉਰਿਟੀ ਦੇ ਵਿੱਚੋਂ ਵੀ ਆਪਣੇ ਖਾਸ ਬੰਦੇ ਜਿਨ੍ਹਾਂ ਨੂੰ ਓਬਲਾਈਜ਼ ਕਰਨਾ ਹੈ, ਜਿਨ੍ਹਾਂ ਨੂੰ ਲਾਗੇ ਲਿਆ ਕੇ ਫੋਟੋ ਖਿਚਾ ਕੇ ਫਿਰ ਮੋੜਨਾ, ਉਹ ਭੱਜ ਕੇ ਬੰਦਿਆਂ ਨੂੰ ਪੁਆਇੰਟ ਆਊਟ ਕਰ ਰਹੇ ਆ, ਉਹਨਾਂ ਦੇ ਨਾਲ ਅੱਖਾਂ ਮਿਲਾ ਰਹੇ ਆ, ਉਹਨਾਂ ਨੂੰ ਰਾਹੁਲ ਗਾਂਧੀ ਨਾਲ ਮਿਲਾ ਰਹੇ। ਇਹਦਾ ਮਤਲਬ ਹੈ ਕਿ ਇੱਕ ਬੰਦੇ ਉਹ ਹੋਣਗੇ ਕਾਂਗਰਸ ਪਾਰਟੀ ਦੇ ਵਿੱਚ ਜਿਨ੍ਹਾਂ ਦਾ ਮਕਸਦ ਹੋਊਗਾ ਕਿ ਆਪਾਂ ਭਾਰਤ ਜੋੜੋ ਯਾਤਰਾ ਪੰਜਾਬ 'ਚ ਸਫਲ ਕਰਨੀ ਆ, ਤੇ ਰਾਜਾ ਵੜਿੰਗ ਹੋਰਾਂ ਦੇ ਨਾਲ ਪ੍ਰਧਾਨਗੀ ਸਫਲ ਕਰਨੀ ਤਾਂ ਗੱਲ ਲੱਗਾ ਹੈ ਬੰਦਾ। ਨਹੀਂ ਉਹ ਤਾਂ ਹੈ ਹੀ, ਉਹ ਤਾਂ ਦੇਸੀ ਰਿਹਾ। ਬਾਕੀ ਜਿਹੜਾ ਪਹਿਲਾ ਰੌਲਾ ਪਿਆ ਸੀ ਉਹਨੂੰ ਜੋੜਨ ਵਾਲੇ ਵੀ ਇਦਾਂ ਹੀ ਜੋੜਦੇ ਨੇ, ਉਹਦੇ 'ਚ ਕੋਈ ਸੀਨੀਅਰਿਟੀ, ਕੋਈ ਜੂਨੀਅਰ ਲੀਡਰ ਤੇ ਕੋਈ ਇਸ ਤਰ੍ਹਾਂ ਦੀ ਗੱਲਾਂ ਬਾਤਾਂ। ਹੁਣ ਸੱਚ ਝੂਠ ਕੀ ਇੱਕ ਅੱਧੇ ਦਿਨ ਤੱਕ ਕਲੀਅਰ ਹੋ ਜਾਣੀ ਗੱਲਬਾਤ। ਚਲੋ ਕਾਂਗਰਸ ਪਾਰਟੀ ਦਾ ਕੁੱਲ ਮਿਲਾ ਕੇ ਜਿਹੜਾ ਯਾਤਰਾ ਵਾਲਾ ਕੰਮ ਸਫਲ ਆ, ਬਹੁਤਾ ਕਰਕੇ ਲੋਕ ਇਹ ਕਹਿੰਦੇ ਨੇ ਠੀਕ ਹੈ, ਪਰ ਇਹਦਾ ਅਸਰ ਤੇ ਉਹ ਜੰਮੂ ਕਸ਼ਮੀਰ ਤੱਕ ਵੀ ਹੋ ਰਿਹਾ ਨਾ। ਬੇਨਤੀ ਸਾਰੀਆਂ ਮੈਂ ਸੋਚਦਾ ਸੀ ਕਿ ਲੀਡਰ ਬੰਦਾ ਲੀਡਰਾਂ ਦੀ ਇੱਜ਼ਤ ਰੱਖੂਗਾ,
ਕਿਹੜੇ ਦੀ ਰਹਿ ਗਈ ਹੁਣ? ਮੈਂ ਦੱਸਣ ਲੱਗਿਆ ਆ ਤਾਂ ਤੁਸੀਂ ਸਾਰਾ ਕੁਝ ਦੱਸਤਾ, ਇਦਾਂ ਹੋਇਆ ਜੇ ਉਦਾਂ ਹੋਇਆ, ਰਾਹੁਲ ਗਾਂਧੀ ਵਧੀਆ ਹੋ ਚਲੇ ਜੀ, ਕਾਂਗਰਸ ਨੂੰ ਕੁਝ ਠੀਕ ਮਹਿਸੂਸ ਹੋ ਰਿਹਾ, ਸਟੇਜ ਲੱਗੀ ਆ ਰਾਹੁਲ ਗਾਂਧੀ ਸਟੇਜ ਤੇ, ਬਾਕੀ ਸਾਰੇ ਲੀਡਰ ਸਟੇਜ ਤੇ ਉਧਰ ਜਿਹੜੇ ਪਤਾ ਨਹੀਂ ਬਲਾਕ ਪੱਧਰੀ ਸੀ ਕਿ ਜ਼ਿਲ੍ਹਾ ਪੱਧਰੀ ਸੀ, ਦੋ ਗੁੱਥਮ ਗੁੱਥਾ ਥੱਲੇ ਐਨ ਰੌਲਾ ਪੈ ਗਿਆ। ਜਣੀ ਮੇਰੇ ਵਰਗੀਆਂ ਨਹੀਂ, ਤੁਹਾਡੇ ਵਰਗੀਆਂ ਮੋਟੀਆਂ ਮੋਟੀਆਂ ਗਾਲਾਂ ਇੱਕ ਦੂਜੇ ਨੂੰ, ਤੁਸੀਂ ਹੁਣ ਹਿਸਾਬ ਲਾ ਲਓ ਕਿ ਕਿੱਦਾਂ ਦੀਆਂ ਗਾਲਾਂ ਹੋਣਗੀਆਂ। ਸਟੇਜ ਤੱਕ ਗੱਲ ਪਹੁੰਚੇ, ਇੱਕ ਦੂਜੇ ਨੂੰ ਕਾਲਰ ਤੋਂ ਫੜਿਆ, ਬਾਅਦ ਚ ਪਤਾ ਲੱਗਾ ਜੀ ਸਟੇਜ ਦੇ ਲਾਗੇ ਪਹਿਲਾਂ ਕੌਣ ਜਾਊਗਾ, ਇਹਦਾ ਰੌਲਾ ਪੈ ਗਿਆ ਸੀ। ਤੇ ਉਹਨਾਂ ਲੀਡਰਾਂ ਨੇ ਉੱਪਰੋਂ ਵੀ ਕਹਿਤਾ ਇਹ ਸਾਡੇ ਨਹੀਂ ਲੱਗਦੇ ਜਿਹੜਾ ਇਦਾਂ ਲੜਦੇ ਆ, ਅਸੀਂ ਭਾਰਤ ਜੋੜਨ ਨੂੰ ਤੁਰੇ ਆ, ਇਹ ਆਪਸ 'ਚ ਟੁੱਟੇ ਫਿਰਦੇ ਆ। ਨਹੀਂ ਚਲੋ ਮੈਂ ਤਾਂ ਕਿਹਾ ਵੀ ਚਲੋ ਜਿਹੜਾ ਪੜਦਾ ਰਹਿੰਦਾ ਰਹਿ ਜਵੇ, ਅਗਲਿਆਂ ਦੀ ਹੁਣ ਭਾਰਤ ਜੁੜਨ ਵਾਲੀ ਯਾਤਰਾ ਜੁੜ ਜਵੇ। ਦੇਖੋ ਕਾਰਨ ਹੈ ਇਹ ਤਾਂ ਹੋਗਾ ਛੋਟੇ ਵਾਲਾ ਕੰਮ। ਹੁਣ ਕਾਰਨ ਆ ਵੀ ਹਰੇਕ ਬੰਦਾ ਅੱਗੇ ਪਿੱਛੇ ਵੀ ਤੇ ਹੋਈ ਫਿਰਦਾ। ਮੈਂ ਜੰਮੂ ਕਸ਼ਮੀਰ ਵਾਲੀ ਗੱਲ ਤੇ ਗੁਲਾਮ ਨਬੀ ਆਜ਼ਾਦ ਸਾਹਿਬ ਦੀ ਕਰਨ ਲੱਗਾ ਹਾਂ, ਕਿਉਂਕਿ ਚੰਦ ਮਹੀਨੇ ਪਹਿਲਾਂ ਜਿੱਦਾਂ ਉਹ ਪਾਰਟੀ ਤੋਂ ਵੱਖ ਹੋਏ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਵਾਹਵਾ ਸਾਰਾ ਹਿੱਸਾ ਕਾਂਗਰਸ ਦਾ ਟੁੱਟ ਕੇ ਗਿਆ ਤੇ ਉਹਨਾਂ ਨੇ ਆਪਣੀ ਇੱਕ ਵੱਖਰੀ ਪਾਰਟੀ ਬਣਾਈ। ਹੁਣ ਤੱਕ ਤੇ ਇਹ ਚੱਲਦਾ ਸੀ ਵੀ ਜਿੱਦਣ ਉਹਨਾਂ ਨੇ ਪਾਰਟੀ ਬਣਾਈ ਉਸ ਤੋਂ ਬਾਅਦ 1 2 2.5 3 ਕਰਕੇ ਲੋਕ ਉਹਨਾਂ ਨਾਲ ਜੁੜਦੇ ਸੀ, ਤੇ ਜਿੱਦਣ ਦੀ ਭਾਰਤ ਜੋੜੋ ਯਾਤਰਾ ਸ਼ੁਰੂ ਹੋਈ ਆ ਉਦੋਂ ਤੋਂ ਹੌਲੀ ਹੌਲੀ ਕੰਮ ਤੁਰਿਆ। ਤੇ ਫਿਰ ਜਿੱਦਣ ਦਾ ਕੰਮ ਥੋੜਾ ਜਿਹਾ ਜ਼ਿਆਦਾ ਚਰਚਾ 'ਚ ਆ ਗਿਆ ਉਦੋਂ ਦੇ ਗੁਲਾਮ ਨਬੀ ਆਜ਼ਾਦ ਸਾਹਿਬ ਦੇ ਬੰਦੇ ਛੱਡ ਕੇ ਕਾਂਗਰਸ 'ਚ ਆਈ ਜਾਂਦੇ। ਉਹ ਕਹਿੰਦੇ ਨਾ ਗਲਤੀ ਹੋ ਗਈ ਮਹਾਰਾਜ, ਕਾਂਗਰਸ ਹਮਾਰੀ ਮਾਂ ਪਾਰਟੀ। ਤੇ ਇਹ ਵੀ ਤੇ ਇਹੀ ਕਹਿੰਦੇ ਆ ਕਿ ਤੁਸੀਂ ਤਾਂ ਸਵੇਰੇ ਗਏ ਤਕਾਲਾਂ ਤੋਂ ਪਹਿਲਾਂ ਹੀ ਪਰਤੇ, ਤੁਸੀਂ ਲੌਡੇ ਵੇਲੇ ਹੀ ਆ ਗਏ, ਅਜੇ ਤਾਂ ਸੂਰਜ ਕਿੱਡਾ ਖੜਾ, ਜਿੰਨਾ ਮਰਜ਼ੀ ਕੰਮ ਕਰ ਲਈਏ, 2 ਭਰੀਆਂ ਪੱਠਿਆਂ ਦੀਆਂ ਵੀ ਲੈ ਆਉਣੀਆਂ। ਹੁਣ ਇਹ ਵੀ ਇਧਰਲੇ ਪਾਸੇ। ਬਾਕੀ ਸੰਧਾਲੀਆ ਸਾਹਿਬ ਥੋੜੀ ਜਿਹੀ ਗੱਲ ਆਪਾਂ ਹੋਰ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਨਾ ਇੱਕ ਹਾਈ ਕੋਰਟ 'ਚ ਪਟੀਸ਼ਨ ਪਾਈ ਆ, ਮੈਨੂੰ ਚੇਤਾ ਆ ਗਿਆ। ਉਹ ਪਟੀਸ਼ਨ ਕੀ ਪਾਈ ਆ, ਉਹਦੇ ਉੱਤੇ ਡੀਜੀਪੀ ਸਾਹਿਬ ਤੇ ਪੰਜਾਬ ਸਰਕਾਰ ਨੂੰ ਨੋਟਿਸ ਕੱਢਿਆ ਹਾਈ ਕੋਰਟ ਨੇ, ਤੇ ਉਹ ਕਹਿੰਦੇ ਜੇ FIR ਇੱਕ ਦਰਜ ਹੋਈ ਆ 2021 ਦੀ, ਉਹ ਰੱਦ ਕਰ ਦਿਓ। ਸੋਈ ਹੈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਅਕਾਲੀ ਦਲ ਦਾ ਵਿਦਿਆਰਥੀ ਵਿੰਗ, ਉਹਦਾ ਪ੍ਰਧਾਨ ਥਾਪਣਾ ਸੀ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਿਹਾਇਸ਼ ਦੇ ਉੱਤੇ ਬੰਦੇ ਸੱਦ ਲਏ। ਹੁਣ ਜੇ ਪ੍ਰਧਾਨ ਥਾਪਣਾ ਹਰ ਇੱਕ ਜ਼ਿਲ੍ਹੇ 'ਚੋਂ 1-2 ਬੰਦੇ ਤਾਂ ਹੋਣਗੇ, ਜੇ 1-2 ਵੀ ਆ ਗਿਆ 50 ਤੋਂ ਟੱਪ ਗਿਆ, ਫਿਰ ਸੂਬਾ ਲੀਡਰਸ਼ਿਪ 'ਚੋਂ ਬੰਦੇ ਆ ਜਾਣੇ ਆ, ਫਿਰ ਜਿਨ੍ਹਾਂ ਨੇ ਥਾਪਣਾ 20-25 ਉਹ ਵੀ ਹੋਣਗੇ। ਮੈਨੂੰ ਨਹੀਂ ਪਤਾ ਗਿਣਤੀ ਕਿੰਨੀ ਸੀ, ਪਰ ਉਦੋਂ ਕੋਵਿਡ ਦੇ ਕਰਕੇ ਕੁਝ ਪਾਬੰਦੀਆਂ ਸੀ, ਇੱਕ ਸੀਮਾ ਨਿਰਧਾਰਿਤ ਕੀਤੀ ਸੀ ਕਿ ਇਦੋਂ ਵੱਧ ਬੰਦੇ ਇੱਕ ਥਾਂ ਤੇ ਇਕੱਠੇ ਨਹੀਂ ਹੋ ਸਕਦੇ। ਮਹਿਕਮੇ ਨੇ FIR ਕਰਾਤੀ ਕਿ ਭਾਈ ਉੱਥੇ ਸੋਈ ਦਾ ਪ੍ਰਧਾਨ ਬਣਾਉਣਾ ਸੀ, ਲੋੜ ਤੋਂ ਵੱਧ ਜਾਂ ਸੀਮਾ ਰੇਖਾ ਤੋਂ ਵੱਧ ਲੋਕ ਜਿਹੜੇ ਉਹ ਇਕੱਠੇ ਕਰ ਲਏ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ FIR ਹੋ ਗਈ। ਹੁਣ ਉਹ ਹਾਈ ਕੋਰਟ ਗਏ ਆ, ਕਹਿੰਦੇ ਰੱਦ ਕਰ ਦਿਓ, ਉਹ ਗਲਤ ਕੀਤੀ ਗਈ ਸੀ, ਐਸੀ ਗੱਲ ਨਹੀਂ ਸੀ ਕੋਈ। ਚਲੋ ਤੁਸੀਂ ਦੇਖੋ ਇਦਾਂ ਦੇ ਕਈ ਮਾਮਲੇ ਨੇ ਚੱਲੇ ਜਾਂਦੇ। ਇੱਕ ਉਹ ਕੱਲ ਦੀ ਵੀ ਤੇ ਖਬਰ ਦੀ ਬੜੀ ਚਰਚਾ ਸੀ ਨਾ ਵੀ ਸੰਜੇ ਸਿੰਘ ਨੂੰ ਹੋਈ ਕੈਦ, ਸੰਜੇ ਸਿੰਘ ਨੂੰ ਅਦਾਲਤ ਨੇ ਲਾਇਆ ਜੁਰਮਾਨਾ ਜੀ। ਫਿਰ ਬੰਦਾ ਸੋਚਦਾ ਯਾਰ ਸੰਜੇ ਸਿੰਘ ਨੂੰ ਕੈਦ ਹੋ ਗਈ, ਪਤਾ ਨਹੀਂ ਕਿੱਡੀ ਕੁ ਲੰਮੀ ਹੋ ਗਈ ਹੋਣੀ ਆ, ਜੁਰਮਾਨਾ ਵੀ ਵਾਹਵਾ ਵੱਡਾ ਹੋ ਗਿਆ ਹੋਣਾ। ਤੇ ਮਸਲਾ ਉਹਨਾਂ ਦਾ ਵੀ ਕੋਈ 2001 ਦਾ ਸੀਗਾ, ਉਦੋਂ ਕਿਤੇ ਇਦਾਂ ਹੀ ਕਿਸੇ ਚੱਕਰ ਦੇ ਵਿੱਚ ਧਰਨਾ ਲਾਇਆ ਸੀ, ਉਹ ਕੇਸ ਚੱਲਦਾ ਆਉਂਦਾ ਸੀ ਤੇ ਹੁਣ ਮੋਟਾ ਜਿਹਾ 20-21 ਸਾਲ ਬਣ ਗਏ 2001 ਦੇ ਹਿਸਾਬ ਨਾਲ। 20-21 ਸਾਲ ਬਾਅਦ ਉਹਨਾਂ ਨੂੰ ਸਜ਼ਾ ਪਤਾ ਕਿੰਨੇ ਚਿਰ ਦੀ ਹੋਈ? 3 ਮਹੀਨਿਆਂ ਦੀ ਇਕੱਠੀ। ਹਾਂ, ਨਾਲ ਜੁਰਮਾਨਾ ਹੋ ਗਿਆ 1500 ਰੁਪਈਆ। ਉਹ ਤੁਹਾਡੀ ਵੱਡਾ ਮਤਲਬ ਜੁਰਮਾਨਾ, ਵੱਡੀ ਸਜ਼ਾ। ਇਹ ਵੀ ਲਿਖਿਆ ਹੋਣਾ ਜੇ ਜੁਰਮਾਨਾ ਨਾ ਦਿੱਤਾ ਤਾਂ ਇੰਨੀ ਸਜ਼ਾ ਹੋਰ ਭੁਗਤਣੀ ਪਊ। ਨਹੀਂ, ਉਹ ਤੋਂ ਪਹਿਲਾਂ ਕੰਮ ਹੋਰ ਹੋਇਆ, ਨਾਲ ਹੀ ਅਦਾਲਤ ਨੇ ਜ਼ਮਾਨਤ ਦੇਤੀ ਉਹਨਾਂ ਨੂੰ। ਉਹ ਕਹਿੰਦਾ ਕੋਈ ਗੱਲ ਨਹੀਂ, ਠੀਕ ਹੈ, ਤੁਸੀਂ ਹੁਣ ਅਗਲੀ ਅਦਾਲਤ 'ਚ ਜਾ ਕੇ ਕੇਸ ਕਰ ਲਓ। ਛੇਤੀ ਗੱਲ ਨਿਬੜ ਗਈ। 20-21 ਸਾਲ ਕਿਤੇ ਕਿੰਨੇ ਹੁੰਦੇ ਆ? ਨਹੀਂ ਠੀਕ ਹੈ ਮਹਾਰਾਜ, ਫਿਰ ਤਾਂ ਮੈਂ ਤਾਂ ਗਿਆ ਵੀ ਮਤਲਬ ਹੁਣ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਇਸ ਪਰਚੇ ਦੀ ਆਪਾਂ ਗੱਲ ਕਰੀਏ ਤੇ ਇਹ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੈ। ਹੋ ਸਕਦਾ ਵੀ 20 ਸਾਲਾਂ ਬਾਅਦ ਇਹਦਾ ਵੀ ਆਵੇ ਕਿਤੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਪਰ ਹੋਇਆ ਮਤਲਬ ਐਲਾਨ, ਮੁਕੱਦਮੇ ਦੇ ਵਿੱਚੋਂ ਉਹਨਾਂ ਨੂੰ ਕੀਤੀ ਗਈ ਸਜ਼ਾ 45 ਦਿਨ ਨੂੰ ਕੈਦ ਕੱਟੀ ਜਾਂ ਹੋਏ ਬਰੀ ਹੈ ਨਾ, ਤੇ ਬਾਅਦ ਜਦੋਂ ਮਤਲਬ ਪੁੱਛੂ ਕੇਸ ਕੀ ਤੇ ਕੇਸ ਆ ਨਿਕਲਾਉਣਾ ਜਿਹੜਾ ਤੁਸੀਂ ਕਹਿੰਦੇ ਯਾਰ ਉੱਥੇ ਕੱਟ ਕਰ ਲਏ। ਬਾਕੀ ਸੰਧਾਲੀਆ ਸਾਹਿਬ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਸਰਕਾਰ ਹੈ ਉਹਦੇ ਲਈ ਇੱਕ ਵਾਰੀ ਫਿਰ ਥੋੜੀ ਜਿਹੀ ਕਸੂਤੀ ਸਥਿਤੀ ਜਿਹੜੀ ਉਹ ਬਣ ਗਈ, ਪੇਚ ਥੋੜਾ ਜਿਹਾ ਕੱਸ ਦਿੱਤਾ ਅਦਾਲਤ ਨੇ। ਆਪਣੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਪੰਜਾਬ 'ਚ, ਅੰਮ੍ਰਿਤਸਰ ਵਾਲੇ ਇਲਾਕੇ 'ਚ ਬੜੀ ਸਰਗਰਮ ਹੈ, ਹੋਰ ਪਾਸੇ ਵੀ ਯੂਨਿਟ ਹੈਗੇ ਆ। ਉਹਨਾਂ ਨੇ ਕਿਹਾ ਸੀ ਕਿ ਆਹ ਕਿਸਾਨਾਂ ਦੀਆਂ ਮੰਗਾਂ ਆ ਪ੍ਰਵਾਨ ਕਰੋ ਤੇ ਟੋਲ ਪਲਾਜ਼ੇ ਬੰਦ ਕਰ ਦਿਓ, ਕਿ ਕੋਈ ਲੋੜ ਨਹੀਂ। ਉਹ ਕਹਿੰਦੇ ਅਸੀਂ ਰੋਡ ਟੈਕਸ ਦਿੰਨੇ ਆ ਜਦੋਂ ਕੋਈ ਵਹੀਕਲ ਖਰੀਦਦੇ ਆ, ਇੱਕ ਤੁਹਾਨੂੰ ਰੋਡ ਟੈਕਸ ਦਈਏ, ਦੂਜਾ ਟੋਲ ਟੈਕਸ ਦਈਏ, ਬਿਲਕੁਲ ਜਾਇਜ਼ ਨਹੀਂ ਹੈ, ਗਲਤ ਲੱਗੇ ਹੋਏ ਨੇ। ਮਹੀਨਾ ਹੀ ਹੋ ਗਿਆ ਮੈਨੂੰ ਲੱਗਦਾ, 13 ਟੋਲ ਪਲਾਜ਼ੇ ਉਹਨਾਂ ਨੇ ਬੰਦ ਕਰਾਏ ਆ ਤੇ ਉਹਨਾਂ ਦੇ ਬੰਦੇ ਉੱਥੇ ਬੈਠੇ ਆ, ਕੋਈ ਪਰਚੀ ਪੁਰਚੀ ਨਹੀਂ ਕੱਟਣ ਦਿੰਦੇ। ਹੁਣ ਉਹ ਨੈਸ਼ਨਲ ਹਾਈਵੇ ਵਾਲੇ ਚਲੇ ਗਏ, ਅਦਾਲਤ ਹਾਈ ਕੋਰਟ ਦੇ ਵਿੱਚ ਚਲੇ ਗਏ, ਉਹ ਕਹਿੰਦੇ ਜੀ ਗਲਤ ਤਰੀਕੇ ਉੱਥੇ ਬੈਠੇ ਆ। ਆਹ ਦੇਖੋ ਕੰਪਨੀਆਂ ਦੇ ਸਮਝੌਤੇ ਨੇ ਸਰਕਾਰ ਨਾਲ, ਉਹਨਾਂ ਨੇ ਸੜਕਾਂ ਬਣਾਈਆਂ, ਉਹਨਾਂ ਨੇ ਟੋਲ ਵਸੂਲਣੇ ਆ। ਤੇ ਮੱਦ ਉਹਨਾਂ ਨੇ ਕਿਹਾ ਇਹ ਵੀ ਵਿੱਚ ਲਿਖੀ ਆ ਕਿ ਜੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ ਤਾਂ ਸਰਕਾਰ ਸੂਬੇ ਦੀ ਉਹਨਾਂ ਨੂੰ ਸਿਕਿਉਰਿਟੀ ਮੁਹੱਈਆ ਕਰਾਊਗੀ ਜੇ ਟੋਲ ਵਸੂਲਦੇ ਆ। ਤੇ ਉਹ ਕਹਿੰਦੇ ਜੀ ਅਜੇ ਤੱਕ ਨਾ ਸਾਨੂੰ ਕੋਈ ਸਿਕਿਉਰਿਟੀ ਮਿਲੀ ਆ, 13 ਥਾਵਾਂ ਦੇ ਉੱਤੇ ਟੋਲ ਪਲਾਜ਼ੇ ਬੰਦ ਪਏ ਆ, ਉੱਥੇ ਕਿਸਾਨ ਬੈਠੇ ਆ, ਸਾਨੂੰ ਇੰਨੇ ਕਰੋੜ ਦਾ ਰੋਜ਼ ਦਾ ਜਿਹੜਾ ਘਾਟਾ ਪੈਂਦਾ, ਟੋਲ ਖਿਲਾਓ।
ਹਾਈ ਕੋਰਟ ਨੇ 4 ਦਿਨ ਪਹਿਲਾਂ ਵੀ ਕਿਹਾ ਸੀ, ਪੰਜਾਬ ਸਰਕਾਰ ਨੂੰ ਪੁੱਛਿਆ ਸੀ ਕਿ ਕੀ ਕੀਤਾ, ਇਹ ਵੀ ਕਿਹਾ ਸੀ ਕਿ ਤਾਂ ਟ੍ਰੈਂਡ ਬਣ ਗਿਆ, ਕੋਈ ਵੀ ਬੰਦਾ ਆ ਕੇ ਟੋਲ ਪਲਾਜ਼ੇ ਦੇ ਉੱਤੇ ਬਹਿ ਜਾਂਦਾ। ਹੁਣ ਸੰਧਾਲੀਆ ਸਾਹਿਬ ਪੰਜਾਬ ਸਰਕਾਰ ਨੂੰ ਨੋਟਿਸ ਨਿਕਲ ਗਿਆ, ਇਹ ਵੀ ਪੁੱਛਿਆ ਕਿ ਜਦੋਂ ਦਾ ਇਹ ਕੇਸ ਇੱਥੇ ਦਾਇਰ ਹੋਇਆ ਤੁਸੀਂ ਕੀਤਾ ਕੀ ਹੈ। ਤੇ ਸਰਕਾਰ ਨੇ ਤਾਂ ਹੁਣ ਸਰਕਾਰ ਵਾਲੇ ਬਿਆਨ ਦਿੰਦੇ, ਕਹਿੰਦੇ ਜੀ ਸਾਡੀ ਗੱਲਬਾਤ ਚੱਲ ਰਹੀ ਹੈ, ਬਹੁਤੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਨੇ ਮੰਨਣੀਆਂ ਅਸੀਂ ਤੁਹਾਨੂੰ ਵੀ ਦੱਸਦੇ ਨੇ, ਅਸੀਂ ਕੇਂਦਰ ਸਰਕਾਰ ਨੂੰ ਵੀ ਲਿਖਤੀ ਭੇਜ ਦਿੰਦੇ ਹਾਂ। ਪਰ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਨੇ ਹੁਕਮ ਦਿੱਤੇ ਆ, ਉਹਦੇ ਤੋਂ ਬਾਅਦ ਐਂ ਲੱਗਦਾ ਕਿ ਹੁਣ ਪੰਜਾਬ ਸਰਕਾਰ ਜੇ ਤਾਂ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਦੀ ਹੈ ਤਾਂ ਉਹ ਟੋਲ ਪਲਾਜ਼ੇ ਦੁਬਾਰਾ ਚਾਲੂ ਕਰਾਉਣੇ ਪੈਣਗੇ। ਜੇ ਟੋਲ ਚਾਲੂ ਕਰਾਉਣੇ ਆ ਤਾਂ ਕਿਸਾਨ ਜਥੇਬੰਦੀਆਂ ਨੂੰ ਉੱਥੋਂ ਉੱਠਣਾ ਪਊਗਾ। ਉਹਨਾਂ ਨੇ ਉੱਥੋਂ ਤਾਂ ਉੱਠਣਾ ਜੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਹੋਣਗੀਆਂ। ਮੰਗਾਂ ਪ੍ਰਵਾਨ ਕਰਨੀਆਂ ਸਾਰੀਆਂ ਸੂਬਾ ਸਰਕਾਰ ਦੇ ਵੱਸ 'ਚ ਨਹੀਂ, ਤਾਂ ਜਿਹੜੀਆਂ ਉਹਨਾਂ ਦੇ ਵੱਸ 'ਚ ਵੀ ਆ ਉਹਦੇ ਲਈ ਪੈਸੇ ਨਹੀਂ। ਜੇ ਉਹ ਨਾ ਉੱਠਣਗੇ ਸਰਕਾਰ ਨੂੰ ਸਖਤੀ ਕਰਨੀ ਪਊ, ਜੇ ਸਖਤੀ ਕਰਨੀ ਪਊ ਤਾਂ ਟਕਰਾਅ ਵਧੂ। ਸੋ ਸਰਕਾਰ ਦੇ ਲਈ ਬਹੁਤ ਕਸੂਤੀ ਸਥਿਤੀ ਹੈ ਕਿ ਇੱਕ ਪਾਸੇ ਅਦਾਲਤ ਨੂੰ ਸੰਤੁਸ਼ਟ ਕਰਨਾ, ਦੂਜੇ ਪਾਸੇ ਟੋਲ ਪਲਾਜ਼ੇ ਦੇ ਉੱਤੇ ਬੈਠੇ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਆ ਉਹਨਾਂ ਨੂੰ ਗੁੱਸੇ ਹੋਣ ਤੋਂ ਰੋਕਣਾ। ਕਿੱਧਰਲੇ ਪਾਸੇ ਨੂੰ ਜਾਊ ਸਰਕਾਰ ਪਤਾ ਨਹੀਂ। ਹਾਂ ਨਹੀਂ, ਇਹ ਮੇਰਾ ਖਿਆਲ ਇਸ ਤੋਂ ਪਹਿਲਾਂ ਵੀ ਇੱਕ ਦਿਨ ਚਰਚਾ ਸੀਗੀ, ਜਿਹੜਾ ਪੰਜਾਬੋਂ ਬਾਹਰਲਾ ਮੀਡੀਆ ਜੀ, ਉਹਦੇ 'ਚ ਇੱਕ ਦਿਨ ਇੱਕ ਡਿਬੇਟ ਜੀ ਮੈਂ ਸੁਣਦਾ ਪਿਆ ਸੀ, ਉਹਦੇ 'ਚ ਚਰਚਾ ਹੀ ਚੱਲਦੀ, ਮਤਲਬ ਮੈਂ ਤਾਂ ਇਹ ਗੱਲ ਕਰਦਾ ਵੀ ਪੰਜਾਬੋਂ ਬਾਹਰ ਕਿਸੇ ਚੀਜ਼ ਨੂੰ ਕਿਵੇਂ ਪ੍ਰੋਜੈਕਟ ਕੀਤਾ ਜਾਂਦਾ। ਉਹਦੇ 'ਚ ਇਸ ਚੀਜ਼ ਨੂੰ ਇਦਾਂ ਜ਼ਿਕਰ ਕਰਦਾ ਸੀ ਵੀ ਉਹ ਜਿਹੜੇ ਕਿਸਾਨ ਸਾਲ ਸਵਾ ਸਾਲ ਬੈਠੇ ਰਹੇ ਉਹ ਇੰਨੇ ਤਾਕਤਵਰ ਹੋ ਚੁੱਕੇ ਨੇ ਕਿ ਵੀ ਉਹ ਹੁਣ ਹਰ ਜਗ੍ਹਾ ਦੇ ਉੱਪਰ ਕੁਝ ਵੀ ਮਨਵਾ ਲੈਂਦੇ ਨੇ ਸਰਕਾਰ ਤੋਂ। ਤੇ ਫਿਰ ਉਹਦੇ ਵਿੱਚ ਹੀ ਉਹ ਜ਼ੀਰੇ ਵਾਲੀ ਫੈਕਟਰੀ ਦਾ ਜ਼ਿਕਰ ਵੀ ਕਰੀ ਜਾਂਦੇ ਸੀ। ਫਿਰ ਮੇਰਾ ਖਿਆਲ ਇੱਕ ਦੋ ਥਾਵਾਂ ਦੇ ਉੱਪਰ ਸੜਕਾਂ ਵੀ ਰੋਕੀਆਂ ਸੀ ਨਾ ਉਹ ਗੰਨੇ ਦੇ ਚੱਕਰ ਦੇ ਵਿੱਚ। ਫਿਰ ਵਿੱਚ ਆ ਟੋਲ ਪਲਾਜ਼ਿਆਂ ਵਾਲੀ ਗੱਲ ਵੀ ਚੱਲੀ ਜਾਂਦੀ ਸੀ। ਉਹ ਜਿਹੜੇ ਭਾਈ ਸਾਹਿਬ ਅਗਲੇ ਪਾਸੇ ਐਕਸਪਰਟ ਸੀ ਉਹ ਆਪਣਾ ਇੱਕ ਓਪੀਨੀਅਨ ਦਿੰਦੇ ਪਏ ਸੀ। ਓਪੀਨੀਅਨ ਉਹ ਸੀ, ਉਹ ਕਹਿੰਦੇ ਵੀ ਇਹ ਜੋ ਕੁਝ ਵੀ ਹੋ ਰਿਹਾ ਇਹਦਾ ਅਲਟੀਮੇਟਲੀ ਘਾਟਾ ਸਟੇਟ ਨੂੰ ਪੈਣਾ। ਉਹਦੀ ਸਰਕਾਰ ਦਾ ਨਾਂ ਨਹੀਂ ਲੈ ਰਿਹਾ ਬੰਦਾ ਉਹ, ਵੀ ਜੇ ਮੰਨ ਲਓ ਵੀ ਕਿਸੇ ਵੀ ਜਗ੍ਹਾ ਦੇ ਉੱਪਰ ਕੋਈ ਸਟੇਟ ਹੈ, ਉਹ ਸਟੇਟ ਦੇ ਵਿੱਚ ਓਵਰਆਲ ਜੋ ਉੱਥੋਂ ਦੀ ਸਿਚੁਏਸ਼ਨ ਹੈ ਉਹੋ ਜਿਹੀ ਹਾਲਾਤ, ਉਹਨਾਂ ਸਾਰਿਆਂ ਨੂੰ ਉਹ ਲੋਕ ਦੇਖਦੇ ਨੇ ਜਿਹੜੇ ਲੋਕਾਂ ਨੇ ਉੱਥੇ ਇਨਵੈਸਟ ਕਰਨਾ ਹੁੰਦਾ। ਜਦੋਂ ਉਹਨਾਂ ਨੂੰ ਜਾਪਦਾ ਵੀ ਯਾਰ ਅੱਛਾ ਅਸੀਂ ਉੱਥੇ ਕਾਰੋਬਾਰ ਤਾਂ ਖੋਲਾਂਗੇ, ਹੋ ਸਕਦਾ ਕੱਲ੍ਹ ਨੂੰ ਉਸ ਕਾਰੋਬਾਰ ਦੇ ਦੁਆਲੇ ਕੁਛ ਇਹੋ ਜਿਹੇ ਪ੍ਰੈਸ਼ਰ ਗਰੁੱਪਸ ਆ ਜਾਣ, ਫਿਰ ਸਾਡੀ ਇਨਵੈਸਟਮੈਂਟ ਵੀ ਜਾਂਦੀ ਲੱਗਣੀ, ਤਾਂ ਉਹਨੂੰ ਚੰਗਾ ਵੀ ਆਪਾਂ ਪਾਸਾ ਵੱਟ ਲਈਏ। ਉਹ ਬੰਦਾ ਜ਼ਿਕਰ ਕਰਦਾ ਸੀ ਉਹਨਾਂ ਸਟੇਟਾਂ ਦਾ ਜਿਨ੍ਹਾਂ ਸਟੇਟਾਂ ਦੇ ਵਿੱਚ ਅਜੇ ਵੀ ਇਹੋ ਜਿਹੀ ਪਰੇਸ਼ਾਨੀ ਹੈ ਵੀ ਕੁਛ ਇੱਕ ਐਸੇ ਗਰੁੱਪ ਨੇ ਜਿਹੜੇ ਗਰੁੱਪ ਨਹੀਂ ਚਾਹੁੰਦੇ ਵੀ ਹਾਂਜੀ ਤੁਸੀਂ ਇਹਨਾਂ ਥਾਵਾਂ ਦੇ ਉੱਪਰ ਆ ਕੇ ਤੇ ਨਵੇਂ ਪ੍ਰੋਜੈਕਟ ਲਾਓ ਜੀ, ਜਾਂ ਉਹ ਹਨੇਰੇ ਸਵੇਰੇ ਹਮਲਾ ਕਰ ਦਿੰਦੇ ਆ ਜਾਂ ਹਨੇਰੇ ਸਵੇਰੇ ਕੁਛ ਨਾ ਕੁਛ ਉਹ ਹੁੰਦਾ। ਮੈਂ ਗੱਲ ਇਹ ਸੋਚਦਾ ਸੀ ਵੀ ਤੁਸੀਂ ਦੇਖੋ ਵੀ ਜੇ ਪੰਜਾਬ ਦੇ ਪੁਆਇੰਟ ਆਫ ਵਿਊ ਤੋਂ ਵੇਖੀਏ ਤੇ ਕਿਸਾਨਾਂ ਦੀਆਂ ਇੱਕ ਮੰਗਾਂ ਨੇ, ਉਹਨਾਂ ਮੰਗਾਂ ਦੇ ਲਈ ਉਹਨਾਂ ਦਾ ਇੱਕ ਪ੍ਰਦਰਸ਼ਨ ਕਰਨ ਦਾ ਤਰੀਕਾ, ਉਸ ਪ੍ਰਦਰਸ਼ਨ ਦੇ ਵੱਲ ਧਿਆਨ ਜਾਵੇ ਸਰਕਾਰ ਦਾ ਜਾਂ ਉੱਪਰਲੀਆਂ ਸਰਕਾਰਾਂ ਦਾ, ਇਸ ਕਰਕੇ ਉਹ ਬੈਠੇ ਨੇ। ਪਰ ਜਦੋਂ ਉਹਨੂੰ ਬਾਹਰਲੇ ਪਾਸਿਓਂ ਕੋ ਦੇਖ ਕੇ ਬੰਦਾ ਪ੍ਰੋਜੈਕਟ ਕਰ ਰਿਹਾ ਤਾਂ ਉਹਨੇ ਜੋੜੀ ਦੇਖੋ ਗੱਲ ਕਿਹੜੀ ਸਟੇਟ ਦੇ ਵਿੱਚ ਜਾ ਕੇ ਤੇ ਕਿਹੜੇ ਹਿਸਾਬ ਨਾਲ। ਹੁਣ ਮੈਂ ਸੋਚਦਾ ਸੀ ਵੀ ਜੇ ਵਿਸ਼ਾ ਮੰਨ ਲਓ ਕੱਲ੍ਹ ਨੂੰ ਚੱਲਦਾ ਰਹੂਗਾ ਤੇ ਫਿਰ ਜਦੋਂ ਅਗਲੇ ਬੰਦੇ ਕਿਤੇ ਹੋ ਸਕਦਾ ਕੋਈ ਹੋਰ ਤੀਸਰਾ ਬੰਦਾ ਉਹਦੇ ਹਿਸਾਬ ਨਾਲ ਲਿਖੇ ਵੀ ਹਾਂਜੀ ਪੂਰੇ ਭਾਰਤ ਦੇ ਵਿੱਚ ਦੱਸਿਆ ਜਾਵੇ ਜੀ ਕਿਸ ਕਿਸ ਤਰ੍ਹਾਂ ਦੇ ਗਰੁੱਪ ਨੇ ਤੇ ਉਹ ਕੀ ਕਰਦੇ ਨੇ ਜੀ। ਇਹ ਨਾ ਹੋਵੇ ਵੀ ਇਹਨਾਂ ਬੰਦਿਆਂ ਨੂੰ ਜਿਹੜੇ ਆਮ ਸਧਾਰਨ ਲੋਕ ਨੇ ਉਹਨਾਂ ਨੂੰ ਵੀ ਉਹਨਾਂ ਗਰੁੱਪਾਂ ਵਾਲੀ ਲਿਸਟ ਦੇ ਵਿੱਚ ਰੱਖ ਲੈਣ ਵੀ ਹਾਂਜੀ ਫਲਾਨੀ ਸਟੇਟ ਦੇ ਵਿੱਚ ਆਹ ਗਰੁੱਪ ਹੈ, ਫਲਾਨੀ ਸਟੇਟ ਦੇ ਵਿੱਚ ਆਹ ਗਰੁੱਪ ਹੈ। ਖੁਫੀਆ ਰਿਪੋਰਟਾਂ ਹੀ ਇੱਦਾਂ ਚੱਲ ਜਾਣ, ਖੁਫੀਆ ਰਿਪੋਰਟਾਂ ਇੱਦਾਂ ਚੱਲੇ। ਸੋ ਮੈਨੂੰ ਲੱਗਦਾ ਵੀ ਇਹ ਜ਼ਰੂਰ ਸਰਕਾਰ ਨੂੰ ਇਸ ਪੁਆਇੰਟ ਆਫ ਵਿਊ ਤੋਂ ਸੋਚਣਾ ਚਾਹੀਦਾ। ਪਲੱਸ ਇਹ ਜਿਹੜੀਆਂ ਗੱਲਾਂ ਨੇ ਇਹ ਵੀ ਜ਼ਰੂਰ ਉਹਨਾਂ ਜਥੇਬੰਦੀਆਂ ਤੱਕ ਪਹੁੰਚਾਉਣੇ ਚਾਹੀਦੇ, ਕਿਉਂਕਿ ਆਮ ਸਧਾਰਨ ਜਿਹੜੇ ਬੰਦੇ ਨਾਲ ਜੁੜੇ ਹੁੰਦੇ ਉਹਨਾਂ ਨੂੰ ਥੋੜ੍ਹਾ ਪਤਾ ਹੁੰਦਾ ਵੀ ਇਹ ਕਿਹੜੀ ਚੀਜ਼ ਨੂੰ ਕਿਵੇਂ ਪ੍ਰੋਜੈਕਟ ਕੀਤਾ ਜਾ ਰਿਹਾ ਜੀ। ਉਹਨਾਂ ਲੀਡਰਾਂ ਤੱਕ ਜ਼ਰੂਰ ਗੱਲ ਪਹੁੰਚਾਈ ਜਾਵੇ ਕਿ ਵੀ ਤੁਸੀਂ ਇੱਕ ਪ੍ਰੈਸ਼ਰ ਗਰੁੱਪ ਹੋ, ਤੁਸੀਂ ਇੱਕ ਆਮ ਕਿਸਾਨ ਹੋ, ਤੁਹਾਡੀ ਤਸਵੀਰ ਕੁਝ ਹੋਰ ਨਾ ਬਣਾ ਕੇ ਪੇਸ਼ ਕਰ ਦਿੱਤੀ ਜਾਵੇ, ਉਹਦਾ ਵੀ ਖਿਆਲ ਰੱਖਣਾ ਚਾਹੀਦਾ। ਬਹੁਤ ਜ਼ਰੂਰੀ ਹੈ ਸੰਧਾਲੀਆ ਸਭ ਕਿਸਾਨ ਜਥੇਬੰਦੀਆਂ ਅਸੀਂ ਉਮੀਦ ਕਰਦੇ ਸਮਝਣਗੀਆਂ, ਸਰਕਾਰਾਂ ਵੀ ਸਮਝਣ, ਕਿਉਂਕਿ ਜੇ ਉਹ ਕਹਿੰਦੇ ਆ ਸਾਨੂੰ MSP ਚਾਹੀਦੀ ਹੈ ਤਾਂ ਉਹ ਕੋਈ ਵਾਧੂ ਨਹੀਂ ਮੰਗਦੇ। ਜੇ ਉਹ ਕਹਿੰਦੇ ਆ ਕਿ ਭਾਈ ਸਾਨੂੰ ਵਧੀਆ ਨਸਲ ਦੇ ਜਿਹੜੇ ਆ ਉਹ ਬੀਜ ਚਾਹੀਦੇ ਆ ਤਾਂ ਉਹ ਕੋਈ ਵਾਧੂ ਚੀਜ਼ ਨਹੀਂ ਮੰਗਦੇ। ਜੇ ਉਹ ਚਾਹੁੰਦੇ ਆ ਕਿ ਭਾਈ ਅਸੀਂ ਝੋਨੇ ਤੋਂ ਬਿਨਾਂ ਹੋਰ ਖੇਤੀ ਕਰਨ ਨੂੰ ਤਿਆਰ ਆ ਪਰ ਸਾਡਾ ਘਾਟਾ ਪੂਰਾ ਕਰਿਓ, ਉਹ ਕੋਈ ਵਾਧੂ ਥੋੜੀ ਮੰਨਦੇ ਆ। ਉਹ ਤਾਂ ਬਿਲਕੁਲ ਠੀਕ ਮੰਗਾਂ ਮੰਨਦੇ, ਹੱਕੀ ਮੰਗਾਂ। ਹਾਂ, ਹੱਕੀ ਮੰਗਾਂ ਨੇ। ਤੇ ਬਾਕੀ ਕਿਸਾਨ ਅੰਦੋਲਨ ਜਦੋਂ ਖਤਮ ਹੋਇਆ ਸੀ ਉਦੋਂ ਕੁਝ ਵਾਅਦੇ ਕੀਤੇ ਸੀ ਉਹਦੀ ਪੂਰਤੀ ਮੰਗਦੇ ਆ। ਟੋਲ ਪਲਾਜ਼ਿਆਂ ਬਾਬਤ ਤਾਂ ਬਹੁਤ ਕੁਝ ਚੱਲਦਾ ਰਿਹਾ। ਇਹ ਵੈਸੇ ਤਾਂ ਹੋਣੇ ਨਹੀਂ ਚਾਹੀਦੇ ਲੋਕਤੰਤਰੀ ਦੇਸ਼ ਦੇ ਵਿੱਚ, ਪਰ ਹੈਗੇ ਆ। ਜੇ ਬੰਦ ਹੋ ਸਕਦੇ ਤਾਂ ਕਰੋ। ਬਾਕੀ ਸੰਧਾਲੀਆ ਸਾਹਿਬ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਦੋਂ ਲੱਗਦਾ ਸੀ ਕਿ ਪਤਾ ਨਹੀਂ ਕੌਣ ਜਿੱਤੂ, ਕੌਣ ਅੱਗੇ ਕੌਣ ਪਿੱਛੇ। ਫਿਰ ਹਿਮਾਚਲ, ਫਿਰ ਗੁਜਰਾਤ, ਫਿਰ ਮੋਹਾਲੀ, ਕਈ ਜਗ੍ਹਾ ਦੇ ਉੱਤੇ ਰੌਲੇ ਰੱਪੇ ਪਏ। ਫਿਰ ਸੰਗਰੂਰ ਦੀ ਜ਼ਿਮਨੀ ਚੋਣ ਆ ਗਈ। ਹੁਣ ਇੱਕ ਵਾਰ ਫਿਰ ਵੋਟਾਂ ਦੇ ਪੱਖ ਤੋਂ ਰੌਲਾ ਰੱਪਾ ਸੰਧਾਲੀਆ ਸਾਹਿਬ। ਚੰਡੀਗੜ੍ਹ ਨਗਰ ਨਿਗਮ ਦੇ ਵਿੱਚ 3 ਅਹੁਦਿਆਂ ਦੀ ਚੋਣ ਹੋਣੀ ਹੈ, ਇੱਕ ਮੇਅਰ, ਦੂਸਰੇ ਡਿਪਟੀ ਮੇਅਰ, ਤੀਸਰੇ ਸੀਨੀਅਰ ਡਿਪਟੀ ਮੇਅਰ। ਤੇ ਉੱਥੇ ਗਣਿਤ ਇੱਦਾਂ ਕਿ ਤੁਹਾਨੂੰ 19 ਕੌਂਸਲਰ ਚਾਹੀਦੇ ਆ ਜੇ ਤੁਸੀਂ ਆਪ ਦੇ ਬੰਦੇ ਜਿਤਾਉਣੇ ਆ, ਘੱਟੋ ਘੱਟ 19। 14 ਬੰਦੇ ਉੱਥੇ ਭਾਰਤੀ ਜਨਤਾ ਪਾਰਟੀ ਕੋਲ ਹੈ, 14 ਹੀ ਆਮ ਆਦਮੀ ਪਾਰਟੀ ਕੋਲ ਹੈ, ਬਿਲਕੁਲ ਬਰਾਬਰ।
ਪਰ ਭਾਰਤੀ ਜਨਤਾ ਪਾਰਟੀ ਦੇ ਕੋਲੇ ਬੀਬੀ ਕਿਰਨ ਖੇਰ ਦੀ ਇੱਕ ਵੋਟ ਹੈਗੀ ਆ, ਕਿਉਂਕਿ ਜਿਹੜਾ ਚੰਡੀਗੜ੍ਹ ਦਾ ਐਮਪੀ ਹੁੰਦਾ ਉਹ ਵੀ ਨਗਰ ਨਿਗਮ ਦੇ ਵਿੱਚ ਜਦੋਂ VOTING ਹੁੰਦੀ ਉਹਦੇ ਵਿੱਚ ਵੋਟ ਪਾ ਸਕਦਾ ਇੱਕ। ਸੋ 14 ਬੀਜੇਪੀ ਦੇ ਆਪਣੇ, ਇੱਕ ਐਮਪੀ ਦੀ ਵੋਟ ਕੁੱਲ ਮਿਲਾ ਕੇ ਹੋ ਗਿਆ 15, ਆਮ ਆਦਮੀ ਪਾਰਟੀ ਕੋਲ 14, ਪਰ ਜੇ ਬੀਜੇਪੀ ਦੇ ਕੋਲੇ 15 ਵੀ ਹੈ, 4 ਘਟਦੇ ਆ। ਉਧਰਲੇ ਪਾਸੇ ਆਮ ਆਦਮੀ ਪਾਰਟੀ ਕੋਲ 14 ਤੇ ਉਹਦੇ ਕੋਲੇ 5 ਘਟਦੇ ਆ। ਹੁਣ ਉੱਥੇ 6 ਬੰਦੇ ਕਾਂਗਰਸ ਦੇ ਕੋਲ ਨੇ, 6 ਕਾਂਗਰਸ ਦੇ ਕੋਲ ਆ। ਪਿਛਲੀ ਵਾਰੀ ਬੀਜੇਪੀ ਦਾ ਮੇਅਰ ਉੱਥੇ ਬਣ ਗਿਆ ਸੀ ਕਿਉਂਕਿ ਕਾਂਗਰਸ ਨੇ ਕਹਤਾ ਬਾਈਕਾਟ। ਜਦੋਂ ਬਾਈਕਾਟ ਤਾਂ ਫਿਰ ਇਹਦਾ ਮਤਲਬ ਮੇਅਰ ਦੇ ਲਈ ਬੰਦੇ ਘੱਟ ਚਾਹੀਦੇ ਆ, ਉਦੋਂ ਬੀਜੇਪੀ ਦਾ ਲੱਗ ਗਿਆ ਸੂਤ। ਹੁਣ ਕਾਂਗਰਸ ਵਾਲੇ ਐਤਕੀ ਕਹਿੰਦੇ ਅਸੀਂ ਬਾਈਕਾਟ ਨਹੀਂ ਕਰਨਾ। ਜੇ ਕਾਂਗਰਸ ਵਾਲੇ ਬਾਈਕਾਟ ਨਹੀਂ ਕਰਦੇ ਤਾਂ ਫਿਰ ਮੇਅਰ ਕਿਹਦਾ ਬਣੂਗਾ? ਇਹ ਰੌਲਾ ਬੀਜੇਪੀ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ, ਆਮ ਆਦਮੀ ਪਾਰਟੀ ਨੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਐਲਾਨਤਾ, ਪਰ ਉੱਥੇ ਇੱਕ ਬੰਦਾ ਹੋਰ ਹੈਗਾ, ਉਹ ਹੈਗਾ ਅਕਾਲੀ ਦਲ ਦਾ ਇੱਕ ਕਾਉਂਸਲਰ ਹੈ। ਕੀ ਅਕਾਲੀ ਦਲ ਨੇ ਹੁਣ ਆਪਦਾ ਬੰਦਾ ਤਾਂ ਖੜਾ ਨਹੀਂ ਕਰਨਾ ਕਿਉਂਕਿ ਇੱਕ ਹੀ ਹੈ ਨਾ, ਉਹ ਬਾਈਕਾਟ ਕਰ ਸਕਦੇ ਆ। ਕਿਤੇ ਨਾ ਕਿਤੇ ਇਹ ਵੀ ਰੌਲਾ, ਅਸੀਂ ਨਹੀਂ ਕਹਿੰਦੇ ਕਿ ਉਹ ਮਾੜਾ, ਇਹ ਚਰਚਾ ਮੀਡੀਆ ਦੀਆਂ ਖਬਰਾਂ ਨੇ ਕਿ ਹੋ ਸਕਦਾ ਕਿ ਉਹ ਵੀ ਬੀਜੇਪੀ ਵਾਲੇ ਪਾਸੇ ਨਾਲ ਬੰਦਾ ਭੁਗਤ ਜਾਏ। ਹੁਣ ਜੇ ਉਹ ਵੀ ਭੁਗਤ ਗਿਆ ਉਹਨੂੰ ਹੋ ਜਾਣੇ 16 ਬੰਦੇ, 3 ਫਿਰ ਘਟਦੇ ਆ। ਕੀ ਕਾਂਗਰਸ ਪਾਰਟੀ ਦੇ ਵਿੱਚੋਂ ਕ੍ਰਾਸ ਵੋਟਿੰਗ ਹੋਏਗੀ? ਕ੍ਰਾਸ ਵੋਟਿੰਗ ਆਮ ਆਦਮੀ ਪਾਰਟੀ ਚੋਂ ਵੀ ਹੋ ਸਕਦੀ ਹੈ। ਪਰ ਚਰਚਾ ਇਹ ਵੀ ਚੱਲਦੀ ਹੈ ਕਿ ਬੀਜੇਪੀ ਦੇ ਜਿਹੜੇ ਕੈਂਡੀਡੇਟ ਅਨਾਉਂਸ ਕੀਤੇ ਆ ਉਹਨਾਂ ਤੋਂ ਵੀ ਬੀਜੇਪੀ ਦੇ ਕੁਝ ਇੱਕ ਕਾਉਂਸਲਰ ਬਹੁਤੇ ਜ਼ਿਆਦਾ ਖੁਸ਼ ਨਹੀਂ, ਇਸ ਕਰਕੇ ਚੁੱਪ ਚਪੀਤੇ ਵੋਟਿੰਗ ਹੋਣੀ ਹੈ, ਗੁਪਤ ਹੋਣੀ ਹੈ। ਹੋ ਸਕਦਾ ਬੀਜੇਪੀ ਦੇ ਕੁਝ ਕਾਉਂਸਲਰ ਜਿਹੜੇ ਨਾ ਖੁਸ਼ ਨੇ ਉਹ ਵੀ ਕ੍ਰਾਸ ਵੋਟਿੰਗ ਕਰ ਦੇਣ। ਪਰ ਵਿੱਚ ਇਹ ਵੀ ਚਰਚਾ ਚੱਲਦੀ ਸੀ ਕਿ ਹੋ ਸਕਦਾ ਹੈ ਕਿ ਜਿੱਦਾਂ ਦਿੱਲੀ ਦੇ ਵਿੱਚ ਪਹਿਲੀ ਵਾਰ ਸਰਕਾਰ ਬਣੀ ਕਾਂਗਰਸ ਤੇ ਆਪ ਦੀ, ਐਤਕੀ ਹੋ ਸਕਦਾ ਕਿ ਉਹ ਗਿਣਤੀਆਂ ਮਿਣਤੀਆਂ ਦੇ ਤਹਿਤ ਇੱਕ ਅੱਧਾ ਅਹੁਦਾ ਕਾਂਗਰਸ ਨੂੰ ਦੇ ਕੇ 2 ਅਹੁਦੇ ਆਪਣੇ ਕੋਲ ਰੱਖ ਕੇ ਇਦਾਂ ਦਾ ਕੋਈ ਸਮਝੌਤਾ ਹੋ ਜਾਏ, ਪਰ ਉਹਦਾ ਨੁਕਸਾਨ ਬੜਾ ਹੋਣਾ ਹੈ। ਮੂਹਰੇ ਹਰਿਆਣੇ ਦੀ ਇਲੈਕਸ਼ਨ ਹੈ, ਰਾਜਸਥਾਨ ਦੀ ਇਲੈਕਸ਼ਨ ਹੈ, ਪਰ ਅਜੇ ਤੱਕ ਵੀ ਜੋੜ ਤੋੜ ਚੱਲ ਰਹੇ ਨੇ, ਗਿਣਤੀਆਂ ਮਿਣਤੀਆਂ ਚੱਲ ਰਹੀਆਂ। ਬੀਜੇਪੀ ਐਮਪੀ ਦੀ ਵੋਟ ਕਰਕੇ ਸਭ ਤੋਂ ਅੱਗੇ ਤਾਂ ਹੈ, ਪਰ ਇਹਦੇ ਬਾਵਜੂਦ ਵੀ ਅਜੇ ਤੱਕ ਬਹੁਮਤ ਕਿਸੇ ਦਾ ਨਹੀਂ। ਹਾਂ, ਪੰਜਾਬ ਦੇ ਵਿੱਚ ਬਹੁਤ ਵਾਰ ਸਰਕਾਰ ਬਣਾ ਚੁੱਕੀ ਅਕਾਲੀ ਦਲ ਦਾ, ਉੱਥੇ ਇੱਕੋ ਹੀ ਕਾਉਂਸਲਰ ਹੈ, ਉਹਦੀ ਸਥਿਤੀ ਕੀ ਰਹੂਗੀ ਇਹ ਵੀ ਦੇਖਣ ਵਾਲੀ ਗੱਲ ਹੋਣੀ ਹੈ। ਦੇਖੋ ਜੀ, ਉਹ ਇੱਕ ਨਾ ਕਹੋ, ਅੱਛਾ, ਉਹਨੂੰ 1.25 ਲੱਖ ਕਹੋ, ਹੈ ਨਾ। 1.25 ਲੱਖ ਮੈਂ ਇਸ ਕਰਕੇ ਸ਼ਬਦ ਵਰਤਦਾ, ਉਹਦੀ ਕੀਮਤ ਬੜੀ ਹੈ, ਕੀਮਤ ਬੜੀ ਹੈ ਉਹਦੀ ਇਸ ਵਕਤ। ਦੂਜੀ ਗੱਲ ਇਹ ਕਿ ਵੀ ਇਹ ਘਟਨਾ ਉਦੋਂ ਵਾਪਰਨੀ ਆ ਜਦੋਂ ਉਧਰਲੇ ਪਾਸਿਓਂ ਕੜੱਤਣ ਸਿਖਰਾਂ ਤੇ ਆ ਜੀ। ਜਦੋਂ ਚਰਚਾਵਾਂ ਇਹ ਚੱਲਦੀਆਂ ਪਈਆਂ ਨੇ ਵੀ ਹਾਂਜੀ ਮਹਾਰਾਜ ਗੱਠਜੋੜ ਅਸੀਂ ਤੇ ਬਿਲਕੁਲ ਨਹੀਂ ਕਰਨਾ। ਹੁਣ ਮੇਰਾ ਖਿਆਲ ਗੁਰਪ੍ਰੀਤ ਕਾਂਗੜ ਸਾਹਿਬ ਕਾਂਗਰਸ ਪਾਰਟੀ 'ਚ ਹੁੰਦੇ ਸੀ, ਅੱਜ ਕੱਲ੍ਹ ਬੀਜੇਪੀ 'ਚ ਗਏ ਨੇ, ਉਹਨਾਂ ਨੇ ਅਹੁਦਾ ਵੀ ਦਿੱਤਾ ਜਨਰਲ ਸਕੱਤਰ ਦਾ। ਉਹ ਕਹਿੰਦੇ ਦੇਖੋ ਜੀ ਇਹ ਤਾਂ ਗੱਲ ਕਲੀਅਰ ਹੈ ਵੀ ਗੱਠਜੋੜ ਕਿਸੇ ਦੇ ਨਾਲ ਨਹੀਂ, ਆਪਾਂ ਇਲੈਕਸ਼ਨ ਲੜਨੀ ਇਕੱਲਿਆਂ ਤੇ 13 ਦੀਆਂ 13 ਸੀਟਾਂ ਜਿੱਤਣੀਆਂ, ਜੀ ਉਹ ਆਮ ਤੌਰ ਤੇ ਲੀਡਰ ਦਾਅਵਾ ਕਰਦੇ। ਹੁਣ ਤੁਸੀਂ ਦੇਖੋ ਵੀ ਚੰਦ ਮਹੀਨੇ ਪਹਿਲਾਂ ਤੱਕ ਕਾਂਗਰਸ ਪਾਰਟੀ ਵਾਲੇ ਪਾਸੇ ਹੋ ਕੇ ਕਾਂਗਰਸ ਪਾਰਟੀ ਦੀ ਸਰਕਾਰ 'ਚ ਮੰਤਰੀ ਹੁੰਦੇ ਆ ਜੀ, ਉਹ ਬੀਜੇਪੀ ਦੇ ਵਿਰੋਧ 'ਚ ਵੀ ਸੀਗੇ, ਪਰ ਅੱਜ ਉਹ ਬੀਜੇਪੀ ਵਾਲੇ ਪਾਸਿਓਂ ਉਹ ਬਿਆਨ ਦਿੰਦੇ ਨੇ। ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਿਤੇ ਇੱਧਰ ਉੱਧਰ ਚਰਚਾ ਚੱਲਦੀ ਹੋਊਗੀ ਤੇ ਹੋ ਸਕਦਾ ਉੱਪਰਲੇ ਬੰਦੇ ਵੀ ਜੋੜ ਤੋੜ ਲਾਉਂਦੇ ਹੋਣ, ਕਿਉਂਕਿ ਇਕੱਲੀ ਚੰਡੀਗੜ੍ਹ ਦੇ ਮੇਅਰ ਦੀ ਗੱਲ ਨਹੀਂ ਨਾ ਹੈਗੀ, ਅਜੇ ਦਿੱਲੀ ਵਾਲੇ ਮੇਅਰ ਵਾਲਾ ਪੇਚ ਵੀ ਫਸਿਆ, ਕਿਉਂਕਿ ਉਦਣ ਤੇ ਜਿੱਦਣ ਬੈਠੇ ਸੀ ਉਦਣ ਤੇ ਛਤਰੋ ਛਤਰੀ ਹੋ ਕੇ ਪਾਸੇ ਹੋ ਗਏ, ਤੇ ਹੁਣ ਅੱਗੇ ਚਲੋ ਉਪ ਰਾਜਪਾਲ ਸਾਹਿਬ ਕਿੱਦਾਂ ਦਾ ਟਾਈਮ ਦਿੰਦੇ, ਹੁਣ ਉਦਣ ਬਹਿ ਕੇ ਫਿਰ ਮੇਅਰ ਬਣਾਉਣਾ। ਉਹਦੇ ਤੋਂ ਪਹਿਲਾਂ ਆਪਾਂ ਕਹਿ ਲਓ ਵੀ ਜੇ ਦਿੱਲੀ ਵਾਲਾ ਫਾਈਨਲ ਹੈ ਤੇ ਇੱਕ ਸੈਮੀ ਫਾਈਨਲ ਹੀ ਆ ਜੀ। ਹੁਣ ਸੈਮੀ ਫਾਈਨਲ ਦੇ ਵਿੱਚ ਜੇ ਮੰਨ ਲਓ ਵੀ ਕੜੱਤਣ ਵਾਲੇ ਬੰਦੇ ਆਸੇ ਪਾਸੇ ਤੁਰੇ ਵੀ ਫਿਰਨ, ਫਿਰ ਵੀ ਕੋਈ ਨਾ ਕੋਈ ਉਹਨਾਂ ਦਾ ਇੱਕ ਅੱਧਾ ਬੰਦਾ ਨੇੜੇ ਲਾਉਣਾ ਪੈ ਜਾਏ। ਮੈਂ ਨਹੀਂ ਕਹਿੰਦਾ ਪਾਰਟੀ ਪੁਆਇੰਟ ਆਫ ਵਿਊ ਤੋਂ, ਕਿਸੇ ਵੇਲੇ ਲੋਕਲ ਅਪਰੋਚ ਵੀ ਹੁੰਦੀ ਆ ਵੀ ਸਰਦਾਰ ਸਾਹਿਬ ਛੱਡੋ ਖਹਿੜਾ ਯਾਰ, ਕਿਹੜੇ ਕੰਮ 'ਚ ਪਏ ਆ, ਕੋਈ ਗੱਲ ਨਹੀਂ, ਇੱਥੇ ਹੀ ਰਹਿਣਾ, ਇੱਕੋ ਹੀ ਸ਼ਹਿਰ ਆ, ਕੁਛ ਪਤਾ ਥੋੜਾ ਹੁੰਦਾ ਵੀ ਕੱਲ ਨੂੰ ਕੀ ਹੋ ਜੇ। ਨਾਲੇ ਭਾਈਚਾਰਕ ਸਾਂਝ ਵੀ ਕੋਈ ਚੀਜ਼ ਹੁੰਦੀ ਹੈ, ਆਹੋ ਮਿਲਵਰਤੋਂ ਵੀ ਕੋਈ ਚੀਜ਼ ਹੁੰਦੀ ਹੈ, ਨਾਲੇ 9 ਮਾਸ ਦਾ ਰਿਸ਼ਤਾ ਜ਼ਰੂਰੀ ਥੋੜਾ ਵੀ ਪਾਰਟੀਆਂ ਦਾ ਹੁੰਦਾ, ਬੰਦਿਆਂ ਦਾ ਵੀ ਹੋ ਸਕਦਾ, ਬੰਦਿਆਂ ਦਾ ਵੀ ਹੋ ਸਕਦਾ। ਬਾਕੀ ਸੰਧਾਲੀਆ ਸਾਹਿਬ ਇਹਨਾਂ ਹੈਗਾ, ਦਿੱਲੀ ਦੇ ਵਿੱਚ ਸਥਿਤੀ ਆਪਣੇ ਬਚਾਉਣ ਦੀ ਹੈ, ਚੰਡੀਗੜ੍ਹ ਦੇ ਵਿੱਚ ਦੂਜਿਆਂ ਦੇ ਤੋੜਨੇ ਪੈਣੇ ਆ ਹੈ ਮਸਲਾ ਇੰਨਾ ਕੀ ਹੈ ਬਸ। ਪਰ ਪਿਛਲੀ ਵਾਰਾਂ 'ਚ ਮੈਨੂੰ ਯਾਦ ਆਉਂਦਾ ਉਦੋਂ ਵੀ ਤੇ 1-2 ਬੰਦਿਆਂ ਦੀ ਵੋਟ ਦਾ ਰੌਲਾ ਪਿਆ ਸੀ ਨਾ, ਉਹ ਕਹਿੰਦੇ ਜੀ ਕੀਤਾ ਗਈ, ਕਹਿੰਦੇ ਕੁਛ ਨਹੀਂ, ਉਹਨੇ ਨਿਸ਼ਾਨੀ ਖਨੀ ਇੱਥੇ ਲਾ ਦਿੱਤੀ ਸੀ, ਉਹ ਖਨੀ ਉਧਰ ਵਰਤੀ ਗਈ, ਉਹਦੇ ਵੋਟ ਹੀ ਕੈਂਸਲ ਹੋ ਗਈ। ਉਹ ਮੁੜ ਕੇ ਰੌਲਾ ਪਾਉਂਦੇ ਨਹੀਂ ਮੈਂ ਤੇ ਲਾਈ ਨਹੀਂ ਨਿਸ਼ਾਨੀ, ਇਹ ਪਤਾ ਨਹੀਂ ਕੌਣ ਨਿਸ਼ਾਨੀ ਲਾ ਗਿਆ, ਹੈਨਾ। ਇਹ ਨਾ ਹੋਏ ਵੀ ਇਹੋ ਜਿਹਾ ਰੌਲਾ ਐਤਕੀ ਫੇਰ ਪਾ ਕੇ ਬਹਿ ਜਾਣਗੇ। ਨਹੀਂ, ਜ਼ਰੂਰੀ ਹੈ ਜੀ ਕਿ ਉਹ ਸਾਰੀਆਂ ਚੀਜ਼ਾਂ ਤੇ ਧਿਆਨ ਹੋਵੇ। ਬਾਕੀ ਸੰਦੀਪ ਸਿੰਘ ਹੋਰੀ ਹਰਿਆਣੇ ਦੇ ਅੱਜ ਵੀ ਕੈਬਨਿਟ ਮੰਤਰੀ ਨੇ ਖੱਟਰ ਸਾਹਿਬ ਦੀ ਸਰਕਾਰ 'ਚ। ਬੀਬੀ ਇੱਕ ਕੋਚ ਸੀ, ਉਹਨੇ ਦੋਸ਼ ਲਾਤਾ ਸੀ ਐਥਲੀਟ ਬੀਬੀ ਨੇ ਕਿ ਮੈਨੂੰ ਆਪਦੇ ਦਫ਼ਤਰ ਦੇ ਕਮਰੇ ਦੇ ਵਿੱਚ ਜਾ ਕੇ ਮੈਨੂੰ ਦੋਸਤੀ ਕਰਨ ਨੂੰ ਕਹਿੰਦੇ ਸੀ, ਫਿਰ ਉਹਨਾਂ ਨੇ ਖੇਡ ਵਿਭਾਗ ਵਾਪਸ ਕਰ ਦਿੱਤਾ। ਉਹ ਬੀਬੀ ਨੇ ਵੀ ਕਿਹਾ ਕਿ ਮੇਰੀ ਇੱਕ ਟੀ-ਸ਼ਰਟ ਕੱਪੜੇ ਵੀ ਫਟ ਗਏ ਸੀ, ਕੁਛ ਇਦਾਂ ਦੀਆਂ ਗੱਲਾਂ। ਹੁਣ ਸੰਦੀਪ ਸਿੰਘ ਹੋਰਾਂ ਤੋਂ ਇੱਕ ਦੋ ਵਾਰੀ ਪੁੱਛਗਿੱਛ ਹੋ ਹਟੀ, ਕਦੇ ਘਰ ਤੇ ਕਦੇ ਥਾਣੇ। SIT ਨੇ ਉਹਨਾਂ ਦਾ ਸਾਰਾ ਸਟਾਫ ਜਿਹੜਾ ਪਿਛਲਾ 1 ਸਾਲ ਉਹਨਾਂ ਦਾ ਸਰਕਾਰੀ ਸਟਾਫ ਜਿਹੜਾ ਹੁਣ ਹੈ ਜਾਂ ਜਿਹੜਾ ਰਹਿ ਚੁੱਕਾ, ਉਹ ਸਾਰੇ ਸਟਾਫ ਨੂੰ ਸੱਦਿਆ, ਕੱਲੇ ਤੋਂ ਪੁੱਛ ਪੜਤਾਲ ਕੀਤੀ, CCTV ਕੈਮਰੇ ਦੀ ਫੁਟੇਜ ਵੀ ਜਿਹੜੀ ਹੈ ਉਹ ਆਪਣੇ ਕੰਟਰੋਲ 'ਚ ਕਰ ਲਈ, ਸੰਦੀਪ ਸਿੰਘ ਹੋਰਾਂ ਦੇ ਫੋਨ ਵੀ ਲੈ ਲਏ।
ਹੁਣ ਜਦੋਂ ਸਾਰਿਆਂ ਤੋਂ ਇਕੱਲੇ ਪੁੱਛਿਆ ਜਾ ਰਿਹਾ, ਪਤਾ ਲੱਗਾ ਉਹਦੇ ਘਰ ਦੀ ਤਲਾਸ਼ੀ ਵੀ ਲਈ ਹੈ, ਬੀਬੀ ਨੇ ਵੀ ਕੁਝ ਇੱਕ ਸਬੂਤ ਦਿੱਤੇ ਹੋਣਗੇ। ਹੁਣ ਇੱਕ ਪਾਸੇ ਹੁੱਡਾ ਸਾਹਿਬ ਨੇ ਉਹ ਕਹਿੰਦੇ ਜੀ ਠੀਕ ਹੈ SIT ਪੁੱਛਗਿੱਛ ਕਰ ਰਹੀ ਹੈ, ਸਾਰਾ ਕੁਝ ਕਰ ਰਹੀ ਹੈ, ਪਰ ਉਹ ਕਹਿੰਦੇ ਜੀ ਤੁਸੀਂ ਦੱਸੋ ਸੂਬੇ ਦੇ ਵਿੱਚ ਜਿਹੜੇ ਬੰਦੇ ਦੀ ਸਰਕਾਰ ਹੋਵੇ, ਜਿਹੜਾ ਬੰਦਾ ਸੂਬੇ ਦੇ ਵਿੱਚ ਕੈਬਨਿਟ ਮੰਤਰੀ ਹੋਵੇ, ਉਹਦੇ ਖਿਲਾਫ ਹੀ SIT ਕਿੰਨੀ ਕੁ ਨਿਰਪੱਖਤਾ ਨਾਲ ਜਾਂਚ ਕਰ ਲਓ। ਸਭ ਤੋਂ ਪਹਿਲਾਂ ਉਹ ਕਹਿੰਦੇ ਜੀ ਇਹਨਾਂ ਦੇ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ, ਜਾਂ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਸਾਹਿਬ ਨੂੰ, ਸੰਦੀਪ ਸਿੰਘ ਨੂੰ ਮੰਤਰੀ ਮੰਡਲ ਦੇ ਵਿੱਚੋਂ ਉਨੀ ਦੇਰ ਬਾਹਰ ਕਰਨਾ ਚਾਹੀਦਾ ਜਿੰਨੇ ਦੇਰ ਕਲੀਨ ਚਿੱਟ ਨਹੀਂ ਮਿਲਦੀ। ਹੁਣ ਸੰਧਾਲੀਆ ਸਾਹਿਬ ਪੇਚਾ ਤਾਂ ਬਹੁਤ ਬੁਰਾ ਫਸਿਆ। ਉਹ ਬੀਬੀ ਨੇ ਤੇ ਇਹ ਵੀ ਕਹਿਤਾ ਸੀ ਕਿ ਮੈਨੂੰ ਕਰੋੜ ਰੁਪਈਆ ਦਾ ਲਾਲਚ ਦਿੱਤਾ, ਕਰੋੜ ਰੁਪਈਆ ਲੈ ਲਾ, ਵਿਦੇਸ਼ ਦੇ ਵਿੱਚ ਸੈਟਲ ਹੋ ਜਾ, ਕਹਾਣੀ ਕੋਈ ਨਹੀਂ, ਬਸ ਦੋਸ਼ ਵਾਪਸ ਲੈ ਲਾ। ਹੁਣ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਵਰਕ ਹੋਣਾ ਚਾਹੀਦਾ ਹੈ, ਉਹਨਾਂ ਸਾਰੀਆਂ ਚੀਜ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਪਰ ਇਹ ਕੰਮ ਕਸੂਤਾ ਹੋ ਗਿਆ ਕਿਉਂਕਿ ਵਿਰੋਧੀ ਧਿਰਾਂ ਹਰਿਆਣੇ 'ਚ ਇਲੈਕਸ਼ਨ ਆ, ਉਹ ਸਰਗਰਮ ਨੇ, ਖਾਪ ਪੰਚਾਇਤਾਂ ਸਰਗਰਮ ਹੈ, ਤੇ ਬੀਬੀ ਵੀ ਕਹਿੰਦੀ ਮੈਂ ਪਿਛਾਂਹ ਨਹੀਂ ਹਟਣਾ। ਨਹੀਂ, ਪੇਚਾ ਤੇ ਵੈਸੇ ਵਾਹਵਾ ਕਸੂਤਾ ਪੈ ਗਿਆ, ਪਰ ਜਿੱਦਾਂ ਉਹ ਪਿਛਲੇ ਦਿਨੀ ਚਰਚਾ ਚੱਲੀ ਸੀ ਵੀ ਹਾਂ ਹਰਿਆਣੇ ਦੀ ਜਿਹੜੀ ਪੁਲਿਸ ਹੈ ਉਹਦੇ ਨਾਲੋਂ ਮੈਨੂੰ ਚੰਡੀਗੜ੍ਹ ਵਾਲਾ ਜਿਹੜਾ ਪ੍ਰਸ਼ਾਸਨ ਹੈ ਜੋ ਉੱਥੋਂ ਦੀ ਪੁਲਿਸ ਹੈ ਉਹਦੇ ਤੇ ਜ਼ਿਆਦਾ ਯਕੀਨ ਉਹ ਬੀਬੀ ਨੇ ਕਿਹਾ ਵੀ ਸੀਗਾ। ਫਿਰ ਮੈਂ ਕੁਦਰਤੀ ਸੋਚਦਾ ਸੀ ਵੀ ਚੰਡੀਗੜ੍ਹ ਕਿਹੜਾ ਵੀ ਮਤਲਬ ਅਮਰੀਕਾ ਦੇ ਅੰਡਰ ਆਉਂਦਾ। ਚੰਡੀਗੜ੍ਹ ਦੇ ਜੇ ਪ੍ਰਸ਼ਾਸਕ ਦੀ ਆਪਾਂ ਗੱਲ ਕਰੀਏ ਤੇ ਉਹ ਵੀ ਤੇ BJP ਦੇ ਨੇ, ਸਰਕਾਰ ਤੇ BJP ਦੀ ਇੱਕ ਤਰ੍ਹਾਂ ਨਾਲ। ਮੈਨੂੰ ਲੱਗਦਾ ਹੁੰਦਾ ਵੀ ਜੇ ਕਾਰਵਾਈ ਕਿਸੇ ਪਾਸੇ ਪੁੱਛ ਪੜਤਾਲ ਵਾਲੀ ਚੱਲ ਰਹੀ ਆ ਤੇ ਅਜੇ ਤੱਕ ਤੇ ਸਰਕਾਰ ਇਹ ਪ੍ਰਭਾਵ ਦੇਣ ਦਾ ਕੋਸ਼ਿਸ਼ ਕਰ ਰਹੀ ਵੀ ਅਸੀਂ ਇੱਕ ਜੈਨੂਅਨ ਜਿਹੜੀ ਇਨਕੁਆਇਰੀ ਉਹ ਕਰਦੇ ਪਏ ਹਾਂ, ਭਾਵੇਂ ਉਹ ਹਰਿਆਣੇ ਵਾਲੇ ਪਾਸੇ ਹੁੰਦੀ ਹੋਵੇ, ਭਾਵੇਂ ਚੰਡੀਗੜ੍ਹ ਵਾਲੇ ਪਾਸੇ ਹੁੰਦੀ ਹੋਵੇ। ਇੱਕ ਇਤਰਾਜ਼ ਉਜਰ ਆਇਆ ਸੀ ਵੀ ਹਾਂ ਵੀ ਮੈਨੂੰ ਤਾਂ ਥਾਣੇ ਸੱਦਦੇ ਨੇ, ਇਹ ਬੰਦੇ ਕੋਲੋਂ ਘਰੇ ਆ ਕੇ ਪੁੱਛਿਆ ਜਾਂਦਾ, ਅਗਲੇ ਨੇ ਥਾਣੇ ਵੀ ਸੱਦ ਲਿਆ ਜੀ। ਹੁਣ ਤੱਕ ਦੀ ਕਾਰਵਾਈ ਤੋਂ ਤੇ ਜਾਪਦਾ ਵੀ ਆਪਣੇ ਤੌਰ ਦੇ ਉੱਪਰ, ਕਿਉਂਕਿ ਜਿਹੜੀ ਆਹ ਗੱਲ ਹੈ ਵੀ ਉਹ ਸਾਰੇ ਦਾ ਸਾਰਾ ਸਟਾਫ ਜਿਹੜਾ ਪਹਿਲਾਂ ਵੀ ਇਲਾਕੇ ਨਾਲ ਰਹਿ ਚੁੱਕਾ, ਬੇਸਿਕਲੀ ਤੇ ਉਹਨਾਂ ਕੋਲੋਂ ਇਹੋ ਪੁੱਛਣਾ ਵੀ ਤੁਸੀਂ ਕਦੀ ਇਹੋ ਜਿਹਾ ਕੁਝ ਦੇਖਿਆ ਹੋਵੇ, ਤੁਹਾਨੂੰ ਸੁਭਾਅ ਤੋਂ ਕੀ ਲੱਗਿਆ ਹੋਵੇ। ਜੇ ਇਸ ਲੈਵਲ ਤੱਕ ਦੀ ਇਨਕੁਆਇਰੀ ਹੋ ਰਹੀ ਤਾਂ ਮੈਨੂੰ ਲੱਗਦਾ ਆਪਣੇ ਤੌਰ ਤੇ ਉਹ ਕੋਸ਼ਿਸ਼ ਕਰ ਰਿਹਾ ਵੀ ਬੰਦਾ ਜਿਹੜਾ ਅਸੀਂ ਨਾਲ ਰੱਖਣਾ, ਭਾਈ ਸਾਹਿਬ ਭਾਗ ਸਾਫ ਰੱਖਣਾ। ਮੈਨੂੰ ਇਹ ਵੀ ਗੱਲ ਜਾਪਦੀ ਆ ਵੀ BJP ਇਸ ਕਰਕੇ ਵੀ ਥੋੜਾ ਜ਼ਿਆਦਾ ਪੁਣ ਕੇ ਪਾਣੀ ਪੀਂਦੀ ਹੈ ਕਿਉਂਕਿ ਇਸ ਤੋਂ ਪਿਛਲੀਆਂ ਪਾਰਟੀਆਂ ਦੇ ਵਿੱਚ ਉਹਨਾਂ ਨੇ ਵੇਖ ਲਿਆ ਕੰਮ ਬਹੁਤਾ ਕਰਕੇ। ਜੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ, ਲੰਮਾ ਸਮਾਂ ਤੇ ਉਹਨੇ ਰਾਜ ਕੀਤਾ ਜੀ, ਤੇ ਬਾਅਦ ਚ ਉਹਨਾਂ ਨੂੰ ਇਹ ਵੀ ਲੱਗਦਾ ਹੁੰਦਾ ਵੀ ਯਾਰ ਬੰਦਾ ਜਿਹੜਾ ਕਿਤੇ ਨਾ ਕਿਤੇ ਇੱਧਰ ਉੱਧਰ ਖੱਬੇ ਸੱਜੇ ਹੋਵੇ, ਕੁਛ ਖਾਦੇ ਪੀਤੇ ਵਾਲਾ ਵੀ ਹੋਵੇ ਭਾਵੇਂ, ਉਹ ਜਦੋਂ ਬਾਅਦ ਦੇ ਵਿੱਚ ਸਾਹਮਣੇ ਆ ਜਾਂਦਾ ਨਾ ਤਾਂ ਫਿਰ ਉਹ ਖਰਾਬ ਕਰਦਾ। ਉਹਨੂੰ ਚੰਗਾ ਵੀ ਬੰਦੇ ਉਹ ਨਾਲ ਲੈ ਕੇ ਚਲੋ ਜਿਹੜੇ ਪੱਕੇ ਪੈਰੀ ਹੋਣ। ਕਿਸੇ ਵੇਲੇ ਹੁੰਦਾ ਨਾ ਵੀ ਯਾਰ ਤਿਲਕਣ ਬਹੁਤ ਹੀ ਰਬੜ ਵਾਲੇ ਬੂਟ ਲੈ ਕੇ ਜਾਏ, ਜਿਹਦੇ ਕੋਲੇ ਰਬੜ ਵਾਲੇ ਬੂਟ ਹੈ ਨਹੀਂ ਉਹਨੂੰ ਰਹਿਣ ਦਿਓ। ਇਹ ਗੱਲ ਤੁਹਾਡੀ ਠੀਕ ਹੈ, ਰਬੜ ਵਾਲੇ ਬੂਟ ਹੁਣ ਕਿਹਨੂੰ ਪਵਾਈਏ। ਸੰਧਾਲੀਆ ਸਾਹਿਬ ਅੱਜ ਕੱਲ੍ਹ ਨਾ ਛੋਟੀਆਂ ਵੀਡੀਓ ਕਲਿੱਪਾਂ ਬਹੁਤ ਆ ਰਹੀਆਂ, ਕਲਿੱਪਸ ਤੁਹਾਡੀ ਭਾਸ਼ਾ 'ਚ, ਕਲਿੱਪਸ, ਰੀਲਸ। ਉਹਦੇ ਵਿੱਚ ਮੇਰੇ ਖਿਆਲ ਸਨੀ ਦਿਓਲ ਸਾਹਿਬ ਕਿਸੇ ਫਿਲਮ ਦੀ ਸ਼ੂਟਿੰਗ ਕਰਦੇ ਆ ਦੁਬਾਰਾ, ਫਿਰ ਕੋਈ ਹੋਰ ਇੱਕ ਗਦਰ 2 ਸ਼ਾਇਦ ਆਉਂਦਾ, ਅੱਛਾ ਗਦਰ 2 ਜਿਹੜੀ ਆ, ਹੁਣ ਉਹਦੀ ਸ਼ੂਟਿੰਗ ਹੋ ਰਹੀ ਹੈ। ਉਹ ਕਲਿੱਪਸ ਆ ਰਹੀਆਂ ਉਹਦੀਆਂ ਕਿ ਉਹ ਸ਼ੂਟਿੰਗ ਦੇ ਵਿੱਚ ਲੱਗੇ ਆ, ਤੇ ਉਧਰ ਸੁਜਾਨਪੁਰ ਵਾਲੇ ਕਹਿੰਦੇ ਜੀ ਵੀ ਅਸੀਂ ਰੀਅਲ ਲਾਈਫ ਦੇ ਵਿੱਚ ਨਹੀਂ, ਅਸੀਂ ਰੀਅਲ ਲਾਈਫ ਦੇ ਵਿੱਚ ਅਸੀਂ ਸਾਹ ਲੈਂਦੇ ਆ, ਸਾਡੇ ਤੋਂ ਨਲਕਾ ਨਹੀਂ ਪੁੱਟਿਆ ਜਾਂਦਾ, ਸਾਡੇ ਤੋਂ ਨਲਕਾ ਗੇੜਿਆ ਮਸਾਂ ਜਾਂਦਾ ਹੈ। ਉਹ ਕਹਿੰਦੇ ਜੀ ਸਾਡੇ ਤੋਂ 5 ਬੰਦਿਆਂ ਦੇ ਮੁੱਕੇ ਨਹੀਂ ਮਾਰੇ ਜਾਂਦੇ, ਸਾਡੇ ਤੋਂ ਤਾਂ ਇੱਕ ਬੰਦੇ ਨਾਲ ਖੜ ਕੇ ਬਹਿਸ ਮਸੀਂ ਕੀਤੀ ਜਾਂਦੀ ਹੈ। ਉਹਨਾਂ ਨੇ ਪੋਸਟਰ ਲਾਤੇ ਜੀ। ਸੁਜਾਨਪੁਰ ਕਿਉਂਕਿ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਹਿੱਸਾ ਹੈ, ਉੱਥੇ ਗੁੰਮਸ਼ੁਦਾ ਦੀ ਤਲਾਸ਼ ਲਿਖਿਆ, ਸਨੀ ਦਿਓਲ ਸਾਹਿਬ ਦੀ ਫੋਟੋ ਲੱਗੀ ਹੈ, ਤੇ ਉਹ ਕਹਿੰਦੇ ਜੀ ਸੜਕ ਬਣਨੀ ਸੀ, ਵਾਅਦੇ ਕਰਕੇ ਗਏ ਸੀ, ਮੁੜੇ ਹੀ ਨਹੀਂ। ਇਹ ਤਾਂ ਗੱਲ ਬਿਲਕੁਲ ਦਰੁਸਤ ਹੈ ਕਿ ਸਨੀ ਦਿਓਲ ਸਾਹਿਬ ਮੁੜੇ ਹੀ ਨਹੀਂ। ਹਾਂ, ਉਹ ਭੱਜ ਦੌੜ ਬਹੁਤ ਕਰਦੇ ਆ, ਪਰ ਕਰਦੇ ਮੁੰਬਈ ਤੋਂ ਦਿੱਲੀ ਦੇ ਵਿਚਾਲੇ ਆ। ਉਹਨਾਂ ਦੀ ਪੋਸਟ ਆਉਂਦੀ ਹੁੰਦੀ ਕੁਛ ਨਾ ਕੁਛ ਕਿ ਮੈਂ ਅੱਜ ਇਸ ਮੰਤਰੀ ਨੂੰ ਮਿਲਿਆ, ਮੈਂ ਆਪਣੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਇਸ ਕੰਮ ਦੇ ਲਈ ਮੰਤਰੀ ਸਾਹਿਬ ਨਾਲ ਮਿਲ ਕੇ ਗੁਜ਼ਾਰਿਸ਼ ਕੀਤੀ ਆ, ਤਾਂ ਕਹਿੰਦੇ ਆਪਾਂ ਨਿਬੇੜ ਦਿਆਂਗੇ, ਪਰ ਆਉਂਦੇ ਨਹੀਂ। ਹੁਣ ਮੈਂ ਸੋਚ ਰਿਹਾ ਸੀ ਸੰਧਾਲੀਆ ਸਾਹਿਬ, ਦੇਖੋ ਇੱਕ ਜਿਹੜਾ ਮੈਂਬਰ ਪਾਰਲੀਮੈਂਟ ਆ ਨਾ, ਉਹਨੂੰ ਤਨਖਾਹ ਮਿਲਦੀ ਹੈ, ਉਹਨੂੰ ਸਰਕਾਰੀ ਗੱਡੀ ਮਿਲਦੀ ਹੈ, ਉਹਨੂੰ ਸਰਕਾਰੀ ਘਰ ਮਿਲਦਾ ਹੈ, ਉਹਨੂੰ ਸਰਕਾਰੀ ਖਰਚ ਮਿਲਦਾ ਕਈ ਤਰ੍ਹਾਂ ਦਾ, ਤੇਲ ਸਰਕਾਰੀ, ਖਾਣਾ ਬਣਾਉਣ ਵਾਲਾ ਸਰਕਾਰੀ, ਡਰਾਈਵਰ ਸਰਕਾਰੀ, 20 ਚੀਜ਼ਾਂ, ਉਹਦੇ ਟੱਬਰ ਨੂੰ 20 ਸਹੂਲਤਾਂ। ਉਹ ਤਨਖਾਹ ਇਸ ਕਰਕੇ ਨਹੀਂ ਦਿੱਤੀ ਜਾਂਦੀ ਸਨੀ ਦਿਓਲ ਸਾਹਿਬ ਕਿ ਤੁਸੀਂ ਫਿਲਮ ਦੀ ਸ਼ੂਟਿੰਗ ਕਰੋ, ਉਹ ਤੁਹਾਨੂੰ ਤਨਖਾਹ ਇਸ ਕਰਕੇ ਦਿੱਤੀ ਜਾਂਦੀ ਸੀ ਕਿ ਗੁਰਦਾਸਪੁਰ ਦੇ ਪਰਲੇ ਪਾਸੇ ਪਠਾਨਕੋਟ ਦੇ ਪਰਲੇ ਪਾਸੇ ਸੁਜਾਨਪੁਰ, ਇਧਰਲੇ ਪਾਸੇ ਭੋਆ ਹਲਕਾ ਵੀ ਤੁਹਾਡੇ 'ਚ ਹੀ ਆਉਂਦਾ ਹੋਣਾ, ਕਿ ਇਹ ਜਿਹੜੇ 8-10 ਹਲਕੇ ਨੇ ਵਿਧਾਨ ਸਭਾ ਦੇ, ਤੁਹਾਡੇ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਆ, ਕਿ ਤੁਸੀਂ ਉੱਥੇ ਜਾਂਦੇ, ਜਾ ਕੇ ਉੱਥੇ ਲੋਕਾਂ ਦੀ ਗੱਲ ਸੁਣਦੇ, ਉਸ ਗੱਲ ਨੂੰ ਪਾਰਲੀਮੈਂਟ ਦੇ ਵਿੱਚ ਰੱਖਦੇ, ਜਿਹੜੇ ਕੋਈ ਪ੍ਰੋਜੈਕਟ ਇਸ ਸਰਹੱਦੀ ਇਲਾਕੇ ਦੇ ਵਿੱਚ ਲਿਆਉਣ ਵਾਲੇ ਆ ਉਹਨਾਂ ਦੇ ਉੱਤੇ ਤੁਸੀਂ ਸਰਗਰਮ ਰਹਿੰਦੇ, ਫਿਰ ਤਾਂ ਤੁਸੀਂ ਤਨਖਾਹ ਲੈਂਦੇ, ਸਰਕਾਰੀ ਗੱਡੀ ਵਰਤਦੇ, ਸਰਕਾਰੀ ਨੌਕਰ ਚਾਕਰ ਵਰਤਦੇ, ਸਰਕਾਰੀ ਸਹੂਲਤਾਂ ਵਰਤਦੇ, ਸਨੀ ਦਿਓਲ ਸਾਹਿਬ ਚੰਗੇ ਲੱਗਦੇ। ਪਰ ਜੇ ਪਾਈਪ ਤੁਹਾਨੂੰ ਕਿਸ ਨੇ ਲਿਆ ਕੇ ਦਿੱਤੇ, ਹੁੰਦਾ ਨਾ ਬੋਰ ਕਰਾਉਣਾ ਵੀ ਸਮਾਨ ਲਿਆ ਦਈਏ, ਮਿਸਤਰੀ ਸਾਹਿਬ ਨੇ ਕਹਿਣਾ ਸਮਾਨ ਲਿਆ ਦਿਓ। ਹੁਣ ਮਿਸਤਰੀ ਸਾਹਿਬ ਨੂੰ ਜਿਹੜਾ ਸਮਾਨ ਲਿਆ ਕੇ ਦਿੱਤਾ ਜਾਂਦਾ ਉਹ ਬੋਰ ਅਗਲੇ ਦੇ ਘਰੇ ਕਰਦਾ ਹੈ। ਸਮਾਨ ਤੁਹਾਡਾ ਹੋਵੇ ਤਾਂ ਮੈਂ ਮਿਸਤਰੀ ਆਪਣੇ ਘਰੇ ਬੋਰ ਕਰਨਾ, ਚੱਜ ਦੀ ਗੱਲ ਥੋੜੀ ਹੈ। ਨਹੀਂ, ਗੱਲ ਠੀਕ ਹੈ, ਪਰ ਉਹਦੇ 'ਚ ਨਾ 2-3 ਗੱਲਾਂ ਨੇ, ਮੈਨੂੰ ਲੱਗਦਾ ਗੁਰਦਾਸਪੁਰ ਵਾਲੇ ਜ਼ਰੂਰ ਧਿਆਨ ਦੇਣ। ਹੋ ਸਕਦਾ ਇਹਨਾਂ ਨੂੰ ਚੇਤਾ ਭੁੱਲ ਗਿਆ, ਪਰ ਮੈਨੂੰ ਕੁਦਰਤੀ ਚੇਤਾ ਆਉਂਦਾ ਵੀ ਜਦੋਂ ਅਜੇ ਨਵੇਂ ਬਣੇ ਸੀ ਨਾ MP ਸਨੀ ਦਿਓਲ ਸਾਹਿਬ,
ਉਦੋਂ ਇੱਕ ਆਮ ਮੁਖਤਾਰ ਦੇ ਗਏ ਸੀ ਬੰਦਾ ਜੀ। ਜਦੋਂ ਆਪਣੇ ਪਿੰਡਾਂ 'ਚ ਨਹੀਂ ਹੁੰਦਾ ਵੀ ਉਹ ਯਾਰ ਉਹ ਫਲਾਣੇ ਨੇ ਜਾਇਦਾਦ ਲਈ ਇੱਕ ਆਮ ਮੁਖਤਿਆਰ ਦਿੱਤਾ। ਜਿੱਦਾਂ ਤੁਸੀਂ ਕਦੇ ਕਦੇ ਮੈਨੂੰ ਕਹਿ ਦਿੰਦੇ ਹੋ ਵੀ ਇਹ ਆਣਗੇ ਅੱਜ ਉਦਘਾਟਨ ਤੇ ਮੈਂ ਤਾਂ ਆਇਆ ਨਹੀਂ ਹੈ ਜਾਵਾਂਗਾ। ਨਾ। ਸੋ ਮੁਖਤਾਰਨਾਮਾ ਉਹਨਾਂ ਨੇ ਆਲਰੇਡੀ ਇੱਕ ਹੋਰ ਸ਼ਖਸ ਨੂੰ ਦਿੱਤਾ ਸੀ ਵੀ ਇਹਨੂੰ ਤੁਸੀਂ ਬਸ ਸਮਝਣਾ ਵੀ ਮੈਂ ਹੀ ਆ ਜੀ। ਇਹਦਾ ਮਤਲਬ ਇਹ ਹੋ ਗਿਆ ਵੀ ਜਦੋਂ ਇਹ ਗੱਲ ਹੋ ਗਈ ਸੀ ਉਦੋਂ ਹੀ ਉਹਨਾਂ ਨੇ ਲਗਭਗ ਕਲੀਅਰ ਕਰਤਾ ਸੀ ਵੀ ਮੈਂ ਤੇ ਆਪਣਾ ਬਿਜ਼ੀ ਰਹਿਣਾ ਵੀਰ ਮੇਰੇ, ਜਿਹੜਾ ਤੁਹਾਨੂੰ ਕੋਈ ਕੰਮ ਹੈ ਤੁਸੀਂ ਬੰਦੇ ਤੋਂ ਕਰਾਉਂਦੇ ਰਹੋ, ਜੇ ਬਹੁਤੀ ਗੱਲ ਉਹਦੇ ਟੈਲੀਫੋਨ ਤੇ ਆਪਾਂ ਅਵੇਲੇਬਲ ਆ। ਦੂਸਰੀ ਗੱਲ ਮੈਨੂੰ ਵਿੱਚ ਇਹ ਵੀ ਜਾਪਦੀ ਹੁੰਦੀ ਹੈ ਕਿ ਵੀ ਸਨੀ ਦਿਓਲ ਸਾਹਿਬ ਹੁਣ ਸ਼ਾਇਦ ਗਾਂ ਅਗਲੀ ਇਲੈਕਸ਼ਨ ਇੱਥੋਂ ਨਾ ਲੜਨ, ਕਿਉਂਕਿ ਜਿਨ੍ਹਾਂ ਨੂੰ ਉਹਨਾਂ ਨੇ ਹਰਾਇਆ ਸੀ ਜਾਖੜ ਸਾਹਿਬ ਨੂੰ, ਜਾਖੜ ਸਾਹਿਬ ਤੇ ਅੱਜਕੱਲ ਖੁਦ ਉਸੇ ਪਾਰਟੀ 'ਚ ਨੇ ਜਿਹੜਾ ਦੇ ਉਹ ਐਮਪੀ ਨੇ, ਤੇ ਕੀ ਪਤਾ ਉਹਨਾਂ ਨੂੰ लगता हो भी यार वो जिस बंदे को हराया था वो तब उसी पार्टी में है, तो गुरदासपुर से वो जाखड़ साहब लड़ लेंगे, तो फिल्म नहीं मिस होनी चाहिए, एमपी उमपी तो बनते रहे। ਉਹਨਾਂ ਦੇ ਲਈ ਇੱਕ ਪ੍ਰਪੋਜ਼ਲ, ਇੱਕ ਪ੍ਰਸਤਾਵ, ਸੁਝਾਅ ਉਹਨਾਂ ਦੇ ਕੋਲ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਤਕਰੀਬਨ ਮੰਨ ਕੇ ਚੱਲਦੇ ਆਪਾਂ 13 ਮਹੀਨੇ ਹੈਗੇ ਸਨੀ ਦਿਓਲ ਸਾਹਿਬ ਕੋ, ਫਿਰ ਉਹਨਾਂ ਦੀ ਮੈਂਬਰਸ਼ਿਪ ਦਾ ਟਰਮ ਖਤਮ ਹੋ ਜਾਣੀ ਹੈ। 1 ਮਹੀਨੇ 'ਚ ਉਹ ਫਿਲਮ ਮੁਕੰਮਲ ਕਰ ਲੈਣ, ਬਾਕੀ ਉਹਨਾਂ ਦੇ ਕੋਲੇ ਬਚਣੇ 12 ਮਹੀਨੇ। ਉਹਨਾਂ ਦੇ ਵਿੱਚੋਂ ਜਿਹੜੇ 9-10 ਸੰਵਿਧਾਨ ਸਭਾ ਹਲਕੇ, ਹਰ ਇੱਕ ਹਲਕੇ 'ਚ 1-1 ਮਹੀਨਾ ਰਹਿਣ, 30-30 ਦਿਨ ਜਾਣ ਹੀ ਨਾ ਪਿੰਡ ਨੂੰ ਮੁੜ ਕੇ, ਮੁੰਬਈ ਪਿੰਡ ਨੂੰ, ਫਿਲਮੀ ਨਗਰੀ ਨੂੰ। ਜੇ ਜਾਣਾ ਵੀ ਹੈ ਤਾਂ 2-2 ਦਿਨ ਵਿੱਚ ਜਾਣ, ਜਿਹੜਾ 1 ਮਹੀਨਾ ਐਕਸਟਰਾ ਬਚਦਾ ਉਹਦੇ ਵਿੱਚ ਆਪਾਂ ਐਡਜਸਟ ਕਰ ਲਾਂਗੇ। ਸੰਧਾਲੀਆ ਸਭ ਲੋਕਾਂ ਦੇ ਅੱਧੇ ਗਿਲੇ ਸ਼ਿਕਵੇ ਦੂਰ ਹੋ ਜਾਣਗੇ। ਨਹੀਂ ਤਾਂ ਜੇ ਉਹਨਾਂ ਨੇ ਇਦਾਂ ਨਾ ਕੀਤਾ, ਕਿਉਂਕਿ ਪਿਛਲੀ ਤੁਸੀਂ ਗਦਰ 2 ਦੀ ਗੱਲ ਕੀਤੀ, ਉਹ ਗਦਰ 1 ਦੇ ਵਿੱਚ ਹੀ ਗਾਣਾ ਸੀ ਨਾ ਕਿ ਘਰੇ ਆ ਜਾ ਪਰਦੇਸੀ, ਐਂ ਕਰਨਾ ਲੋਕਾਂ ਨੇ, ਐਂ ਹੱਥ ਘਮਾ ਕੇ। ਇਹ ਤਾਂ ਹੁਣ ਟਾਈਮ ਦੱਸੂਗਾ। ਜਿੱਦਣ ਉਹ ਨਲਕੇ ਲਈ ਫਿਰਦੇ ਸੀ ਤੇ ਪੁੱਟਦੇ ਫਿਰਦੇ ਸੀ ਤੇ ਉਦਣ ਸਾਰਾ ਕਹਿੰਦੇ ਗੁਰਦਾਸਪੁਰ ਸਨੀ ਦਿਓਲ ਕਰਦਾ ਫਿਰਦਾ ਸੀ, ਇਹ ਤਾਂ ਉਦਣ ਦੇਖਣਾ। ਦੂਜੀ ਗੱਲ ਮੈਨੂੰ ਹੋਰ ਲੱਗਦੀ ਹੈ, ਉਹਨਾਂ ਦੇ ਪਿਤਾ ਜੀ ਧਰਮਿੰਦਰ ਸਾਹਿਬ, ਝੋਟੇ ਦੇ ਸਿਰ ਵਾਲੀ ਜ਼ਮੀਨ ਜਿਹੜੇ ਕਹਿੰਦੇ, ਆਹੋ, ਉਹ ਵੀ ਤੇ ਉਹਨਾਂ ਨੂੰ ਵੀ ਤੇ ਐਮਪੀ ਉਮਪੀ ਬਣਾਇਆ ਸੀ, ਇੱਕ ਲੀਡਰ ਬਣਾਇਆ ਸੀ। ਉਹ ਵੀ ਮੇਰੇ ਖਿਆਲ ਨਾਲ ਇੱਕ ਅੱਧੀ ਟਰਮ ਹੀ ਪੂਰੀ ਕੀਤੀ ਸੀ। ਉਸ ਤੋਂ ਬਾਅਦ ਉਹਨਾਂ ਨੇ ਹੱਥ ਜੋੜਦੇ ਵੀ ਨਹੀਂ ਵੀਰ ਮੇਰੇ ਪਿੱਛੋਂ ਹੀ ਹੱਥ ਜੋੜ ਗਿਆ ਸੀ ਉਹ, ਆ ਵੀ ਮੇਰੇ ਵਾਸ ਦੀ ਗੱਲ ਨਹੀਂ ਹੈਗੀ। ਹੋ ਸਕਦਾ ਵੀ ਕਿਉਂਕਿ ਉਹਨਾਂ ਦੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਸ਼ਾਮ ਜੀ ਨੂੰ, ਜਿੱਦਾਂ ਦੇ ਮੂਡ 'ਚ ਉਹ ਹੁੰਦੇ ਹੋਣਗੇ, ਹੋ ਸਕਦਾ ਉਹਨਾਂ ਨੇ ਵੀ ਕਿਤੇ ਗਏ ਸਨੀ ਪੁੱਤਰ ਕਿਹੜੇ ਕੰਮ 'ਚ ਪਿਆ ਯਾਰ, ਤੂੰ ਦੱਸ ਉੱਥੇ ਖਹਿੜਾ ਛੱਡ, ਇੱਥੇ ਆਪਾਂ ਆਪਣਾ ਇੱਕ ਵਾਰ ਐਮਪੀ ਬਣ ਜਾਓ, ਹੈ ਨਾ। ਪੈਨਸ਼ਨ ਤਾਂ ਵੱਟਦਾ ਹੀ ਆ। ਉਹਨਾਂ ਨੇ ਵੀ ਕਿਹਾ ਵੀ ਯਾਰ ਹਾਂ ਹੁਣ ਪਾਪਾ ਜੀ ਨੇ ਕਿਹਾ ਤੇ ਕਾਹਨੂੰ ਮੋੜਨੀ ਗੱਲਬਾਤ। ਸੋ ਮੈਨੂੰ ਲੱਗਦਾ ਹੈ ਕਿ ਵੀ ਸ਼ਾਇਦ ਕੱਲ ਨੂੰ ਪਤਾ ਨਹੀਂ ਕੀ ਹੋ ਜੇ, ਪਰ ਗੁਰਦਾਸਪੁਰ ਤੋਂ ਹੁਣ ਸਨੀ ਦਿਓਲ ਸਾਹਿਬ ਦਾ ਅਗਲੀ ਵਾਰ ਇਰਾਦਾ ਨਹੀਂ ਜਾਪਦਾ ਕਰਕੇ ਉਹ ਹੁਣ ਆਪਣੇ ਪ੍ਰੋਫੈਸ਼ਨ 'ਚ ਜ਼ਿਆਦਾ ਚੱਲ ਗਿਆ। ਇਹ ਗੁਰਦਾਸਪੁਰ ਵਾਲੇ ਗੁੰਮਸ਼ੁਦਗੀ ਦੇ ਪੋਸਟਰ ਲਾਈ ਜਾਣ ਤਾਂ ਜੀ ਸਦਕੇ ਲਾਈ ਜਾਣ। ਬਾਕੀ ਸੰਧਾਲੀਆ ਸਾਹਿਬ, ਪਿਛਲੇ ਦਿਨੀ ਇੱਕ ਰਿਪੋਰਟ ਆਈ ਸੀ ਕਿ ਭਾਰਤੀ ਫੌਜ ਦੇ ਵਿੱਚ ਜਿਹੜੇ ਸਿੱਖ ਫੌਜੀ ਨੇ ਉਹਨਾਂ ਦੇ ਲਈ ਇੱਕ ਵਿਸ਼ੇਸ਼ ਕਿਸਮ ਦੇ ਹੈਲਮਟ ਤਿਆਰ ਕਰਾਏ ਜਾ ਰਹੇ ਆ ਕਿ ਤਾਂ ਜੋ ਉਹ ਸੁਰੱਖਿਅਤ ਰਹਿਣ, ਤਾਂ ਜੋ ਉਹਨਾਂ ਦੇ ਦਸਤਾਰ ਦੇ ਨਾਲ ਹੀ ਉਹ ਫਿੱਟ ਹੋ ਸਕਣ। ਪਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਅਕਾਲੀ ਦਲ ਦੇ ਪ੍ਰਧਾਨ, SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕੁਝ ਇੱਕ ਹੋਰ ਸਿੱਖ ਲੀਡਰਾਂ ਨੇ ਵਿਰੋਧ ਕੀਤਾ। ਸਭ ਤੋਂ ਪਹਿਲਾਂ ਜਥੇਦਾਰ ਸਾਹਿਬ ਉਹ ਕਹਿੰਦੇ ਜੀ ਸਾਡੀ ਪਹਿਚਾਣ ਹੈ ਪੱਗ ਦਸਤਾਰ, ਇਹ 5-7 ਮੀਟਰ ਦਾ ਇਹਨੂੰ ਕੱਪੜਾ ਨਾ ਸਮਝੋ, ਇਹ ਗੁਰੂ ਦੀ ਦਾਤ ਹੈ, ਸਾਡੀ ਪਹਿਚਾਣ ਬਖਸ਼ੀ ਗੁਰੂ ਨੇ। ਤੇ ਕਹਿੰਦੇ ਬਿਲਕੁਲ ਅਸੀਂ ਇਹਦੀ ਨਿੰਦਾ ਕਰਦੇ ਹਾਂ, ਇਹਦਾ ਵਿਰੋਧ ਕਰਦੇ ਹਾਂ, ਬਿਲਕੁਲ ਵੀ ਸਿੱਖ ਫੌਜੀਆਂ ਦੇ ਲਈ ਹੈਲਮਟ ਵਾਲਾ ਕੰਮ ਨਹੀਂ ਹੋਣਾ ਚਾਹੀਦਾ, ਸਰਕਾਰ ਨੂੰ ਫੈਸਲਾ ਵਾਪਸ ਲੈਣਾ ਚਾਹੀਦਾ। ਤੇ ਨਾਲ ਹੀ ਉਹਨਾਂ ਨੇ ਵੀ ਕਹਿਤਾ, ਕਹਿੰਦੇ ਜੀ ਪਹਿਲਾਂ ਬਹੁਤ ਸਾਰੀਆਂ ਲੜਾਈਆਂ ਹੋਈਆਂ 65, 71, 75, ਉਹਦੇ ਵਿੱਚ ਵੀ ਕਹਿੰਦੇ ਸਿੱਖ ਫੌਜੀ ਬਿਨਾਂ ਹੈਲਮਟ ਤੋਂ ਹੀ ਸੀ। ਇਹਨਾਂ ਦੀ ਵੀਰਤਾ ਦੇ ਵਿੱਚ, ਇਹਨਾਂ ਦੀ ਦ੍ਰਿੜਤਾ ਦੇ ਵਿੱਚ, ਇਹਨਾਂ ਦੀ ਦੁਸ਼ਮਣ ਦੇ ਅੱਗੇ ਹਿੱਕ ਡਾਉਣ ਦੇ ਵਿੱਚ ਤੁਹਾਨੂੰ ਕੋਈ ਫਰਕ ਲੱਗਿਆ ਕਿ ਜਿਹੜਾ ਸਾਨੂੰ ਇਹ ਮਹਿਸੂਸ ਹੁੰਦਾ? ਹਾਲਾਂਕਿ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਹੋ ਸਕਦਾ ਕੋਈ ਬੰਦਾ ਕਹੇ ਨਹੀਂ ਜੀ ਇਹ ਜ਼ਰੂਰੀ ਹੈ, ਪਰ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਕਿ ਨਹੀਂ ਭਾਈ ਦਸਤਾਰ ਤੋਂ ਬਿਨਾਂ ਕੋਈ ਨਹੀਂ, ਇਹ ਪਹਿਚਾਣ ਹੈ, ਇਹ ਪਹਿਚਾਣ ਕਾਇਮ ਰਹਿਣੀ ਚਾਹੀਦੀ ਹੈ। SGPC ਦੇ ਪ੍ਰਧਾਨ ਸਾਹਿਬ ਨੇ ਤਾਂ ਗ੍ਰਹਿ ਮੰਤਰੀ ਸਾਹਿਬ ਨੂੰ, ਰੱਖਿਆ ਮੰਤਰੀ ਸਾਹਿਬ ਨੂੰ ਚਿੱਠੀਆਂ ਲਿਖੀਆਂ ਕਿ ਫੈਸਲਾ ਵਾਪਸ ਲੈ ਲਓ ਭਾਈ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਪਹਿਚਾਣ ਹੈ ਸਾਡੀ, ਇਦਾਂ ਕਿਦਾਂ। ਹੁਣ ਸਭ ਤੋਂ ਕਮਾਲ ਦੀ ਗੱਲ ਜਿਹੜੀ ਹੈ, ਜਿਹੜੇ ਡਾਕਟਰ ਰਾਜਕੁਮਾਰ ਵੇਰਕਾ ਨੇ BJP 'ਚ ਨੇ, ਉਹ ਹਰਜੀਤ ਸਿੰਘ ਗਰੇਵਾਲ BJP ਦੇ ਲੀਡਰ ਨੇ ਸ਼ੁਰੂ ਤੋਂ, ਉਹ ਵੀ ਕਹਿੰਦੇ ਨਹੀਂ ਜੀ ਜਥੇਦਾਰ ਸਾਹਿਬ ਦੀ ਗੱਲ ਠੀਕ ਜਾਪਦੀ, ਅਸੀਂ ਵੀ ਕੇਂਦਰ ਦੀ ਆਪਣੀ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਸ ਫੈਸਲੇ ਦੇ ਉੱਤੇ ਗੌਰ ਕਰੋ ਦੁਬਾਰਾ। ਇਹ ਫੈਸਲਾ ਜੇ ਨਹੀਂ ਜਥੇਦਾਰ ਸਾਹਿਬ ਨੂੰ ਚੰਗਾ ਲੱਗਾ, ਜੇ ਸਿੱਖ ਕੌਮ ਨੂੰ ਹੀ ਚੰਗਾ ਲੱਗੂਗਾ ਤਾਂ ਫਿਰ ਰਹਿਣ ਦਿਓ। ਨਹੀਂ, ਇਹ ਤੇ ਮੇਰਾ ਖਿਆਲ 2-3 ਦਿਨ ਹੋ ਗਏ ਜਦੋਂ ਖਬਰ ਆਈ ਸੀ, ਉਦਣ ਹੀ ਜਾਪਦਾ ਸੀ ਵੀ ਇਹਦੇ ਤੇ ਇਹੋ ਜਿਹੀ ਕੰਟਰੋਵਰਸੀ ਤਾਂ ਹੋਊਗੀ। ਪਰ ਬਾਕੀ ਮੈਨੂੰ ਲੱਗਦਾ ਹੈ ਕਿ ਵੀ ਜਿੱਦਣ ਖਬਰ ਆਈ ਸੀ ਉਸ ਦਿਨ ਉਹਦੇ ਵਿੱਚ ਇੱਕ ਗੱਲ ਜਿੰਨੀ ਕਿ ਮੈਂ ਪੜ੍ਹੀ ਉਹ ਇਹ ਸੀ ਕਿ ਸ਼ਾਇਦ ਜਿਸ ਦਿਨ ਉਹਨਾਂ ਨੇ ਮੰਨ ਲਓ ਵੀ ਅੱਗੇ ਮੋਰਚੇ ਤੇ ਜਾਣਾ, ਜਿੱਥੇ ਜਾ ਕੇ ਉਹਨਾਂ ਨੂੰ ਜਾਪਦਾ ਵੀ ਹਾਂਜੀ ਇੱਥੇ ਕੋਈ ਨਾ ਕੋਈ ਸੁਰੱਖਿਆ ਦੇ ਲਈ ਹੋ ਸਕਦੀ ਹੈ ਗੱਲਬਾਤ, ਇਸ ਤੋਂ ਪਹਿਲਾਂ ਸ਼ਾਇਦ ਉਹ ਕੋਈ ਬੁਲਟ ਪ੍ਰੂਫ ਪਟਕਾ ਵਗੈਰਾ ਇਹੋ ਜਿਹਾ ਕੁਛ ਨਾ ਕੁਛ ਬੰਨ੍ਹਦੇ ਸੀ, ਪਰ ਉਹ ਕਿਉਂਕਿ ਪੂਰਾ ਸਿਰ ਨਹੀਂ ਸੀ ਕਵਰ ਕਰਦਾ, ਇਸ ਕਰਕੇ ਉਹ ਕਿਤੇ ਨਾ ਕਿਤੇ ਉਹ ਰਹਿ ਜਾਂਦੀ ਸੀ ਗੱਲ ਵੀ ਹਾਂ ਜਿਹੜੀ ਗੋਲੀ ਹੈ ਉਹ ਕੋਈ ਇਹੋ ਜਿਹਾ ਕੋਈ ਫੈਟਲ ਨੁਕਸਾਨ ਕਰ ਸਕਦੀ ਹੈ ਜੀ।
ਹੁਣ ਉਹ ਗੱਲ ਫੈਟਲ ਨੁਕਸਾਨ ਕੀ ਹੁੰਦਾ ਜੀ? ਪਤਾ ਨਹੀਂ, ਮੈਂ ਪੜਿਆ ਸੀ ਉਦਾਂ ਹੀ ਬੋਲਤਾ ਮੈਂ ਸੰਧਾਲੀਆ ਸਾਹਿਬ ਇਹਦੀ ਟਿੱਪਣੀ ਮੰਗਾ ਲੈਣੇ ਮੈਂ ਪਹਿਲੇ ਮੈਨੂੰ ਕਲਿੱਕ ਕੀਤੀ ਗੱਲ, ਦੇਖੋ ਮੈਂ ਕਿਹਾ ਬਾਬਾ ਪਰਿਵਾਰ ਦੇ ਮੈਂਬਰਾਂ ਬਣਾ ਇਹ ਜਿਹੜਾ ਤੁਸੀਂ ਕੱਲ ਵੀ ਨਾ ਇੱਕ ਤੁਸੀਂ ਕੱਲ ਵੀ ਪਤਾ ਨਹੀਂ ਸੈਗਰੀਕਲ ਕੀ ਕਿਹਾ ਸੀ, ਉਹਨੂੰ ਕੀ ਕਰਕੇ ਸੈਗਰੀਗੇਟ ਮੈਂ ਤੁਹਾਡੀ ਅੰਗਰੇਜ਼ੀ ਦਾ ਕਾਇਲ ਹੋ ਗਈ। ਇਹ ਮੈਂ ਮਜਬੂਰੀ ਦੱਸਦਾ, ਇਹ ਇਸ ਮੁਲਕ 'ਚ ਮਾੜੀ ਮੋੜ ਬੋਲਣੀ ਪੈਂਦੀ ਹੈ। ਹੁਣ ਮੈਂ ਮੇਰਾ ਤਾਂ ਸਰ ਜਾਂਦਾ ਕਿਉਂਕਿ ਭਰਾ ਨੇ ਅੱਗੇ ਹੋਣਾ, ਨਹੀਂ ਜਿੱਦਾਂ ਜੂਸ ਪਿਲਾਤਾ 4 ਦਿਨ ਹੋ ਗਏ ਇੱਦਾਂ ਹੀ ਅੱਗੇ ਦੱਸੋ ਕਿਹੜਾ ਪਿਲਾਏ ਅੱਜ ਪਿਉਨੇ ਆ ਯਾਰ। ਇੱਕ ਤੇ ਇਹ ਮੇਰਾ ਪੀਏ ਰੱਖਣਾ ਪੈਣਾ ਇੱਕ ਉਹਨਾਂ ਵੀ ਇਹਨਾਂ ਦਾ ਨੋਟ ਕਰੋ ਮੰਗ ਕੀ ਇਹਨਾਂ ਦੀ ਪੀਏ ਦੀ ਇੱਕ ਪਤਾ ਲੱਗਿਆ ਬੰਦਾ ਇੱਥੇ ਟੇਬਲ ਤੇ ਬੈਠਾ ਵੀ ਅੱਜ ਪ੍ਰੋਗਰਾਮ ਨਹੀਂ ਹੋਊਗਾ, ਪਹਿਲਾਂ ਮੇਰੀਆਂ ਮੰਗਾਂ ਪੂਰੀਆਂ ਕਰ। ਅੱਛਾ ਮੈਂ ਉਹ ਗੱਲ ਕਰਦਾ ਸੀ ਵੀ ਉਹਦੇ ਚ ਉਹ ਕੀ ਝੋਲਿਆ, ਮਤਲਬ ਮੈਨੂੰ ਲੱਗਦਾ ਵੀ ਉਹ ਜ਼ਰੂਰ ਕਲੀਅਰ ਕਰ ਲੈਣਾ ਚਾਹੀਦਾ, ਕਿਉਂਕਿ ਜਿਹੜੀ ਚੀਜ਼ ਜਹੇਦਾਰ ਸਾਹਿਬ ਤੋਂ ਜਾਂ ਐਸਜੀਪੀਸੀ ਵਾਲੇ ਪਾਸਿਓਂ ਆਉਂਦੀ ਆ ਉਹ ਜੇ ਉਸ ਪੱਖ ਤੋਂ ਵੇਖਿਆ ਜਾਵੇ ਤਾਂ ਬਿਲਕੁਲ ਸਹੀ ਆ। ਇਹ ਤਾਂ ਚਲੋ ਹੁਣ ਵਾਲੇ ਦੇਸ਼ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਜੇ ਇਸ ਤੋਂ ਪਹਿਲਾਂ ਵਰਲਡ ਵਾਰ ਵੇਲੇ ਦੀਆਂ ਆਪਾਂ ਗੱਲਾਂ ਕਰ ਲਈਏ, ਉਸ ਤੋਂ ਪਹਿਲਾਂ ਉਦੋਂ ਕਿਹੜਾ ਵੀ ਕੋਈ ਲੋਹ ਟੋਪ ਆਏ ਹੁੰਦੇ। ਜੇ ਆਪਾਂ ਪੁਰਾਣੀਆਂ ਫੋਟੋਗ੍ਰਾਫਸ ਦੇਖਦੇ ਹਾਂ ਤਾਂ ਉਹਦੇ ਵਿੱਚ ਵੀ ਪੱਗਾਂ ਹੀ ਹੁੰਦੀਆਂ ਸੀ, ਦਸਤਾਰਾਂ ਹੀ ਹੁੰਦੀਆਂ ਸੀ। ਹੁਣ ਉਹਦੇ 'ਚ ਕੀ ਐਸੀ ਘੁੰਡੀ ਆ ਵੀ ਕਿਹੜੀ ਥਾਂ ਦੇ ਉੱਪਰ ਜਾਣਾ ਤੇ ਉਹਦੇ ਲਈ ਕੋਈ ਪਾਰਟੀਕੂਲਰ ਹੈ, ਜਾਂ ਵੈਸੇ ਹੀ ਨੋਰਮਲੀ ਹੁਣ ਜਿਹੜਾ ਆਮ ਇੱਕ ਸਿੱਖ ਫੌਜੀ ਹੋਊਗਾ ਉਹਨੇ ਹਰ ਵੇਲੇ ਲੋਹ ਟੋਪ ਆ ਕੇ ਰੱਖਣਾ। ਇਹਦੇ ਵਿੱਚੋਂ ਕਿਹੜੀ ਗੱਲ ਕਿੰਨੀ ਕੁ ਦੋਸਤ, ਇਹ ਵੀ ਜ਼ਰੂਰ ਕਰ ਲੈਣੀ ਚਾਹੀਦੀ ਗੱਲ। ਨਹੀਂ, ਕੇਂਦਰ ਸਰਕਾਰ ਮੈਨੂੰ ਲੱਗਦਾ ਇੱਧਰ ਧਿਆਨ ਦੇਏਗੀ ਜ਼ਰੂਰ। ਦੂਸਰਾ, ਸੰਧਾਲੀਆ ਸਾਹਿਬ ਇੱਕ ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣ ਵਾਲੇ ਬੀਬੀ ਜੀ ਪ੍ਰੋਫੈਸਰ ਸਾਹਿਬਾ, ਉਹਨਾਂ ਨੇ ਇੱਕ ਬੜਾ ਹੈਰਾਨੀਜਨਕ ਦੋਸ਼ ਲਾਇਆ, ਜਾਨੀ ਮਸਲਾ ਛੋਟਾ ਨਹੀਂ ਵੱਡਾ। ਉਹ ਬੀਬੀ ਜੀ ਕਹਿੰਦੇ ਕਿ ਪਾਕਿਸਤਾਨ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਮੈਨੂੰ ਸੱਦਾ ਪੱਤਰ ਆਇਆ ਸੀ ਕਿ ਮੈਂ ਉੱਥੇ ਲੈਕਚਰ ਦੇਣਾ ਸੀ, ਗੈਸਟ ਲੈਕਚਰ। ਹੁਣ ਗੁਆਂਢੀ ਮੁਲਕ ਹੈ, ਬਹੁਤ ਸਾਰੇ ਨੇ ਜਿਹੜੇ ਮਾਹਿਰ ਲੋਕ ਨੇ, ਐਕਸਪਰਟ ਲੋਕ ਨੇ, ਪ੍ਰੋਫੈਸਰ ਲੋਕ ਨੇ, ਉਹ ਜਾਂਦੇ ਹੁੰਦੇ ਇੱਦਾਂ। ਉਹ ਕਹਿੰਦੇ ਜੀ ਮੈਂ ਉੱਥੇ ਜੇ ਲੈਕਚਰ ਦੇਣ ਜਾਣਾ ਸੀ, ਮੈਂ ਸੱਦਾ ਪ੍ਰਵਾਨ ਕੀਤਾ, ਵੀਜ਼ਾ ਲੈਣਾ ਸੀ, ਪਾਕਿਸਤਾਨ ਦੀ ਐਮਬੈਸੀ ਨੂੰ ਅਪਲਾਈ ਕੀਤਾ। ਉਹ ਕਹਿੰਦੇ ਜੀ ਪਹਿਲਾਂ ਮੈਂ ਕਿਹਾ ਤੇ ਵੀਜ਼ਾ ਰਿਜੈਕਟ ਕਰਤਾ, ਪਰ ਮੈਂ ਜੇ ਐਮਬੈਸੀ ਚੋਂ ਬਾਹਰ ਆਉਣਾ ਹੀ ਸੀ ਤਾਂ ਮੈਨੂੰ ਉਹਨਾਂ ਦੇ ਇੱਕ ਕਰਮਚਾਰੀ ਨੇ ਅੰਦਰ ਕਮਰੇ 'ਚ ਸੱਦਿਆ। ਉਹ ਬੀਬੀ ਨੇ ਜਿਹੜੀਆਂ ਗੱਲਾਂ ਦੱਸੀਆਂ ਜੀ ਉਹ ਸੱਚ ਨੇ, ਪਰ ਬੀਬੀ ਨੇ ਜਿਹਨੇ ਸਟੈਪ ਦੱਸੇ ਉਹਦੇ ਵਿੱਚ ਉਹ ਬੜੇ ਖਤਰਨਾਕ ਦੱਸਦੇ। ਉਹ ਕਹਿੰਦੇ ਜੀ ਮੈਨੂੰ ਉਸ ਵੱਖਰੇ ਕਮਰੇ ਦੇ ਵਿੱਚ ਲਿਜਾ ਕੇ ਉਹ ਬੰਦੇ ਨੇ ਮੈਨੂੰ ਕਿਹਾ ਕਿ ਜੇ ਤਾਂ ਮੇਰੇ ਨਾਲ ਤੂੰ ਸੌਏਗੀ ਤਾਂ ਫੇਰ ਤੈਨੂੰ ਵੀਜ਼ਾ ਦਵਾ ਦੇਗਾ। ਦੂਸਰਾ ਇਹ ਵੀ ਕਿਹਾ ਕਿ 5-7 ਘੰਟੇ ਲਈ ਮੈਂ ਤੇਰੇ ਨਾਲ ਵਿਆਹ ਕਰਾ ਲੈਣਾ, ਤੇਰਾ ਵੀਜ਼ਾ ਲੱਗ ਜਾਊਗਾ, ਘਬਰਾ ਨਾ ਤੂੰ। ਉਹ ਬੀਬੀ ਕਹਿੰਦੀ 45 ਮਿੰਟ ਮੇਰੇ ਨਾਲ ਉਹਨੇ ਗਲਤ ਗੱਲਾਂ ਉੱਥੋਂ ਕੀਤੀਆਂ, ਕਿਉਂਕਿ ਮੈਂ ਉਹਨਾਂ ਦੀ ਐਮਬੈਸੀ ਸੀ, ਮੈਂ ਕੁਝ ਕਹਿ ਨਹੀਂ ਸਕਦੀ। ਫਿਰ ਉਸ ਬੀਬੀ ਨੇ ਵੀ ਕਿਹਾ ਕਿ ਮੈਨੂੰ ਇੱਥੋਂ ਦਾ, ਕਹਿੰਦੇ ਜੀ ਉਹ ਬੰਦਾ ਫਿਰ ਚਲੇ ਗਿਆ, ਮੈਂ ਮਨਾ ਕਰਤਾ, ਹੋਰ ਬੰਦਾ ਉੱਥੇ ਆ ਗਿਆ। ਉਹਨੇ ਕਿਹਾ ਕਿ ਤੂੰ ਆਪਣੀ ਸਰਕਾਰ ਤੇ ਪ੍ਰਧਾਨ ਮੰਤਰੀ ਦੇ ਉੱਤੇ ਲੇਖ ਲਿਖ, ਪੈਸੇ ਦੱਸ ਕਿੰਨੇ ਲੈਣੇ ਆ। ਹੁਣ ਇਹ ਵੀ ਪਤਾ ਕਿ ਬੀਬੀ ਪ੍ਰੋਫੈਸਰ ਹੈ, ਲਿਖਣਾ ਤਾਂ ਆਉਂਦਾ ਹੀ ਹੋਏਗਾ। ਜਾਣੀ ਜੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਭਾਰਤ ਦੇ ਵਿੱਚ ਪਾਕਿਸਤਾਨੀ ਐਮਬੈਸੀ 'ਚ, ਤੇ ਜਦੋਂ ਉਹ ਬੀਬੀ ਨੂੰ ਪੁੱਛਿਆ ਤੁਸੀਂ ਜੀ ਦੱਸਿਆ ਨਹੀਂ ਕਿਸੇ ਨੂੰ, ਉਹ ਕਹਿੰਦੇ ਆਉਂਦੇ ਹੀ ਬਾਹਰ ਕੁਝ ਦਿਨਾਂ ਦੇ ਬਾਅਦ ਹੀ, ਇਹ ਜਾਣੀ 7-8 ਮਹੀਨੇ ਪੁਰਾਣੀ ਗੱਲ ਹੈ, ਉਹ ਕਹਿੰਦੇ ਜੀ ਮੈਂ ਪਾਕਿਸਤਾਨ ਦੀ ਐਮਬੈਸੀ ਨੂੰ ਲਿਖਤੀ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਲਿਖਤੀ ਕਿ ਤੁਹਾਡੇ ਕਰਮਚਾਰੀਆਂ ਨੇ ਆਹ ਕਰਤੂਤ ਕੀਤੀ। ਮੈਂ ਕਹਿੰਦੇ ਸ਼ਿਕਾਇਤ ਲਿਖਤੀ ਕੀਤੀ, ਉਹਦੀ ਮੇਰੇ ਕੋਲ ਕਾਪੀਆਂ ਪਈਆਂ। ਫਿਰ ਉਹ ਬੀਬੀ ਕਹਿੰਦੀ ਉਹਨਾਂ ਦੋਨਾਂ ਬੰਦਿਆਂ ਨੇ, ਕਿਉਂਕਿ ਤੁਸੀਂ ਫਾਈਲ ਭਰਦੇ ਹੋ ਵੀਜ਼ਾ ਐਪਲੀਕੇਸ਼ਨ ਲੈਟਰ ਜਿਹੜੀ ਹੈ, ਉਹਦੇ ਵਿੱਚ ਆਪਣਾ ਮੋਬਾਈਲ ਨੰਬਰ ਲਿਖਦੇ ਹੋ। ਉਹ ਕਹਿੰਦੇ ਜੀ ਮੈਨੂੰ ਫਿਰ ਮੈਸੇਜ ਕਰਨੇ ਸ਼ੁਰੂ ਕਰਤੇ ਕਿ ਤੁਸੀਂ ਇੱਕ ਰਾਤ ਲਈ ਆ ਜਾਓ, ਤੁਸੀਂ ਹੋਰ ਦੱਸੋ ਸਾਡੇ ਲਈ ਕੀ ਕਰ ਸਕਦੇ ਹੋ, ਤੁਹਾਨੂੰ ਕੀ ਚਾਹੀਦਾ। ਉਹ ਕਹਿੰਦੀ ਉਹ ਸਾਰਾ ਕੁਝ, ਉਹ ਚੈਟ ਜਿਹੜੀ ਹੈ ਉਹਨਾਂ ਦੇ ਮੈਸੇਜ ਹੈ, ਮੈਂ ਸਕਰੀਨਸ਼ਾਟ ਲਏ ਆ। ਫਿਰ ਉਹ ਬੀਬੀ ਕਹਿੰਦੀ ਉਹਨਾਂ ਨੇ ਕੋਈ ਨੋਟਿਸ ਨਹੀਂ ਲਿਆ, ਮੈਂ ਸ਼ਿਕਾਇਤ ਕੀਤੀ ਵਿਦੇਸ਼ ਮੰਤਰਾਲੇ ਨੂੰ, ਐਮਬੈਸੀ ਦੇ ਅਧਿਕਾਰੀਆਂ ਨੂੰ। ਫਿਰ ਉਹ ਬੀਬੀ ਕਹਿੰਦੀ ਉਹਦੇ ਤੋਂ ਬਾਅਦ ਮੈਂ ਭਾਰਤ ਸਰਕਾਰ ਨੂੰ ਵੀ ਸ਼ਿਕਾਇਤਾਂ ਕੀਤੀਆਂ ਕਿ ਭਾਈ ਮੈਂ ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤ ਕੀਤੀ, ਕਹਿੰਦੇ ਉਹਨਾਂ ਨੇ ਸ਼ਿਕਾਇਤ ਨੋਟ ਕਰ ਲਈ, ਮੈਨੂੰ ਮੈਸੇਜ ਆ ਗਿਆ, ਪਰ ਕਾਰਵਾਈ ਉਹਨਾਂ ਨੇ ਵੀ ਕੋਈ ਨਹੀਂ ਕੀਤੀ। ਹੁਣ ਸੰਧਾਲੀਆ ਸਾਹਿਬ ਜੀ ਉਹ ਬੀਬੀ ਮੀਡੀਆ ਦੇ ਵਿੱਚ ਆਏ ਨੇ, ਬੀਬੀ ਜੀ ਉਹਨਾਂ ਨੇ ਉਹ ਜਿਹੜੀਆਂ ਚਿੱਠੀਆਂ ਲਿਖੀਆਂ ਜੀ ਉਹ ਦਿਖਾਈਆਂ ਨੇ। ਮੈਨੂੰ ਲੱਗਦਾ ਹੈ ਕਿ ਇਹ ਛੋਟੀ ਗੱਲ ਨਹੀਂ, ਬੀਬੀ ਜੀ ਤਾਂ ਪੜ੍ਹੇ ਲਿਖੇ ਸੀ, ਸਿਆਣੇ ਸੀ, ਉਹਨਾਂ ਨੇ ਉਹ ਸਾਰੀਆਂ ਗੱਲਾਂ ਮਨਾ ਕੀਤੀਆਂ। ਪਰ ਜੇ ਸੱਚੀ ਮੁੱਚੀ ਦੇਸ਼ ਦੇ ਮੁੱਦੇ ਦੇ ਉੱਤੇ ਕੁਝ ਲਿਖਣ ਦੇ ਲਈ ਕਿਸੇ ਨੂੰ ਪੈਸੇ ਆਫਰ ਕੀਤੇ ਜਾਂਦੇ ਆ, ਐਮਬੈਸੀ ਦਾ ਕੰਮ ਕੋਈ ਹੋਰ ਹੁੰਦਾ, ਤੇ ਜੇ ਉੱਥੇ ਐਮਬੈਸੀ ਦੇ ਕੰਮ ਦੇ ਨਾਂ ਦੇ ਉੱਤੇ ਕੁਝ ਹੋਰ ਕੀਤਾ ਜਾ ਰਿਹਾ, ਹੋਰ ਕੋਈ ਬੰਦਾ ਵੀ ਹੋ ਸਕਦਾ, ਕੋਈ ਗੱਲਾਂ 'ਚ ਆ ਸਕਦਾ, ਕੋਈ ਭੱਜੇ 'ਚ ਆ ਸਕਦਾ। ਸੋ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਤਾਂ ਹੈਗੀ ਹੈ। ਦੂਜੀ ਗੱਲ ਮੈਂ ਇਹ ਵੀ ਸੋਚਦਾ WhatsApp ਕਿ ਤੁਸੀਂ ਦੇਖੋ ਵੀ ਅਜੇ ਆਪਾਂ ਕੱਲ ਪਰਸੋਂ ਹੀ ਗੱਲ ਕਰਦੇ ਸੀ, ਈਵਨ ਹੁਣ ਵੀ ਲੋਕ ਦੇਖਦੇ ਹੋਣਗੇ ਵੀ ਆਟੇ ਦੀ ਕੀ ਕੀਮਤ ਹੈ ਪਾਕਿਸਤਾਨ 'ਚ, ਵੀ ਕਿੱਦਾਂ ਉੱਥੇ ਗੋਲੀਆਂ ਚੱਲਦੀਆਂ ਤੇ ਕਿੱਦਾਂ ਲੋਕ ਗੁੱਥਮ ਗੁੱਥਾ ਹੋ ਕੇ ਤੇ ਉਹ ਕਹਿੰਦੇ ਮਰਨੋਂ ਮਰ ਜਾਊਗਾ, ਹੁਣ ਮੈਂ ਆਟੇ ਦੀ ਬੋਰੀ ਨਹੀਂ ਛੱਡਣੀ, ਮਸਾਂ ਮੈਨੂੰ 5-7 ਕਿਲੋ ਆਟਾ ਮਿਲਿਆ ਹੈ ਨਾ, ਜੋ ਉੱਥੇ ਰੇਟ ਹੈ। ਹੁਣ ਉਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਅਜੇ ਉਦੋਂ ਵੀ ਆਪਾਂ ਬਿਆਨ ਸੁਣਿਆ ਸੀ ਉਹਨਾਂ ਬੰਦਿਆਂ ਦਾ, ਉਹੀ ਬਿਆਨ ਚੱਲਦਾ ਭਾਰਤ ਇਹ ਤੇ ਭਾਰਤ ਉਹ, ਤੇ ਪਲੱਸ ਜੇ ਲੋਕਾਂ ਦੇ ਦਿਮਾਗ 'ਚ ਇਹੋ ਕੁਛ ਹੀ ਭਰਿਆ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਚਲੋ ਇਸ ਮੁਲਕ ਨੂੰ ਤਾਂ ਆਪਾਂ ਛੱਡ ਦਈਏ, ਉਹ ਜਿਹੜੇ ਬੰਦੇ ਨੇ, ਉਹ ਜਿਹੜੇ ਉੱਥੇ ਆਮ ਬੰਦੇ ਵਸਣ ਵਾਲੇ ਨੇ, ਉਹਨਾਂ ਵਿਚਾਰਿਆਂ ਦਾ ਭਵਿੱਖ ਕੀ ਆ? ਵੀ ਜਿਹੜੇ ਉਹਨਾਂ ਤੇ ਰਾਜ ਕਰਨ ਵਾਲੇ ਬੈਠੇ ਨੇ ਜਾਂ ਜਿਹਨੇ ਉਹਨਾਂ ਨੂੰ ਲੱਗਦਾ ਵੀ ਸਾਨੂੰ ਕਿਸੇ ਪਾਸੇ ਲੈ ਕੇ ਜਾਣਗੇ,
ਉਹਨਾਂ ਦਾ ਦਿਮਾਗ ਦਾ, ਉਹਨਾਂ ਦੀ ਸੂਈ ਕਿੱਥੇ ਵੱਜਦੀ ਆ ਤੇ ਅਸਲ ਦੇ ਵਿੱਚ ਲੋੜ ਕਿਹੜਾ ਕੁਝ ਕਰਨ ਦੀ ਆ, ਉਹਨਾਂ ਦੋਵਾਂ ਦੇ ਵਿੱਚ ਤੇ ਜ਼ਮੀਨ ਅਸਮਾਨ ਦਾ ਫਰਕ ਹੈ। ਤੇ ਜੇ ਕਿੱਦਾਂ ਆਖਣ ਵੀ, ਮੈਨੂੰ ਨਹੀਂ ਲੱਗਦਾ ਵੀ ਉਹ 5-7 ਸਾਲ 10 ਸਾਲ ਵੀ ਕੱਢੇ ਉਹ ਮੁਰਗ ਜੋ ਲਾ ਦੇ। ਸੰਧਾਲੀਆ ਸਾਹਿਬ ਕੁਛ ਨਹੀਂ, ਉਹ ਦੇਖੋ 70 ਰੁਪਏ ਜੇਬ 'ਚ ਪਾ ਕੇ ਲੈ ਕੇ ਜਾਓ, ਦੁਕਾਨ ਤੇ ਜਾ ਕੇ ਉਹਨੂੰ ਕੋਈ ਬ੍ਰੈਡ ਦਾ ਪੈਕਟ ਦੇ, ਪਾਕਿਸਤਾਨ 'ਚ ਉਹ ਕਹੂਗਾ ਘਰ ਨੂੰ ਮੁੜ ਜਾਓ 20 ਰੁਪਏ ਹੋਰ ਲੈ ਕੇ ਆ। ਹੁਣ 99 ਆਂਦਾ ਵੀ ਇੱਕ ਫੇ ਮੋੜੂ ਤੈਨੂੰ। ਤੇ ਜੇ ਉੱਥੇ ਤੁਸੀਂ ਦੁੱਧ ਲੈਣਾ ਹੀ 125 ਨੂੰ ਲੀਟਰ, 150 ਨੂੰ ਲੀਟਰ ਦੁੱਧ ਮਿਲਦਾ ਹੈ। ਨਿਆਣੇ ਨੇ ਕਿਹਨੂੰ ਨੂੰ ਨਾ ਬੂੰਦ ਬੂੰਦ ਪਿਲਾਇਓ, ਚਾਹੇ ਨਿਆਣਾ 5 ਸਾਲਾਂ ਦਾ ਹੋ ਗਿਆ। ਜਾਣੀ ਉੱਥੇ ਗੋਲੀਆਂ ਚਲਾ ਦਿਓ ਇੱਕ ਦੂਸਰੇ ਤੇ, ਜਾਣੀ ਇਲੈਕਸ਼ਨ ਕਰਾ ਲਓ, ਪ੍ਰਧਾਨ ਮੰਤਰੀ ਲਾ ਦਿਓ, ਪ੍ਰਧਾਨ ਮੰਤਰੀ ਬਣਾ ਦਿਓ। ਜੇ ਕੋਈ ਪ੍ਰਧਾਨ ਮੰਤਰੀ ਬਣ ਗਿਆ ਤੇ ਉਹਨੂੰ ਲਾ ਦੇਣ ਲੱਗੇ ਵਿਦੇਸ਼ ਭੱਜ ਜਾਓ। ਜੇ ਫੇਰ ਮੁੜ ਕੇ ਪ੍ਰਧਾਨ ਮੰਤਰੀ ਬਣ ਜਾਵੇ ਫੇਰ ਮੁੜਿਓ। ਪਹਿਲਾਂ ਤੁਹਾਡੇ ਤੇ ਕੇਸ ਹੋ ਜਾਣ, ਤੁਸੀਂ ਸਭ ਤੋਂ ਭ੍ਰਿਸ਼ਟ ਬੰਦੇ ਹੋਵੋ, ਤੁਹਾਡੀ ਪਾਰਟੀ ਦੀ ਸਰਕਾਰ ਦੁਆਰਾ ਆ ਜਾਵੇ, ਤੁਹਾਨੂੰ ਕਲੀਨ ਚਿੱਟ ਹੋਵੇ। ਜਾਣੀ ਆਮ ਬੰਦਾ ਹੜ੍ਹਾਂ ਦਾ ਭੰਨਿਆ ਦੇਸ਼, ਸਿਆਸੀ ਅਸਥਿਰਤਾ ਦਾ ਭੰਨਿਆ ਦੇਸ਼। ਉਹ ਯਾਰ ਜਿਹੜੇ ਪੈਸੇ ਤੁਸੀਂ ਬੀਬੀ ਨੂੰ ਆਫਰ ਕਰਦੇ, 4 ਪੈਕਟ ਬ੍ਰੈਡ ਦੇ ਭਾਰ ਤੋਂ ਲਿਆ ਕੇ ਲੋਕਾਂ ਦੇ ਮੂੰਹ 'ਚ ਦਿਓਗੇ, ਭਾਵੇਂ ਰੱਜ ਜਾਣ ਅਗਲੇ। ਔਖਾ ਹੋਇਆ ਪਿਆ, ਪੱਠੇ ਤੁਹਾਡੇ ਤਬਾਹ, ਫਸਲ ਤੁਹਾਡੀ ਤਬਾਹ, ਲੋਕਾਂ ਦੇ ਘਰ ਢਹਿ ਗਏ ਹੜ੍ਹ ਦੇ ਵਿੱਚ, ਤੇ ਤੁਸੀਂ ਆਹ ਕੁਝ ਕਰਦੇ ਫਿਰ ਤਾਂ ਚੱਜ ਦੀ ਗੱਲ ਨਹੀਂ ਹੈ। ਮੈਂ ਤਾਂ ਹੀ ਕਿਹਾ ਨਾ, ਇਹਦਾ ਮਤਲਬ ਇਹ ਹੋ ਗਿਆ ਵੀ ਕਿਤੇ ਨਾ ਕਿਤੇ ਤੇ ਕੋਈ ਐਸਾ ਪਾੜਾ ਹੈਗਾ ਵੀ ਜਿਹੜੇ ਲੋਕਾਂ ਦਾ ਕੰਮ ਹੈ ਵੀ ਜੋ ਵੀ ਹੈ ਉਹਦਾ ਸ਼ਖਸ ਕਰ ਲਓ। ਉਦੋਂ ਬਾਅਦ ਹੁਣ ਪਤਾ ਨਹੀਂ ਵੀ ਇਹ ਫੰਡਿੰਗ ਕਿੱਥੋਂ ਆਉਂਦੀ ਹੋਊਗੀ ਉਹਨਾਂ ਨੂੰ ਵੀ ਹਾਂ ਭਾਈ ਸਾਹਿਬ ਤੂੰ ਨਜ਼ਾਰੇ ਲੈਣੇ ਆ। ਹੁਣ ਜੇ ਬੰਦਾ ਵਿਹਲਾ, ਉਹਨੂੰ ਆਹ ਸਾਰੇ ਪਾਸਿਓਂ ਸੌਖਾ, ਫੇਰ ਹੀ ਉਹਦੇ ਦਿਮਾਗ 'ਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਵੀ ਅੱਛਾ ਹੁਣ ਇਹ ਬੀਬੀ ਆਈ ਹੈ ਤੇ ਇਹਦੇ ਨਾਲ ਮੈਂ ਆਹ ਗੱਲਾਂ ਕਰਨੀਆਂ, ਜਾਂ ਮੈਂ ਇਹਨੂੰ ਆਫਰ ਕਰਨੀ ਤੇ ਤੂੰ ਚਿੱਠੀ ਲਿਖ, ਤੂੰ ਲਿਖ ਤੈਨੂੰ ਮੈਂ ਪੈਸੇ ਦੇਣੇ। ਪੈਸੇ ਉਹਨੇ ਕਿਹੜਾ ਜੇਬ 'ਚੋਂ ਦੇਣੇ, ਕਿਤੇ ਉਹ ਤੇ ਦੇਣੇ ਹੀ ਆ ਨਾ। ਉਹ ਕੌਣ ਬੰਦੇ ਨੇ ਤੇ ਉਹ ਕਿੱਥੋਂ ਇਦਾਂ ਸਾਰਾ ਕੁਝ ਭਰਤੀ ਕਰ ਲੈਂਦੇ ਨੇ ਤੇ ਕਿੱਥੋਂ ਉਹਨਾਂ ਦੇ ਲਈ ਐਸ ਕੁਛ ਲਈ ਤਾਂ ਪੈਸਾ ਆ ਜਾਂਦਾ। ਤੇ ਜਿਹੜੇ ਲੋਕ ਵਿਚਾਰੇ ਉੱਥੇ ਭੁੱਖੇ ਮਰਨ ਡੇ, ਉਹਨਾਂ ਲਈ ਕੋਈ ਰੁਪਈਆ ਹੀ ਨਹੀਂ। ਪ੍ਰੋਗਰਾਮ ਸ਼ੁਰੂ ਕੀਤਾ ਸੀ ਤਾਂ ਮੈਂ ਤੁਹਾਨੂੰ ਕਿਹਾ ਮੈਨੂੰ ਲੀਡਰਾਂ ਤੇ ਤਰਸ ਆਉਂਦਾ ਏ। ਮੈਨੂੰ ਫੇਰ ਤਰਸ ਆਉਂਦਾ ਈ, ਪਤਾ ਕਿਉਂ? ਜਿੱਦਣ ਪਿੱਛੇ ਜਿਹਾ ਇੱਕ ਮੰਤਰੀ ਬਣਾਇਆ ਪੰਜਾਬ ਸਰਕਾਰ ਨੇ, ਤਾਂ ਮੈਂ ਲਿਸਟ ਪੜ੍ਹੀ, ਭਰਾ ਦਾ ਨਾਂ ਨਾ ਆਇਆ। ਹੁਣ 17 ਚੇਅਰਪਰਸਨ ਉਹਨਾਂ ਨੇ ਬਣਾਏ, ਕੋਈ ਇੰਪਰੂਵਮੈਂਟ ਟਰਸਟ ਦਾ, ਕੋਈ ਸਮਾਲ ਸਕੇਲ ਇੰਡਸਟਰੀ, ਕੋਈ ਮੀਡੀਅਮ ਸਕੇਲ ਇੰਡਸਟਰੀ, ਕੋਈ ਲਾਰਜ ਸਕੇਲ ਇੰਡਸਟਰੀ। ਮੈਂ ਨਾ ਅੱਖ ਮਲ ਮੁਲ ਕੇ ਪਾਣੀ ਦੇ ਛਿੱਟੇ ਮਾਰ ਕੇ ਫੇਰ ਪੜਿਆ, ਨਾ ਭਰਾ ਤੁਹਾਡਾ ਫੇਰ ਨਾ ਆਇਆ। ਬਸ ਹੌਸਲਾ ਰੱਖਣਾ ਹੀ, ਤੂੰ ਕਿਹੜਾ ਜੂਸ ਪਿਲਾਤਾ ਹੀ। ਸਾਡੀ ਸਰਕਾਰ ਨਹੀਂ ਨਾ। ਅੱਛਾ, ਸਾਡੀ ਸਰਕਾਰ ਬਣਾਓ ਫਿਰ ਸਾਡਾ ਨਾਂ ਆਊਗਾ। ਅੱਛਾ, ਇਹ ਚੱਕਰ ਇਹੀ ਹੈ ਵੀ ਅਸੀਂ ਵੀ ਆਪਣੀ ਸਰਕਾਰ ਬਣਾਉਣੀ ਹੈ। ਨਾ ਬਣਾਉਣੀ ਆ ਤੇ ਬਣਾ ਕੇ ਫਿਰ ਦੇਖਿਓ ਵੀ ਸੰਧਾਲੀਆ ਚੀਜ਼ ਕੀ ਹੈ। ਹਾਂ, ਕੋਈ ਗੱਲ ਨਹੀਂ, ਚਿੰਤਾ ਨਹੀਂ ਕਰਨੀ, ਤੁਹਾਨੂੰ ਚੰਗਾ ਉਹਦਾ ਦਿਆਂਗੇ ਉਹਦੇ ਵਿੱਚ। ਤੁਸੀਂ ਪਾਰਟੀ ਲਈ ਸੋਹਣਾ ਕੰਮ ਕਰ ਰਹੇ ਹੋ, ਇਸ ਤਰ੍ਹਾਂ ਡਟੇ ਰਹੋ ਬਸ। ਨਹੀਂ ਠੀਕ ਹੈ ਜੀ। ਪਰ ਵੈਸੇ ਇੱਕ ਗੱਲ ਹੈ ਵੀ ਇਹ ਆਮ ਆਦਮੀ ਪਾਰਟੀ ਦੀ ਜਾਂਦੇ ਜਾਂਦੇ ਇੱਕ ਉਹ ਜ਼ਿਕਰ ਕਰ ਜੀਏ, ਜਿਹੜਾ ਕਹਿੰਦੇ ਹੁਣ ਦਿੱਲੀ ਵਾਲੀ, ਅਸਲ 'ਚ ਜਿਹੜੀ ਆਮ ਆਦਮੀ ਪਾਰਟੀ ਹੈ ਕੇਜਰੀਵਾਲ ਸਾਹਿਬ ਵਾਲੀ, ਉਹਨਾਂ ਨੂੰ 164 ਕਰੋੜ ਦੇਣਾ ਪੈਣਾ ਹੈ। ਜਿਹੜਾ ਪਿਛਲੇ ਦਿਨ ਹੀ ਉਹ ਕਹਿੰਦੇ ਸੀ ਵੀ ਮਸ਼ਹੂਰੀਆਂ ਦੇ ਉੱਪਰ ਖਰਚ ਲਿਆ, ਤੇ ਉਪ ਰਾਜਪਾਲ ਸਾਹਿਬ ਨੇ ਕਿਹਾ ਸੀ ਵੀ ਇਹ ਤਾਂ ਮਹਾਰਾਜ ਬਣਦਾ ਨਹੀਂ ਖਜ਼ਾਨੇ ਦਾ ਪੈਸਾ, ਇਹ ਤਾਂ ਤੁਸੀਂ ਆਪਣਾ ਪ੍ਰਚਾਰ ਕੀਤਾ ਹੈ, ਪੋਲੀਟੀਕਲ ਪ੍ਰਚਾਰ। ਤੇ ਪੋਲੀਟੀਕਲ ਪ੍ਰਚਾਰ ਦੇ ਉੱਪਰ ਜਿਹੜੇ ਖਰਚੇ ਪੈਸੇ ਨੇ ਉਹ 10 ਦਿਨਾਂ ਦੇ ਵਿੱਚ ਤੁਸੀਂ ਜਿਹੜਾ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ ਦਿਓ। ਹੁਣ ਉਹ ਨਵਾਂ ਪੇਚ ਫਸ ਗਿਆ ਹੈਗਾ, ਤਾਂ 100 ਕਰੋੜ ਤੋਂ ਵੀ ਥੱਲੇ ਹੀ ਸੀ। ਜਦੋਂ LG ਸਾਹਿਬ ਨੇ ਪਹਿਲਾਂ ਕਿਹਾ ਸੀ ਪੈਸੇ ਦਿਓਗੇ ਤੁਸੀਂ, ਇਹ ਕਹਿੰਦੇ ਤੁਹਾਡੇ ਅਧਿਕਾਰ ਖੇਤਰ 'ਚ ਹੀ ਨਹੀਂ, ਅਸੀਂ ਇਸ਼ਤਿਹਾਰ ਲਾਏ ਆ ਪਰ ਸਰਕਾਰੀ ਲਾਏ। ਉਹ ਕਹਿੰਦੇ ਤੁਸੀਂ ਸਿਆਸੀ ਲਾਏ, ਪੈਸੇ ਸਰਕਾਰੀ ਖਜ਼ਾਨੇ 'ਚੋਂ ਲਏ ਆ। ਹੁਣ ਉੱਪਰਲਾ 64, 65, 66 ਕਰੋੜ ਰੁਪਏ ਦਾ ਵਿਆਜ ਪਾਤਾ ਉਹਨਾਂ ਨੇ, ਤੇ ਦਿਨ ਦਿੱਤੇ ਆ 10। ਤੇ ਸਿਸੋਦੀਆ ਸਾਹਿਬ ਕੁਝ ਹੋਰ ਕਹਿੰਦੇ ਆ, ਉਹ ਕਹਿੰਦੇ ਜੀ ਇਹ ਤਾਂ ਕੇਂਦਰ ਦੀ ਭਾਸ਼ਾ ਬੋਲਦੇ, LG ਸਾਹਿਬ ਦੀ ਭਾਸ਼ਾ ਬੋਲਦੇ ਆ, ਕੋਈ ਪੈਸਾ ਪੂਆ ਨਹੀਂ ਜਮ੍ਹਾਂ ਕਰਾਉਣਾ। ਦੇਖੋ, ਪਰ ਇੱਕ ਗੱਲ ਤਾਂ ਹੈਗੀ ਹੈ ਵੀ ਪੇਜ ਤੇ ਫਸਣਾ ਜੀ। ਚੱਲੀਏ ਹੁਣ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।